जिथे मैं गल दसा कि जिथे अगर मैं एक दिन भी मतलब एक महीना भी जॉब ते ना जावां कुछ काम ना करा तो मेरा नहीं चलेगा घर पर। मेरा अपना तो छड्डो, मैनूं कर देना हुंदा सी, मैं नहीं कि मैनूं अपना देखना, मैनूं घर दा भी देखना हुंदा सी। सो मैनूं कोई भी चीज़ मिल जाती जिस लगता कि हाँ इत्थे इत्थे पैसा मैनूं दिख रहा है कि मैं इत्थे थोड़ा बहुत मेरे घर मेरा ठीक हो जाऊगा इस चीज़ तो, मगर घर फंड्स दे सकदा तो मैं उस चीज़ दे विच लग जांदा सी। एक मैं क्लाइंट दे कोल जा रहा सी और मैं एक्टिवा मेरी एक्टिवा स्किड कर गया, आई मेट विद एन एक्सीडेंट, तो मेरी एक लैफ्ट आई दे नीचे सट लग गई सी काफ़ी ज़्यादा। उस टाइम मैनूं टाइम मिलिया पोस्ट को एडिट चीज़ों को एडिट करन दा, फिर पोस्ट करन दा, तो मेरी एक रैंडमली एक रील ने पोस्ट कर ली, तो उस तो बाद फिर मैं जॉब नहीं छड्डती। तुहानूं पता जिन्ना मैं अर्न कर रहा सी उस टाइम ते अज मैं अपने अंडर बंदिਆਂ ਨੂੰ पे कर रहा। मैनीफेस्टेशन ਨੂੰ ਅੱਜ ਲੋਕਾਂ ਨੇ ਬਿਜ਼ਨਸ ਬਣਾ ਲਿਆ, ਬਹੁਤ ਵੱਡਾ ਬਿਜ਼ਨਸ ਬਣਾ ਲਿਆ। ਨਾਲ ਨਾ ਰੈੱਡ ਪੈਨ ਦੇ ਰੇਟ ਵਧ ਗਏ, ਰੈੱਡ ਪੈਨ ਤੇ 3 ਗੁਣਾ ਰੇਟ ਵਧ ਗਿਆ ਰੈੱਡ ਪੈਨ ਦੇ, ਤੇ ਰੈੱਡ ਪੈਨ ਨਾਲ ਲਿਖੋ ਯੈਲੋ ਪੇਪਰ ਦੇ ਉੱਤੇ ਤਾਂ ਹੀ ਹੋਊਗਾ। ਹੁਣ ਮੈਨੂੰ ਆਹ ਸਮਝ ਨਹੀਂ ਆਉਂਦਾ ਕਿ ਯੂਨੀਵਰਸ ਕਲਰ ਬ੍ਰਾਈਂਡ ਤਾਂ ਹੈ ਨਹੀਂ ਹੈ। ਕਿ ਸਾਡੇ ਬਜ਼ੁਰਗ ਕਹਿੰਦੇ ਸੀਗੇ ਨਾ ਕਿ ਕੁਝ ਗਲਤ ਨਾ ਬੋਲੋ, ਮੂੰਹ ਤੇ ਕਦੀ ਵੀ ਕਿਸੇ ਵੇਲੇ ਵੀ ਸਰਸਵਤੀ ਬੈਠ ਜਾਂਦੀ ਹੈ। ਇਹ ਮਤਲਬ ਇਹ ਪੁਰਾਣੀ ਗੱਲਾਂ ਹੁੰਦੀਆਂ, ਸਾਡੇ ਬਜ਼ੁਰਗਾਂ ਨੇ ਕਿਹਾ ਹੋਇਆ ਆ, ਤੇ ਉਹ ਕਈ ਵਾਰ ਸੱਚ ਵੀ ਹੋ ਜਾਂਦੀ ਸੀ। ਕਹਿੰਦੇ ਇੰਜਨ ਨੰਬਰ ਲਿਖਣਾ ਹੁੰਦਾ ਜੀ ਸਾਡੀ ਪੂਰੀ ਹੋ ਗਈ ਹੈ, ठीक जा रहे हो, मतलब इंजन नंबर देना उससे ऑन द राइट वे। सक्सेस होना छड़ दूंगे, वो चीज़ अपने आप अपने फेवर ते आ जाती है, वो चीज़ अपने आप ही साडे फेवर ते आ जाती है। सो हाउ डू यू रीड माइंड्स? स्टार्टिंग ਦੇ ਵਿੱਚ ਜਦੋਂ ਮੈਂ ਮੈਨੀਫੈਸਟੇਸ਼ਨ ਦੀ ਲਾਈਨ ਦੇ ਵਿੱਚ ਆਇਆ ਸੀ ਨਾ, ਪਤਾ ਨਹੀਂ ਕੀ ਜਾਦੂ ਟੋਨਾ ਕਰਦਾ ਇਹਨੂੰ, ਕਿਸੇ ਨੇ ਕੁੜੀ ਨਹੀਂ ਦੇਣੀ, ਜੌਬ ਕਰ ਲਾ ਦੱਸਦਾ, ਕਿਉਂਕਿ ਉਹ ਪੱਕੀ ਤਾਂ ਹੈ ਨਾ, ਪੱਕੀ ਨੌਕਰੀ ਤਾਂ ਹੈ ਕਿ ਉਹ ਕੰਸਿਸਟੈਂਟ ਮਿਲਦੀ ਰਹੇਗੀ। ਟੂ ਸੀ ਯੋਰਸੈਲਫ ਸਿਟਿੰਗ ਔਨ ਦੈਟ ਚੇਅਰ, ਤੁਹਾਡੇ ਆਸ-ਪਾਸ ਉਹ ਘਰ ਦੀ ਉਹ ਦੀਵਾਰਾਂ ਖੜੀਆਂ ਹੋਈਆਂ, ਤੁਸੀਂ ਉਹ ਘਰ ਦੇ ਵਿੱਚ ਬੈਠੇ ਹੋਏ ਹੋ। You have to visualize that real you have to be। but ਜੇ ਅਸੀਂ ਕਿਸੇ ਚੀਜ਼ ਨੂੰ ਮੈਨੀਫੈਸਟ ਕਰ ਰਹੇ ਹਾਂ ਜੋ ਸਾਡੇ ਕਰਮਾਂ 'ਚ ਨਹੀਂ ਲਿਖੀ ਹੈ, ਸਾਡੇ ਰਾਸ਼ੀ 'ਚ ਨਹੀਂ ਲਿਖੀ ਹੈ, ਸਾਡੇ ਗ੍ਰਹਿ ਨਕਸ਼ਤਰਾਂ 'ਚ ਨਹੀਂ, ਅਸੀਂ ਉਸ ਨੂੰ ਮੈਨੀਫੈਸਟ ਕਰ ਲਿਆ, are we likely to face the repercussions of it in the later part? ਜੋ ਤੁਸੀਂ ਪੂਰੀ ਬੋਲੋਗੇ ਪੂਰੀ ਚੀਜ਼ ਪੂਰੀ ਕਰੇਗਾ, ਅੱਧੀ ਚੀਜ਼ ਕਦੀ ਪੂਰੀ ਨਹੀਂ ਕਰੇਗਾ। ਇਹ ਬਸ ਮਾਈਂਡ ਦੇ ਵਿੱਚ ਯਾਦ ਰੱਖਣਾ ਸ਼ੁਰੂ ਕਰਨਾ, 200% ਸ਼ੋਰ ਹੈ ਚੀਜ਼ ਦਾ। ਸੋਸ਼ਲ ਮੀਡੀਆ ਦੇ ਜ਼ਮਾਨੇ ਤੇ ਅਸੀਂ ਇੰਸਟਾਗ੍ਰਾਮ ਰੀਲਸ ਦੇਖਦੇ ਹਾਂ, ਕੁਝ ਅਜਿਹੀਆਂ ਰੀਲਸ ਹੁੰਦੀਆਂ ਨੇ ਜਿਸ ਤੋਂ ਬਾਅਦ ਉਹਨਾਂ ਦੇ ਪ੍ਰੋਫਾਈਲ ਤੇ ਜਾ ਕੇ ਉਹਨਾਂ ਨੂੰ ਸਰਚ ਕਰਨਾ ਨਾ ਇੱਕ ਮਜਬੂਰੀ ਬਣ ਜਾਂਦੀ ਹੈ। ਦੇਖਣਾ ਪੈਂਦਾ ਕਿ ਯਾਰ ਇਹ ਇਨਸਾਨ ਕਰਦਾ ਕੀ ਹੈ। ਅਜੇ ਇੱਕ ਸ਼ਖਸ ਨਾਲ ਮੈਂ ਅੱਜ ਮੁਲਾਕਾਤ ਕਰਵਾਈ ਹੈ, ਤੁਸੀਂ ਛੋਟਾ ਜਿਹਾ ਸੈਗਮੈਂਟ ਦੇਖਿਆ ਹੈ, ਐਂਡ ਵੀ ਹੈਵ ਅ ਬਿਗ ਪੋਡਕਾਸਟ ਕਮਿੰਗ ਅਪ, ਜੋ ਨੇ ਦੀ ਸਨੀ ਮੈਜਿਕ, ਜਿਨ੍ਹਾਂ ਨੂੰ ਅਫੀਸ਼ੀਅਲੀ ਤਾਂ ਲੋਕ ਜਾਣਦੇ ਨੇ ਐਜ਼ ਅ ਮੈਜੀਸ਼ੀਅਨ, ਐਜ਼ ਐਨ ਇਲੂਜ਼ਨਿਸਟ, ਐਜ਼ ਅ ਮਾਈਂਡ ਰੀਡਰ, ਬਟ ਮੈਂ ਉਹਨਾਂ ਨੂੰ ਜਾਣਦੀ ਐਜ਼ ਦੀ ਕਾਲ ਮੈਨੀਫੈਸਟਰ ਗਾਏ, ਜਿਹਦਾ ਇੰਸਟਾਗ੍ਰਾਮ ਹੈਂਡਲ ਤੇ ਪ੍ਰੋਫਾਈਲ ਨੇਮ ਵੀ ਇਹੀ ਹੈ, ਸਨੀ ਦੀ ਮੈਜਿਕ। ਹੈਲੋ ਸਨੀ, ਕਿਵੇਂ ਹੋ ਤੁਸੀਂ? ਬਹੁਤ ਵਧੀਆ ਮੈਮ, ਬਹੁਤ ਵਧੀਆ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੀਟੀਸੀ ਪੋਡਕਾਸਟ ਤੇ ਕਿਹੋ ਜਿਹਾ ਲੱਗਾ ਸਾਡੇ ਆਫਿਸ ਆ ਕੇ ਸਾਡੇ ਪੂਰੀ ਟੀਮ ਨਾਲ ਗੱਲਬਾਤ ਕਰਦੇ ਹੋਏ? ਬਹੁਤ ਵਧੀਆ ਲੱਗਿਆ। ਇਨਫੈਕਟ ਮੈਂ ਤਾਂ ਆਂਦੇ ਹੋਏ ਮੈਂ ਇਹਨਾਂ ਸੋਚਿਆ ਨਹੀਂ ਸੀ ਕਿ ਇੰਨਾ ਵਧੀਆ ਰਿਸਪੌਂਸ ਮਿਲੂਗਾ ਸਾਰਿਆਂ ਤੋਂ। ਮੈਂ ਐਂਡ ਐਟ ਦ ਸੇਮ ਟਾਈਮ ਛੋਟੀ ਉਮਰ ਤੁਸੀਂ ਛੋਟਾ ਸਮਾਂ ਕਿਹਾ ਕਿ ਤੁਹਾਡੀ ਜਰਨੀ ਬਹੁਤ ਛੋਟੀ ਰਹੀ ਹੈ, ਬਟ ਯੋਰ ਇੰਸਟਾਗ੍ਰਾਮ ਪ੍ਰੋਫਾਈਲ ਜਿਹੜੀ ਹੈ ਕੁਝ ਹੋਰ ਹੀ ਕਹਿੰਦੀ ਹੈ, ਜਿੱਤੇ ਕਾਫੀ ਪਿਆਰ ਤੁਹਾਨੂੰ ਲੋਕਾਂ ਦੇ ਵੱਲੋਂ ਮਿਲ ਰਿਹਾ, ਐਂਡ ਦ ਰੀਲਸ ਆਰ ਰੀਅਲੀ ਗੋਇੰਗ ਅਪ। ਸੋ ਸਭ ਤੋਂ ਪਹਿਲੇ ਤੁਸੀਂ ਸਾਡੇ ਪੂਰੇ ਪੀਟੀਸੀ ਨਿਊਜ਼ ਦੇ ਦਫ਼ਤਰ ਦੇ ਵਿੱਚ ਨਾ ਤਹਿਲਕਾ ਮਚਾਤਾ, ਐਵਰੀਬਾਡੀ ਇਜ਼ ਸ਼ੌਕ ਐਂਡ ਸਟਿਲ ਇਨ ਸ਼ੌਕ, ਜਿਨ੍ਹਾਂ ਦਾ ਨਾਲ ਅਸੀਂ ਆਪਣੀ ਗੱਲਬਾਤ ਕਰਕੇ ਆਏ ਹਾਂ। ਠੀਕ ਹੈ। How did this journey start and is your name ਤੋਂ ਹੀ ਸ਼ੁਰੂਆਤ ਕਰਦੇ ਸਨੀ ਮੈਜਿਕ? Is that your real name? ਨਹੀਂ, ਮੇਰਾ ਨਾਮ ਜਸਪ੍ਰੀਤ ਸਿੰਘ ਹੈ। ਮੈਂ ਵੀ ਪੰਜਾਬੀ ਹੀ ਹਾਂ ਡੈਡੀ ਵਾਂਗੂ, ਮੇਰਾ ਰੀਅਲ ਨੇਮ ਜਸਪ੍ਰੀਤ ਸਿੰਘ ਹੈ। ਸਨੀ ਇਜ਼ ਮਾਈ ਨਿਕਨੇਮ। ਮੈਂ ਐਵੇਂ ਕਦੀ ਸੋਚਿਆ ਨਹੀਂ ਸੀ ਕਿ ਮੈਂ ਉਹਦੀ ਕਦੀ ਉੱਪਰ ਜਾਊਂਗਾ, ਕਦੀ ਇਸ ਇੰਨਾ ਕਦੀ ਐਕਸਪੋਜ਼ਰ ਮਿਲੇਗਾ ਮੈਨੂੰ। ਆਈ ਟੈਲ ਯੂ ਐਵਰੀਥਿੰਗ ਅਬਾਊਟ ਮੀ। ਮੈਂ ਇੱਕ ਐਵੇਂ ਦਾ ਉਹ ਕਿਡ ਸੀਗਾ, ਮੈਂ 18-19 ਸਾਲ ਦਾ ਹਾਂ ਉਸ ਟਾਈਮ ਦਾ, ਐਵੇਂ ਦਾ ਕਿਡ ਸੀ ਕਿ ਮੈਂ ਬਹੁਤ ਜ਼ਿਆਦਾ ਇੱਕ ਇੰਟਰੋਵਰਟ ਸੀ, ਮੇਰੇ ਤੋਂ ਗੱਲ ਨਹੀਂ ਹੁੰਦੀ ਸੀ ਕਿਸੇ ਨਾਲ। ਆਈ ਨੀਡ ਅ ਪਲੇਟਫਾਰਮ ਜਿਹਦੇ ਨਾਲ ਮੈਂ ਕਿਸੇ ਨਾਲ ਇੰਗੇਜ ਕਰ ਸਕਾਂ, ਕਿਵੇਂ ਕੁਝ ਕਰ ਸਕਾਂ, ਤਾਂ ਮੈਨੂੰ ਮੈਜਿਕ ਬਹੁਤ ਫੈਸੀਨੇਟ ਕਰਦਾ ਸੀ ਸ਼ੁਰੂ ਤੋਂ ਹੀ। ਚਾਈਲਡਹੁੱਡ ਤੋਂ ਬਹੁਤ ਜ਼ਿਆਦਾ। ਇੱਕ ਕਰ ਕਿਵੇਂ ਲੈਂਦੇ ਯਾਰ, ਇੱਕ ਕੋਇਨ ਕਿਵੇਂ ਗਾਇਬ ਕਰ ਦਿੰਦੇ, ਇੱਕ ਕਾਰਡ ਨੂੰ ਚੇਂਜ ਕਿਵੇਂ ਕਰ ਦਿੰਦੇ ਆ, ਮੈਂ ਇਹ ਚੀਜ਼ਾਂ ਤੋਂ ਸ਼ੁਰੂ ਕੀਤਾ ਚੀਜ਼ਾਂ ਨੂੰ। ਇਹਦੇ ਵਿੱਚ 2 ਕਾਰਡ ਸ਼ੁਰੂ ਤੋਂ ਸੀਗੇ, ਮਤਲਬ ਬੰਦ ਪਿਆ ਤਾਂ ਸਾਰੇ ਦੇਖ ਸਕਦੇ ਆ, ਆ ਬੰਦ ਪਿਆ ਤਾਂ ਸ਼ੁਰੂ ਤੋਂ ਐਵੇਂ ਸੀ, ਅਗਰ ਆਪਾਂ ਨੂੰ ਫੋੜੀਏ ਤਾਂ 2 ਕਾਰਡਸ ਗਿਰਦੇ ਆ। ਠੀਕ ਹੈ, ਦ ਕੀਰਤੀ ਪਾਠਕ ਔਰ ਇੱਕ ਚੀਜ਼ ਹੋਰ, ਸਨੀ ਰਾਜਪੂਤ। ਫਿਰ ਇਹ ਰੈਂਡਮਲੀ ਕੇਮ ਅਕ੍ਰੋਸ ਅ ਵੀਡੀਓ ਜਿਹਦੇ ਵਿੱਚ ਇੱਕ ਮੁੰਡਾ ਨੇ ਕੁੜੀ ਦਾ ਮਾਈਂਡ ਰੀਡ ਕਰਕੇ ਉਹਦੀ ਕ੍ਰਸ਼ ਦਾ ਨਾਮ ਦੱਸ ਰਿਹਾ ਸੀ। ਮੈਨੂੰ ਨਹੀਂ ਪਤਾ ਉਸ ਕੀ ਸੀ ਜਾਂ ਕਿਆ ਸੀ, ਬਟ ਉਹ ਮੈਂ ਸਿੱਖ ਲਿਆ। ਮੈਂ ਉਸ ਸਾਲ ਲੱਗੇ, ਮੈਂ ਉਸ ਤੋਂ ਬਾਅਦ ਸਿੱਖਣ ਤੋਂ ਬਾਅਦ ਮੈਨੂੰ ਆਹ ਨਹੀਂ ਸੀ ਕਿ ਮੈਂ ਇਸ ਚੀਜ਼ ਦੇ ਵਿੱਚ ਕੁਝ ਬਹੁਤ ਵੱਡਾ ਬਣਨਾ, ਮੇਰੇ ਮਾਈਂਡ ਦੇ ਵਿੱਚ ਨਹੀਂ ਸੀਗਾ ਉਸ ਟਾਈਮ ਤੇ। ਮੈਨੂੰ ਸੀ ਕਿ ਬਸ ਇੱਕ ਇੰਟਰੈਕਸ਼ਨ ਕਰਨੀ ਹੈ ਲੋਕਾਂ ਨਾਲ, ਮੈਂ ਗੱਲ ਕਰ ਸਕਾਂ, ਮੇਰਾ ਕੌਨਫੀਡੈਂਸ ਬੂਸਟ ਹੋਏ। ਜਾਂ ਕਿਉਰਿਓਸਿਟੀ ਸੀ ਕਿ ਇਹ ਕਿਵੇਂ ਹੋ ਰਿਹਾ ਹੈ। ਹਾਂ, ਕਿਉਰਿਓਸਿਟੀ ਬਹੁਤ ਜ਼ਿਆਦਾ ਸੀ। ਮੈਂ ਉਹ ਚੀਜ਼ ਕਿਉਰਿਓਸਿਟੀ ਕਰਕੇ ਮੈਂ ਉਹ ਚੀਜ਼ ਸਿੱਖ ਲਈ। ਮੈਂ ਬੁੱਕਸ ਪੜ੍ਹਨੀ ਸ਼ੁਰੂ ਕੀਤੀਆਂ, ਮੈਂ ਉਹ ਮੈਂਟਰੀਜ਼ ਦੇ ਪਿੱਛੇ ਪੈ ਕੇ ਪਿਆ ਕਿ ਮੈਨੂੰ ਸਿੱਖਣਾ ਤਾਂ ਸਾਰੀ ਚੀਜ਼ਾਂ ਮੈਂ ਥੋੜੀ ਬਹੁਤ ਚੀਜ਼ਾਂ ਸ਼ੁਰੂ ਕੀਤੀਆਂ। ਤੂੰ ਹੈ ਨਾ ਫੈਮਿਲੀ ਨੇ ਕੀ ਕਿਹਾ ਕਿ ਯਾਰ ਤੂੰ ਇਹ ਕੀ ਕਰ ਰਿਹਾ ਹੈ, ਕਿਉਂਕਿ ਪੇਰੈਂਟਸ ਯੂਜੂਅਲੀ ਦੇ ਡੋਨਟ ਅੰਡਰਸਟੈਂਡ ਦ ਮੈਨੀਫੈਸਟੇਸ਼ਨ ਥਿੰਗ, ਦ ਮਾਈਂਡ ਰੀਡਿੰਗ ਥਿੰਗ, ਇਟ ਇਜ਼ ਗੇਨਿੰਗ lot of grab ਕਰ ਰਹੇ attention, but at the same time ਪਹਿਲਾਂ ਇੰਨਾ ਨਹੀਂ ਸੀਗਾ, might be when you have started, so parents were happy about it। ਮੈਂ ਤੁਹਾਨੂੰ ਦੱਸਦਾ, ਮੈਂ ਇੱਕ ਲੋਅਰ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ, ਤੇ
ਜਿੱਥੇ ਮੈਂ ਗੱਲ ਦੱਸਾਂ ਕਿ ਜਿੱਥੇ ਅਗਰ ਮੈਂ ਇੱਕ ਦਿਨ ਵੀ ਮਤਲਬ ਇੱਕ ਮਹੀਨਾ ਵੀ ਜੌਬ ਤੇ ਨਾ ਜਾਵਾਂ ਕੁਝ ਕੰਮ ਨਾ ਕਰਾਂ ਤਾਂ ਮੇਰਾ ਨਹੀਂ ਚੱਲੇਗਾ ਘਰ ਦਾ। ਮੇਰਾ ਆਪਣਾ ਤਾਂ ਛੱਡੋ, ਮੈਨੂੰ ਕਰ ਦੇਣਾ ਹੁੰਦਾ ਸੀ। ਮੈਂ ਐਵੇਂ ਨਹੀਂ ਕਿ ਮੈਨੂੰ ਆਪਣਾ ਦੇਖਣਾ, ਮੈਨੂੰ ਘਰ ਦਾ ਵੀ ਦੇਖਣਾ ਹੁੰਦਾ ਸੀ। ਮੇਰੇ ਫੈਮਿਲੀ ਦੇ ਵਿੱਚ ਸਿਰਫ ਇੱਕ ਹੀ ਮਤਲਬ ਮੇਰੇ ਪਾਪਾ ਹੀ ਉਹ ਕਰਦੇ, ਔਰ ਕੋਈ ਨਹੀਂ ਹੈ। ਮਤਲਬ ਮੇਰੇ ਫੈਮਿਲੀ 'ਚ ਮੇਰੇ ਦਾਦੀ ਹੈ, ਮੇਰੇ ਪਾਪਾ ਹੈ, ਮੇਰੀ ਛੋਟੀ ਭੈਣ ਹੈ, ਹੋਰ ਕੋਈ ਨਹੀਂ ਹੈ। ਤਾਂ ਉਹੀ ਇਹ ਥੋੜਾ ਬਹੁਤ ਕਰ ਰਹੇ ਅਜੇ, ਉਹ ਵੀ ਇੰਨਾ ਜ਼ਿਆਦਾ ਨਹੀਂ ਕਰ ਪਾ ਰਹੇ। ਤੇ ਬਾਕੀ ਮੈਨੂੰ ਕੁਝ ਕਰਨਾ ਸੀ ਤਾਂ ਮੈਂ ਸਾਈਡ ਬਾਈ ਸਾਈਡ ਚੀਜ਼ਾਂ ਸ਼ੁਰੂ ਕੀਤੀਆਂ। 18 ਸਾਲ ਦੀ ਉਮਰ, 18 ਛੱਡੋ, ਮੈਂ 16 ਸਾਲ ਦੀ ਉਮਰ ਤੇ ਵਰਕ ਕਰਨ ਲੱਗ ਗਿਆ ਸੀ। ਅਨਓਫੀਸ਼ੀਅਲੀ ਇਵੈਂਟਸ ਕੁਝ ਕਰਦਾ ਸੀ ਛੋਟੇ ਮੋਟੇ। ਉਸ ਤੋਂ ਬਾਅਦ ਮੈਂ 18 ਤੋਂ ਬਾਅਦ ਫਿਰ ਆਫੀਸ਼ੀਅਲੀ ਕੰਮ ਕਰਨਾ ਸ਼ੁਰੂ ਕੀਤਾ ਟੈਲੀਕਮਿਊਨੀਕੇਸ਼ਨ ਦੇ ਵਿੱਚ, BPO ਸੈਕਟਰ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਉਸ ਤੋਂ ਬਾਅਦ ਮੈਂ ਰੀਅਲ ਏਸਟੇਟ ਦੇ ਵਿੱਚ ਵੀ ਆ। ਮੇਰੀ ਇੰਟੂਇਸ਼ਨ ਕਾਫੀ ਸ਼ੁਰੂ ਤੋਂ ਵਧੀਆ ਸੀਗੀ। ਸੋ BPO ਸਭ ਕੁਝ ਲੱਗ ਸੀ, ਰੀਅਲ ਏਸਟੇਟ ਐਂਡ ਮੈਨੀਫੈਸਟ ਸਭ ਕੁਝ ਸਭ। ਮੈਂ ਬਿਲਕੁਲ ਹੀ ਆਪੋਜ਼ਿਟ ਪਰਸਨ, ਮੈਂ ਜੋ ਇਸ ਚੀਜ਼ ਦੇ ਵਿੱਚ ਆ ਬਿਲਕੁਲ ਹੀ ਆਪੋਜ਼ਿਟ ਚੀਜ਼ ਤੋਂ ਆ। ਤਾਂ ਮੈਂ ਦੱਸਾਂ ਮੈਨੂੰ ਕੋਈ ਵੀ ਚੀਜ਼ ਮਿਲ ਜਾਂਦੀ ਜਿਸ ਮੈਨੂੰ ਲੱਗਦਾ ਕਿ ਹਾਂ ਇੱਥੇ ਪੈਸਾ ਮੈਨੂੰ ਦਿਖ ਰਿਹਾ ਕਿ ਮੈਂ ਇੱਥੇ ਥੋੜਾ ਬਹੁਤ ਮੇਰੇ ਘਰ ਮੇਰਾ ਠੀਕ ਹੋ ਜਾਊਗਾ ਇਸ ਚੀਜ਼ ਤੋਂ, ਮਗਰ ਕਰ ਫੰਡਸ ਦੇ ਸਕਦਾ ਤਾਂ ਮੈਂ ਉਸ ਚੀਜ਼ ਦੇ ਵਿੱਚ ਲੱਗ ਜਾਂਦਾ ਸੀ। ਮੈਂ ਲੱਗ ਜਾਂਦਾ। ਮੈਂ ਬਹੁਤ ਜੌਬ ਚੇਂਜ ਕੀਤੀਆਂ, ਮਤਲਬ ਕਹਿ ਸਕਦੇ ਕਿ ਜ਼ਰੂਰਤ ਘਰ ਦੀ ਵੀ ਐਗਜ਼ੈਕਟਲੀ। ਮੈਨੂੰ ਜੌਬ ਕਰਨ ਤੋਂ ਬਿਨਾਂ ਮੇਰਾ ਨਹੀਂ ਰਹਿ ਸਕਦਾ ਸੀ। ਮੈਂ ਇੱਕ ਐਥਲੀਟ ਵੀ ਹਾਂ, ਮੈਂ ਤੁਹਾਨੂੰ ਦੱਸਾਂ, ਮੈਂ ਐਥਲੈਟਿਕਸ ਵੀ ਕਰਦਾ, ਮੈਂ ਪੰਜਾਬ ਯੂਨੀਵਰਸਿਟੀ ਤੋਂ ਖੇਡਦਾ ਵੀ ਹਾਂ। So if you guys are watching him on Instagram, you are thinking कि ये सिर्फ यही काम कर रहे ने और ये सब चीज़ा, but there comes ਇੱਕ ਜਦ ਸਕਸੈਸ ਆਉਂਦੀ ਉਹਦੇ ਪਿੱਛੇ ਇੱਕ ਹਿਸਟਰੀ ਵੀ ਹੁੰਦੀ ਹੈ, ਔਰ ਉਹ ਤੁਹਾਨੂੰ ਉਹ ਸਕਸੈਸ ਤਦ ਹੀ ਹਾਸਲ ਹੁੰਦੀ ਜਦ ਤੁਸੀਂ ਇੱਕ ਪਿੱਛੇ ਸਫ਼ਰ ਤੈਅ ਕਰਕੇ ਆਏ ਹੋ। ਮੈਂ ਇੱਕ ਰੀਅਲ ਏਸਟੇਟ ਦੇ ਵਿੱਚ ਸੀਗਾ, ਮੈਨੂੰ ਆਈ ਥਿੰਕ ਸਾਲ ਮੈਂ ਕੰਮ ਕੀਤਾ, ਸਭ ਕੁਝ ਠੀਕ ਚੱਲ ਰਿਹਾ ਸੀ ਉਹਦੇ ਵਿੱਚ, ਕਿਉਂਕਿ ਮੈਂ ਮੇਰੇ ਕਲਾਇੰਟਸ ਨਾਲ ਬਹੁਤ ਵਧੀਆ ਇੰਟਰੈਕਸ਼ਨ ਸੀ। ਮੈਂ ਮਾਈਂਡ ਰੀਡ ਤਾਂ ਪਹਿਲਾਂ ਹੀ ਕਰ ਲੈਂਦਾ ਸੀ, ਮੈਨੂੰ ਪਤਾ ਸੀ ਇਹ ਕੋਈ ਪ੍ਰਾਪਰਟੀ ਲੈਣ ਵਾਲਾ ਹੈ ਜਾਂ ਨਹੀਂ ਲੈਣ ਵਾਲਾ, ਤਾਂ ਮੈਨੂੰ ਪਹਿਲਾਂ ਪਤਾ ਲੱਗਦਾ ਸੀ। ਦੋ ਚੀਜ਼ਾਂ ਨੂੰ ਕਲੱਬ ਕਰਕੇ ਚੱਲ ਰਹੇ ਸੀਗੇ, ਐਕਸੈਸਿੰਗ ਹਿਸ ਮਾਈਂਡ ਆਲਸੋ। ਐਗਜ਼ੈਕਟਲੀ, ਮੈਂ ਇਸੇ ਚੀਜ਼ ਦੇ ਵਿੱਚ ਕਰ ਰਿਹਾ ਸੀਗਾ। ਦੂਸਰਾ ਕੀ ਹੈ, ਇੱਕ ਮੈਂ ਕਲਾਇੰਟ ਦੇ ਕੋਲ ਜਾ ਰਿਹਾ ਸੀ ਔਰ ਮੈਂ ਐਕਟਿਵਾ, ਮੇਰੀ ਐਕਟਿਵਾ ਸਕਿਡ ਕਰ ਗਿਆ, ਆਈ ਮੈਟ ਵਿਦ ਐਨ ਐਕਸੀਡੈਂਟ, ਤਾਂ ਮੇਰੀ ਇੱਕ ਲੈਫਟ ਆਈ ਦੇ ਨੀਚੇ ਸੱਟ ਲੱਗੀ ਸੀ ਕਾਫੀ ਜ਼ਿਆਦਾ। ਇਹ ਆਪਰੇਟ ਹੋਇਆ ਸੀ। ਤਾਂ ਤੁਸੀਂ ਮੰਨ ਲਓ ਮੈਂ ਕਾਫੀ ਜ਼ਿਆਦਾ ਫਰਸਟ੍ਰੇਟ ਵੀ ਚੱਲ ਰਿਹਾ ਸੀ ਜੌਬ ਤੋਂ, ਉਸ ਚੀਜ਼ ਤੋਂ ਮੈਂ ਤਾਂ ਛੱਡ ਨਹੀਂ ਹੋ ਰਹੀ ਸੀ, ਮੈਂ ਕੋਈ ਚੀਜ਼ ਛੱਡ ਨਹੀਂ ਪਾਉਂਦਾ, ਮੈਂ ਤਾਂ ਕਿਸੇ ਨੂੰ ਨਾ ਨਹੀਂ ਕਰ ਹੁੰਦੀ ਸੀ, ਤਾਂ ਮੈਂ ਤਾਂ ਛੱਡ ਨਹੀਂ ਪਾ ਰਿਹਾ ਸੀ, ਤਾਂ ਮੈਂ ਕੰਟੀਨਿਊਸਲੀ ਕਰੀ ਜਾ ਰਿਹਾ ਸੀ। ਤਾਂ ਉਸ 'ਤੇ ਮੈਨੂੰ ਇੱਕ ਬ੍ਰੇਕ ਮਿਲ ਗਿਆ, ਮੈਨੂੰ ਮੇਰੀ ਕਮ ਸੇ ਕਮ 20-25 ਦਿਨ ਦੀ ਬੈੱਡ ਰੈਸਟ ਹੋ ਗਈ। ਹੁਣ ਮੇਰੇ ਕੋਲ ਮੇਰੇ ਫੋਨ ਦੇ ਵਿੱਚ ਡੇਟਾ ਤਾਂ ਸ਼ੁਰੂ ਤੋਂ ਸੀਗਾ ਕਿ ਮੈਂ ਆਹ ਚੀਜ਼ਾਂ ਦਾ, ਬਟ ਮੈਂ ਪੋਸਟ ਨਹੀਂ ਕਰ ਪਾ ਰਿਹਾ ਸੀ, ਕੌਣ ਐਨੀ ਐਡੀਟਿੰਗ ਕਰੂ, ਮੇਰੇ ਕੋਲ ਟਾਈਮ ਨਹੀਂ ਹੁੰਦਾ ਸੀ। ਸਵੇਰੇ ਅੱਛਾ, ਤੁਹਾਡੇ ਕੋਲ ਵੀਡੀਓ ਸੀਗੀਆਂ ਜੋ ਤੁਸੀਂ ਕਰ ਰਹੇ ਸੀਗੇ, ਮਾਈਂਡ ਰੀਡਿੰਗ ਐਂਡ ਆਲ ਦੋਸ ਵੀਡੀਓਜ਼ ਵਰ देयर ਇਨ ਯਰ ਫੋਨ? ਵੀਡੀਓਜ਼ ਸੀਗੀਆਂ ਬਟ ਮੈਂ ਪਾ ਨਹੀਂ ਪਾ ਰਿਹਾ ਸੀ। ਮੈਂ ਤੁਹਾਨੂੰ ਪਤਾ ਮੈਂ ਵੀਡੀਓਜ਼ ਵੀ ਕਿਵੇਂ ਸੀ, ਮੇਰੇ ਕੋਲ ਆ ਤਾਂ ਫੋਨ ਮੈਂ ਹੁਣੇ, ਮੇਰੇ ਕੋਲ ਆਈਫੋਨ ਹੈ, ਮੈਂ ਉਹ ਤਾਂ ਹੁਣੇ ਲਿੱਤਾ, ਅਜੇ 2 ਮਹੀਨੇ ਵੀ ਨਹੀਂ ਹੋਏ। ਇਸ ਤੋਂ ਪਹਿਲਾਂ ਮੇਰੇ ਕੋਲ ਇੱਕ ਐਂਡਰੋਇਡ ਫੋਨ ਸੀਗਾ, ਜਿੰਨਾ ਹੁਣ ਲੈ ਸਕਦੇ ਮੈਂ ਉਹਨੇ ਲਿੱਤਾ। ਤਾਂ ਮੈਂ ਉਹ ਕੀ ਕਰਦਾ ਸੀ, ਮੈਂ ਗਰੁੱਪ ਦੇਖਦਾ ਸੀ ਜਿਹਦੇ ਕੋਲ ਆਈਫੋਨ ਹੈਗਾ, ਉਹਨਾਂ ਨਾਲ ਹੀ ਵੀਡੀਓ ਬਣਾਉਣੀ, ਕਿਉਂ ਮੈਨੂੰ ਵੀਡੀਓ ਚਾਹੀਦੀ ਹੁੰਦੀ ਸੀ। ਹੁਣ ਤੁਹਾਨੂੰ ਪਤਾ ਇੰਸਟਾਗ੍ਰਾਮ YouTube ਤੇ ਉਹੀ ਵੀਡੀਓ ਚੱਲਦੀ ਹੈ, ਥੋੜਾ ਜਿਹਾ ਕੁਆਲਿਟੀ ਵਧੀਆ ਹੋਏ, ਇਹ ਤਾਂ ਮੇਰੇ ਫੋਨ ਦੇ ਵਿੱਚ ਨਹੀਂ ਕੁਆਲਿਟੀ ਵਧੀਆ ਆਉਂਦੀ ਸੀ। ਤਾਂ ਮੈਂ ਉਹਨਾਂ ਤੋਂ ਬਣਵਾਉਂਦਾ ਸੀ, ਕਈ ਵਾਰ ਉਹ ਭੇਜਦੇ ਸੀ WhatsApp ਡਾਕੂਮੈਂਟ ਦੇ ਵਿੱਚ, ਕਈ ਵਾਰ ਨਹੀਂ ਭੇਜਦੇ ਸੀ, ਨਹੀਂ ਰਹਿੰਦੀ ਸੀ, ਉਹ ਰਹਿ ਜਾਂਦੀ ਸੀ, ਫਿਰ ਉਹ ਕੁਆਲਿਟੀ ਖਰਾਬ ਹੋ ਜਾਂਦੀ ਸੀ, ਯੂ ਕੁਡਨਟ ਪੋਸਟ ਇਟ। ਮੇਰੇ ਸੱਟ ਲੱਗੀ ਤਾਂ ਮੈਨੂੰ ਕਮ ਸੇ ਕਮ 25 ਦਿਨ ਦੀ ਬੈੱਡ ਰੈਸਟ ਸੀਗੀ ਘਰੇ, ਤਾਂ ਉਸ ਟਾਈਮ ਮੈਨੂੰ ਟਾਈਮ ਮਿਲਿਆ ਉਹ ਪੋਸਟ ਨੂੰ ਐਡਿਟ, ਉਹ ਚੀਜ਼ਾਂ ਨੂੰ ਐਡਿਟ ਕਰਨ ਦਾ, ਫਿਰ ਪੋਸਟ ਕਰਨ ਦਾ। ਤਾਂ ਮੇਰੀ ਇੱਕ ਰੈਂਡਮਲੀ ਇੱਕ ਰੀਲ ਨੇ ਪੋਸਟ ਫੜ ਲਈ, ਤਾਂ ਉਸ ਤੋਂ ਬਾਅਦ ਫਿਰ ਮੈਂ ਜੌਬ ਵੀ ਛੱਡਤੀ। So that was not a paid promotion, that was nothing like ਕਿ ਤੁਸੀਂ ਕਿਸੇ ਸੋਸ਼ਲ ਮੀਡੀਆ ਨੂੰ ਕਿਸੇ ਨੂੰ ਹੈਂਡਲ ਕਰਨ ਨੂੰ ਦਿੱਤਾ ਸੀਗਾ, there was nothing like that। ਕੁਝ ਵੀ ਨਹੀਂ, ਮੈਂ ਸਭ ਕੁਝ ਆਪੇ ਕੀਤਾ। ਮੈਂ ਕਦੀ ਸੋਚਿਆ ਵੀ ਨਹੀਂ ਸੀ ਐਵੇਂ ਦਾ ਕੁਝ ਹੁੰਦਾ, ਸੋਸ਼ਲ ਮੀਡੀਆ ਮੈਨੇਜਰ ਵੀ ਹੁੰਦੇ, ਬੜਾ ਕੁਝ ਆ ਗਿਆ ਚੀਜ਼ਾਂ ਹੁੰਦਾ। ਤੁਹਾਨੂੰ ਪਤਾ ਜਿੰਨਾ ਮੈਂ ਅਰਨ ਕਰ ਰਿਹਾ ਸੀ ਉਸ ਟਾਈਮ ਤੇ, ਅੱਜ ਮੈਂ ਆਪਣੇ ਅੰਡਰ ਬੰਦਿਆਂ ਨੂੰ ਪੇ ਕਰ ਰਿਹਾ ਮੇਰਾ ਹੈਂਡਲ ਕਰਨ ਲਈ। ਵਾਓ। ਤੇ ਉਹ ਚੀਜ਼ ਦੇਖ ਕੇ ਮੈਨੂੰ ਕਾਫੀ ਹੁੰਦਾ ਕਿ ਹਾਂ ਕਿੱਥੋਂ ਤੱਕ ਆਇਆ। This journey is of how many months after your accident? It's been like 6.5 months. Wow। मतलब योर इंस्टाग्राम प्रोफाइल से समथिंग एल्स, इतना लगता है कि हाँ यार ही हैज गेन्ड सो मच ऑफ लव। ਕਰ ਮੈਂ ਸ਼ੁਰੂ ਤੋਂ ਰਿਹਾ, ਬਟ ਮੈਂ ਇੰਸਟਾਗ੍ਰਾਮ 6.5 ਮਹੀਨੇ ਤੋਂ ਸ਼ੁਰੂ ਕੀਤਾ। ਮੈਂ ਕਰ ਪਹਿਲਾਂ ਤੋਂ ਰਿਹਾ, ਕਾਫੀ ਟਾਈਮ ਤੋਂ ਇਸ ਚੀਜ਼ ਦੇ ਵਿੱਚ ਆ, ਬਟ ਕਦੀ ਪ੍ਰੋਫੈਸ਼ਨਲੀ ਆਉਣ ਦਾ ਨਹੀਂ ਸੋਚਿਆ ਸੀ। ਪ੍ਰੋਫੈਸ਼ਨਲੀ ਆਉਣ ਦਾ ਮੈਂ ਅਜੇ 3-3.5 ਮਹੀਨੇ ਪਹਿਲਾਂ ਹੀ ਸੋਚਿਆ ਕਿ ਹਾਂ ਮੈਂ, ਅਗਰ ਮੈਨੂੰ ਪਤਾ ਮੈਂ ਇੰਨਾ ਰੀਅਲੀ ਇੰਨਾ ਜ਼ਿਆਦਾ ਬਲੈਸਡ ਫੀਲ ਕਰਦਾ ਕਿ ਯੂਨੀਵਰਸ ਨੇ ਮੈਨੂੰ ਇੰਨਾ ਕੈਪੇਬਲ ਬਣਾਇਆ ਕਿ ਮੇਰੇ ਵਜ੍ਹਾ ਤੋਂ ਲੋਕ ਅਗਰ ਚੈਨ ਨਾਲ ਸੋ ਪਾ ਰਹੇ ਆ, ਉਹਨੂੰ ਡਿਪਰੈਸ਼ਨ ਫਰੀ ਸੋ ਪਾਉਂਦੇ ਆ, ਓਵਰ ਥਿੰਕਿੰਗ ਫਰੀ ਸੋ ਪਾਉਂਦੇ ਆ, ਕਿ ਮੇਰੇ ਨਾਲ ਗੱਲ ਕਰੇ ਉਹਨਾਂ ਨੂੰ ਇੱਕ ਸੋਲੂਸ਼ਨ ਮਿਲ ਜਾਂਦਾ। ਹਾਊ ਆਰ ਯੂ ਡੂਇੰਗ ਦੈਟ? ਉਹ ਕਿਦਾਂ ਕਰ ਰਹੇ ਹੋ ਤੁਸੀਂ? ਮਤਲਬ ਕਿੱਦਾਂ ਤੁਸੀਂ ਲੋਕਾਂ ਨੂੰ ਡਿਪਰੈਸ਼ਨ ਜਾਂ ਓਵਰ ਥਿੰਕਿੰਗ ਤੋਂ ਰਿਡ ਆਫ ਕਰਵਾ ਰਹੇ ਹੋ? ਸੀ ਮੈਂ ਤੁਹਾਨੂੰ ਦੱਸਾਂ, ਮੈਂ ਤਾਂ ਸ਼ੁਰੂ 'ਚ ਮੇਰੇ ਅੰਦਰ ਨਾ ਇੰਟੂਇਸ਼ਨ ਪਾਵਰ ਬਹੁਤ ਵਧੀਆ ਸੀ। ਮੈਂ ਕਦੀ ਨਹੀਂ ਸੋਚਿਆ ਕਿ ਮੈਂ ਇਸ ਚੀਜ਼ ਦੇ ਵਿੱਚ ਆਉਂਗਾ। ਮੈਂ ਇੱਕ ਚੀਜ਼ ਅੱਜ ਸ਼ੁਰੂ ਕੀਤਾ ਮੈਨੀਫੈਸਟੇਸ਼ਨ ਦਾ ਵਿੱਚ, ਕਿਉਂਕਿ ਮੈਂ ਕੋਈ ਵੀ ਚੀਜ਼ ਮੈਨੀਫੈਸਟ ਕਰਵਾਉਂਦਾ। ਵਨ ਆਫ ਦ ਥਿੰਗ ਹੈ ਮੇਰੀ ਕॉल मैनिफेस्टेशन। लगता बता दो, बताना यार। बहुत सारी सेलिब्रिटीज है, पर एक सेलिब्रिटी का नाम सोचिए। अच्छा, किसी भी तरह से मैं नाम बता सकता हूँ। थिंक ऑफ द वेरी फर्स्ट अल्फाबेट इन योर माइंड। कोई लिपसिंग वगैरह मत करना, शेक करो। थिंक ऑफ द वेरी फर्स्ट अल्फाबेट। के से स्टार्ट होता है, के से स्टार्ट होता है। यू थिंक ऑफ अ बिग नेम, लाइक 2 वर्ड्स का नाम हो। सेकंड उसकी क्लास करते हैं, फर्स्ट उसका नाम है, एंड ऑब्वियसली द पर्सन इज अ फीमेल। हां, अच्छा ओके। कभी बात हुई है उससे वैसे? हाँ, मिले भी हो ना? एक दो बार। सो अगली बार अगर मिलोगे ना तो कियारा एडवाणी को मेरा है बोलो। हाँ
Good one, brother. ਸਿਰਫ ਕਾਲ ਮੈਨੀਫੈਸਟੇਸ਼ਨ ਹੀ ਨਹੀਂ, ਤੁਸੀਂ ਮੇਰੀ ਪ੍ਰੋਫਾਈਲ ਦੇ ਵੀ ਸਿਰਫ ਕਾਲ ਮੈਨੀਫੈਸਟੇਸ਼ਨ ਦੇਖੀ ਹੋਗੀ। ਆਪਾਂ ਮੈਂ ਤਾਂ ਕੋਈ ਵੀ ਚੀਜ਼ ਮੈਨੀਫੈਸਟ ਕਰਾ ਦਿੰਦਾ ਬਹੁਤ ਜਲਦੀ। ਵੀ ਸੌ ਦੈਟ ਨੀਚੇ ਅਸੀਂ ਬਸ ਦੇਖਿਆ ਸਾਨੂੰ ਇੱਕ ਰਾਈਟ ਵੇ ਤੇ ਰਾਈਟ ਟੈਕਨੀਕ ਪਤਾ ਹੋਣੀ ਚਾਹੀਦੀ ਹੈ। ਸਿਰਫ ਇੱਕ ਰਾਈਟ ਵੇ ਤੇ ਇੱਕ ਰਾਈਟ ਟੈਕਨੀਕ ਪਤਾ ਹੋਣੀ ਚਾਹੀਦੀ ਹੈ, ਤੁਸੀਂ ਕੋਈ ਵੀ ਚੀਜ਼ ਮੈਨੀਫੈਸਟ ਕਰ ਲਓਗੇ। ਅੱਜ ਕੱਲ੍ਹ ਪਤਾ ਕੀ ਹੈ, ਅੱਜ ਕੱਲ੍ਹ ਸਾਰਿਆਂ ਨੂੰ ਪਤਾ ਹੈ, ਬੱਚੇ ਨੂੰ ਪਤਾ ਹੈ ਮੈਨੀਫੈਸਟੇਸ਼ਨ ਕੀ ਹੈ। YouTube ਦੇ ਵਿੱਚ ਤੁਸੀਂ ਦੇਖੋਗੇ ਨਾ, ਤੁਹਾਨੂੰ ਇੱਕ ਦਿਨ ਲੱਗ ਜਾਊਗਾ ਪਰ ਵੀਡੀਓਜ਼ ਖਤਮ ਨਹੀਂ ਹੋਣਗੇ ਸਕਰੋਲ ਕਰਨ ਦੇ ਵਿੱਚ। ਆਈ ਐਗਰੀ। ਇੱਕ ਦਿਨ ਲੱਗ ਜਾਊਗਾ, ਵੀਡੀਓਜ਼ ਖਤਮ ਨਹੀਂ ਹੋਣਗੇ, ਇੰਨਾ ਕੁਝ ਹੈ। ਬਟ ਪਤਾ ਕਿ ਜੇ ਤੁਸੀਂ ਇੱਕ ਵੀਡੀਓ ਦੇਖੋਗੇ, ਅਗਲੀ ਵੀਡੀਓ ਵੱਲ ਦੁਬਾਰਾ ਆਓਗੇ ਨਾ, ਤਾਂ ਅਗਲੀ ਵੀਡੀਓ ਕੁਝ ਹੋਰ ਕਹਿ ਰਹੀ ਹੋਗੀ, ਤੀਸਰੀ ਵੀਡੀਓ ਕੁਝ ਹੋਰ ਕਹਿ ਰਹੀ ਹੋਗੀ। ਉਹ ਕੰਟਰਡਿਕਟਰੀ ਹੁੰਦਾ ਆ। ਕੋਈ ਕਹਿ ਰਿਹਾ ਕਿ ਤੁਸੀਂ ਪਾਣੀ ਦੇ ਨਾਲ ਆਪਣੀ ਵਿਸ਼ ਮੈਨੀਫੈਸਟ ਕਰ ਸਕਦੇ ਹੋ, ਕੋਈ ਕਹਿੰਦਾ ਕੋਈ ਨੂੰ ਅੱਗ ਲਾ ਦਿਓ, ਕੋਈ ਕਹਿੰਦਾ ਕੋਈ ਉਹਨੂੰ ਲਿਖ ਦਿਓ, ਕੋਈ ਕਹਿੰਦਾ ਕਿ ਕਿਸੇ ਦਾ ਨਾਮ ਲਿਖ ਕੇ ਯੂ ਸਪ੍ਰਿੰਕਲ ਸਮਥਿੰਗ ਐਂਡ ਦੈਨ ਯੂ ਕੈਨ ਮੈਨੀਫੈਸਟ ਦੈਟ ਗਾਇ ਔਰ ਦਿਸ, ਮਤਲਬ ਆਪਣੇ ਦ ਸਟੂਪਿਡ ਵੀਡੀਓਜ਼ ਵੀ ਸੀ ਦੈਟ ਐਂਡ ਪੀਪਲ ਆਰ ਬਿਲੀਵਿੰਗ ਇਟ। ਤੁਹਾਨੂੰ ਪਤਾ ਕਿਉਂ ਹੈ? ਦੈਟ ਇਜ਼ ਅ ਰੀਅਲ ਥਿੰਗ। ਐਗਜ਼ੈਕਟਲੀ, ਮੈਂ ਰੀਜ਼ਨ ਦੱਸਦਾ। ਮੈਨੀਫੈਸਟੇਸ਼ਨ ਨੂੰ ਅੱਜ ਲੋਕਾਂ ਨੇ ਬਿਜ਼ਨਸ ਬਣਾ ਲਿਆ, ਬਹੁਤ ਵੱਡਾ ਬਿਜ਼ਨਸ ਬਣਾ ਲਿਆ। ਤੁਹਾਨੂੰ ਪਤਾ ਮੈਨੀਫੈਸਟੇਸ਼ਨ ਤੁਸੀਂ ਸੁਣਿਆ ਕਿ ਰੈੱਡ ਪੈਨ ਨਾਲ ਲਿਖੋ ਤਾਂ ਵਿਸ਼ ਪੂਰੀ ਹੁੰਦੀ ਹੈ। ਹਾਂ, ਇਸ ਚੀਜ਼ ਨਾਲ ਨਾ ਰੈੱਡ ਪੈਨ ਦੇ ਰੇਟ ਵੱਧ ਗਏ। ਰੈੱਡ ਪੈਨ ਤੇ 3 ਗੁਣਾ ਰੇਟ ਵੱਧ ਗਿਆ ਰੈੱਡ ਪੈਨ ਦੇ, ਕਿ ਰੈੱਡ ਪੈਨ ਨਾਲ ਲਿਖੋ ਯੈਲੋ ਪੇਪਰ ਦੇ ਉੱਤੇ ਤਾਂ ਹੀ ਹੋਊਗਾ। ਹੁਣ ਮੈਨੂੰ ਆਹ ਸਮਝ ਨਹੀਂ ਆਉਂਦਾ ਕਿ ਯੂਨੀਵਰਸ ਕਲਰ ਬਲਾਈਂਡ ਤਾਂ ਹੈ ਨਹੀਂ ਹੈ। ਐਗਜ਼ੈਕਟਲੀ ਕਲਰ ਬਲਾਈਂਡ ਤਾਂ ਹੈ ਨਹੀਂ ਯੂਨੀਵਰਸ, ਹੈ ਨਾ। ਅਗਰ ਤੁਸੀਂ ਆਪਾਂ ਬਲੂ ਪੈਨ ਨਾਲ ਵੀ ਲਿਖ ਰਹੇ ਹੋ ਤਾਂ ਇਹਦਾ ਮਤਲਬ ਆ ਨਹੀਂ ਹੈ ਨਾ ਕਿ ਉਹ ਚੀਜ਼ ਪੂਰੀ ਨਹੀਂ ਹੋਏਗੀ। ਸਭ ਤੋਂ ਮੇਨ ਪਤਾ ਕਿ ਤੁਹਾਡਾ ਇੰਟੈਂਸ਼ਨ ਕੀ ਹੈ, ਉਹ ਮੈਟਰ ਕਰਦਾ। ਤੁਹਾਡੇ ਅੰਦਰ ਜੋ ਕਨਫਲਿਕਟਿੰਗ એનર્ਜੀਜ਼ ਹੈ ਨਾ, ਅੱਜ ਕੱਲ੍ਹ ਆਪਾਂ ਸਾਰੇ ਮੈਨੀਫੈਸਟ ਕਰਦੇ ਹਾਂ ਕਿ ਸਾਨੂੰ ਆਹ ਮਿਲ ਜਾਏ, ਅਸੀਂ ਵਿਜ਼ੂਅਲਾਈਜ਼ ਕਰਦੇ ਹਾਂ ਆਹ ਮਿਲ ਜਾਏ, ਸਭ ਨੂੰ ਪਤਾ ਕਿ ਕਿਵੇਂ ਕੁਝ ਕਰਨਾ ਹੈ। ਬਟ ਲੋਕਾਂ ਨੂੰ ਆਈ ਨਹੀਂ ਪਤਾ, ਮੈਕਸਿਮਮ ਲੋਕਾਂ ਨੂੰ, ਕਿ ਵਾਟ ਨਾਟ ਟੂ ਡੂ ਡੂਰਿੰਗ ਦ ਮੈਨੀਫੈਸਟੇਸ਼ਨ। ਐਂਡ ਵਾਟ ਇਜ਼ ਦੈਟ? ਸਾਡੀ ਕਨਫਲਿਕਟਿੰਗ એનર્ਜੀ ਜਦ ਤੱਕ ਸਾਡੇ ਅੰਦਰ ਹੈ, ਤੁਹਾਨੂੰ ਪਤਾ ਅਸੀਂ 10-15 ਮਿੰਟ 20 ਮਿੰਟ ਤਾਂ ਵਿਜ਼ੂਅਲਾਈਜ਼ ਕਰ ਲੂੰਗੇ, ਮਿਲ ਰਹੀ ਹੈ। ਬਾਕੀ ਦੇ 23 ਘੰਟੇ 40 ਮਿੰਟ ਤਾਂ ਉਹੀ ਨੈਗੇਟਿਵ ਰਹਿੰਦੇ ਨਾ, ਯਾਰ ਨਹੀਂ ਹੋਈ ਤਾਂ ਕੀ ਹੋਊਗਾ। ਆਲਰੇਡੀ 15-20 ਬੈਕਅਪ ਪਲਾਨ ਲੈ ਕੇ ਚੱਲ ਰਹੇ ਹੁੰਦੇ ਆ, ਉਹ ਚੀਜ਼ ਹੁੰਦੀ ਹੀ ਨਹੀਂ ਹੈ ਨਾ। ਫਿਰ ਜਦ ਤੱਕ ਕਿੰਨਾ ਤੁਸੀਂ ਜਿੰਨਾ ਮਰਜ਼ੀ ਤੁਸੀਂ ਪੋਜ਼ਿਟਿਵ ਰਹਿ ਲਓ, ਕਿ ਤੁਹਾਡੇ ਅੰਦਰ ਨੈਗੇਟਿਵ ਚੀਜ਼ ਹੈ ਨਾ, ਤਾਂ ਉਹ ਚੀਜ਼ ਨਹੀਂ ਪੂਰੀ ਹੋ ਸਕਦੀ। ਮੈਂ ਆਪਣੇ ਸੈਸ਼ਨ ਵਿੱਚ ਇਵਨ ਸੈਸ਼ਨਸ ਵੀ ਕਰਦਾ ਮੈਨੀਫੈਸਟੇਸ਼ਨ ਦੇ, ਮੇਰੇ ਇੰਸਟਾਗ੍ਰਾਮ ਦੇ ਉੱਤੇ ਜਿਵੇਂ ਮੈਂ ਕਰਦਾ, ਮੈਂ 1-on-1 ਕੰਸਲਟੇਸ਼ਨ ਸੈਸ਼ਨ ਵੀ ਕਰਦਾ। ਮੇਰਾ ਮੇਨ ਜੋ ਮੋਟਿਵ ਹੁੰਦਾ ਨਾ, ਉਹ ਉਸੇ ਚੀਜ਼ ਤੇ ਹੁੰਦਾ, ਨੈਗੇਟਿਵ એનર્ਜੀ ਦੇ ਉੱਤੇ। ਸਿਰਫ ਤੁਸੀਂ ਮਤਲਬ ਪੋਜ਼ਿਟਿਵਲੀ ਆਪਣੇ ਦਿਮਾਗ ਦੇ ਵਿੱਚ ਇੱਕ ਚੀਜ਼ ਪੋਜ਼ਿਟਿਵ ਐਸਪੈਕਟ ਨਾਲ ਸੋਚਣੀ, ਦੈਟ ਬਸ ਮੇਜਰ ਆ ਚੀਜ਼ ਹੈ। 1 ਸਟੈਪ ਆ ਹੈ, ਬਾਕੀ ਹੋਰ ਚੀਜ਼ਾਂ ਹੈ ਕਾਫੀ, ਬਟ ਆਪਾਂ ਫਰਸਟ ਬੇਸਿਕ ਸਟੈਪ ਜਦ ਤੱਕ ਆ ਹੀ ਨਹੀਂ ਹੈ ਤਾਂ ਆਪਾਂ ਕੋਈ ਵੀ ਚੀਜ਼ ਕਰ ਨਹੀਂ ਸਕਦੇ, ਕੋਈ ਵੀ ਚੀਜ਼ ਮੈਨੀਫੈਸਟ ਨਹੀਂ ਕਰ ਸਕਦੇ। ਅਗਰ ਉਸ ਪਰਸਨ ਦੀ ਕਾਲ ਆ ਜਾਵੇ ਤਾਂ ਉਸ ਪਰਸਨ ਦੀ ਤਾਂ It's next to miracle. I would really say because ਮੇਰੇ ਨੂੰ literally 8-9 ਸਾਲ ਕਾਲ ਵਾਲੀ ਚੀਜ਼ ਤਾਂ ਪੋਸੀਬਲ ਹੀ ਨਹੀਂ ਹੈ, ਕਿਉਂਕਿ ਯੂ ਥਿੰਕ ਕਿ ਉਹ ਪਰਸਨ ਕਿਵੇਂ ਕੋ ਸਾਨੂੰ 7-8 ਸਾਲ ਹੋ ਗਏ ਹੈ ਨਾ, ਉਸ ਪਰਸਨ ਨਾਲ ਗੱਲ ਨਹੀਂ ਹੋਈ। ਮੇਰੀ ਆਪਣੇ ਫੋਨ ਇੱਕ ਵਾਰ ਲੈਟਸ ਡੂ ਵਨ ਡੇ। ਸੋ ਦਿਸ ਇਜ਼ ਯੋਰ ਫੋਨ ਰਾਈਟ ਨਾਓ। ਉਸ ਤੋਂ ਪਹਿਲਾਂ ਤੁਸੀਂ ਤੁਹਾਡੇ ਮਾਈਂਡ ਦੇ ਵਿੱਚ ਇੱਕ ਨਾਮ ਹੈ, 5 ਅੱਖਰਾਂ ਦਾ ਨਾਮ ਹੈ, ਉਹਦੇ ਨਾਲ ਕੋਈ ਮੈਮਰੀ ਸੋਚ ਸਕਦੇ ਹੋ ਕਿ ਕੁਝ ਯਾਦ ਹੈ ਉਹਦੇ ਨਾਲ, ਕੁਝ ਕਾਲਜ ਟਾਈਮ ਦੇ ਨਾਲ ਵੀ, ਕਾਲਜ ਟਾਈਮ ਦੇ ਵਿੱਚ ਨਾਲ ਸੀਗੀ, the way she looks and the way you used to do things together, ਉਹ ਸਾਰੀ ਉਹ ਚੀਜ਼ਾਂ ਯਾਦ ਆ ਰਹੀਆਂ, ਤਾਂ ਸਾਰੀ ਚੀਜ਼ਾਂ ਯਾਦ ਆ ਰਹੀਆਂ। ਉਹ ਯੂਜੂਅਲੀ ਤੁਹਾਨੂੰ ਫੋਨ ਕਰਦੀ ਸੀ ਉਸ ਟਾਈਮ ਤੇ। ਹਾਂ, ਅੱਛਾ, ਰੈਗੂਲਰ। ਤੁਹਾਡਾ ਨੰਬਰ ਸੇਵ ਉਸ ਫੋਨ ਦੇ ਵਿੱਚ, ਇਸ ਫੋਨ ਦੇ ਵਿੱਚ ਉਹਦਾ ਉਸ ਟਾਈਮ ਤੇ ਨਹੀਂ, ਨੰਬਰ ਵੀ ਸੇਵ ਨਹੀਂ ਹੈ? ਨਹੀਂ। ਓ ਮਾਈ ਗॉड, ਠੀਕ ਹੈ। ਕੈਨ ਯੂ ਓਪਨ योर फोन, एक बार डायल पैड ओपन करो, डायल पैड ओपन करना या डायल पैड ओपन करके अपने फोन ਨੂੰ ਇੱਧਰ ਰੱਖ ਦੇਣਾ। ਜਸੋ ਦਿਸ ਇਜ਼ ਯੋਰ ਫੋਨ ਰਾਈਟ, ਦਿਸ ਵੈਰੀ ਫਰਸਟ ਟਾਈਮ ਟੱਚਿੰਗ ਯੋਰ ਫੋਨ। ਤੁਸੀਂ ਇਮੇਜਿਨ ਕਰਨਾ ਉਹ ਤੁਹਾਨੂੰ ਕਾਲ ਕਰ ਰਹੀ ਹੈ ਰਾਈਟ ਨਾਓ। ਤੁਸੀਂ ਮੈਨੀਫੈਸਟੇਸ਼ਨ ਦੇ ਉੱਤੇ ਬਿਲੀਵ ਕਰਦੇ ਹੋ? Yeah, after talking to you, yes. Oh my God, I just want you to imagine, manifest करो। तो बस टच कर देना अपने हाथ में, टच कर दो फोन ਨੂੰ। या ਕਹਿੰਦੇ ਤੁਸੀਂ ਇਮੇਜਿਨ ਉਹਦੇ ਨਾਮ ਤੋਂ ਕਾਲ ਆ ਰਹੀ, ਤੁਸੀਂ ਮਾਈਂਡ ਦੇ ਵਿੱਚ ਨਾਮ ਸੋਚ ਰਹੇ ਹੋ ਰਾਈਟ ਨਾਓ। ਤੁਸੀਂ ਜੋ ਮਾਈਂਡ ਦੇ ਵਿੱਚ ਆਪਣੇ ਨਾਮ ਸੋਚ ਰਹੇ ਹੋ, ਦ ਸੇਮ ਨੇਮ, ਨੰਬਰ ਤੋਂ ਨਹੀਂ ਆਏਗੀ, ਦ ਸੇਮ ਨੇਮ ਆਟੋਮੈਟਿਕਲੀ ਉਹ ਤੁਹਾਡੇ ਮਾਈਂਡ ਦੇ ਵਿੱਚ ਅਦਰ ਨਾਮ ਆ ਜਾਏਗਾ। ਐਗਜ਼ੈਕਟਲੀ ਦ ਸੇਮ ਨੇਮ। ਕੈਨ ਯੂ ਜਸਟ ਇਮੇਜਿਨ, ਤੁਸੀਂ ਨਾ ਮੈਨੀਫੈਸਟ ਕਰੋ ਬਾਰ-ਬਾਰ, ਜੋ ਤੁਹਾਨੂੰ ਉਸ ਟਾਈਮ ਤੋਂ ਤੁਹਾਨੂੰ ਕਾਲ ਕਰਿਆ ਕਰਦੀ ਸੀ, ਤੁਹਾਨੂੰ ਕਾਲ ਕਰਦੀ ਸੀ, ਫਿਰ ਉਹ ਗ੍ਰੀਨ ਬਟਨ ਦਬਾਉਂਦੇ ਤੁਹਾਨੂੰ ਕਾਲ ਆ ਜਾਂਦੀ ਸੀ, ਤੁਸੀਂ ਉਹਦੇ ਨਾਲ ਗੱਲ ਕਰਦੇ ਸੀ। ਦ ਸੇਮ ਬੌਂਡ ਯੂ ਹੈਡ ਵਿਦ ਹਰ, ਇਹ ਲਾਈਫ ਟਾਈਮ ਐਕਸਪੀਰੀਅੰਸ ਹੋ ਜਾਏਗਾ ਤੁਹਾਡਾ, ਅਗਰ ਆ ਚੀਜ਼ ਪੋਸੀਬਲ ਹੋ ਜਾਂਦੀ ਹੈ। ਕੈਨ ਯੂ ਜਸਟ ਇਮੇਜਿਨ ਦ ਸੇਮ ਨੇਮ ਦੈਟ ਪਰਸਨ ਇਜ਼ ਕਾਲਿੰਗ ਯੂ ਰਾਈਟ ਨਾਓ? Jenny, was that the name? Jenny, was that the name? Jenny, huh? You want to pick Jenny? What am I naam se? Can I pick it? Call, Yeah. pick the call. Hello? 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 I'll tell you one thing, ਉਸ person ਨੂੰ ਪਤਾ ਵੀ ਨਹੀਂ ਲੱਗਦਾ ਉਹਦੇ ਫੋਨ ਤੋਂ ਕਾਲ ਮਿਲ ਜਾਂਦੀ। The same person you were thinking on your mind. ਉਹਨੇ ਨਿਊਜ਼ ਰੂਮ ਦੇ ਵਿੱਚ ਐਵਰੀਬਾਡੀ ਵਾਸ ਥਿੰਕਿੰਗ ਅਬਾਊਟ ਕਿ ਅਸੀਂ ਮੈਨੀਫੈਸਟ ਕਿੱਦਾਂ ਕਰ ਸਕਦੇ ਹਾਂ। ਮੈਂ ਕਿਸੇ ਚੀਜ਼ ਨੂੰ ਮੈਨੀਫੈਸਟ ਕਰ ਰਹੀ ਹਾਂ, ਬਟ ਉਹਨੂੰ ਕਰਦੇ ਕਰਦੇ ਸਾਲ ਲੱਗ ਗਿਆ ਮੈਨੂੰ। ਤੋ ਉਹ ਵੀ ਹੁੰਦਾ ਕਿ ਹਾਂ ਬਈ ਕਿਸੇ ਚੀਜ਼ ਨੂੰ ਅਸੀਂ ਕਰ ਰਹੇ ਹਾਂ, ਉਹ ਕਿਸ ਤਰੀਕੇ ਦੇ ਨਾਲ ਕਰ ਰਹੇ ਹਾਂ, ਔਰ ਕਿਸ ਇੰਟੈਂਸਿਟੀ ਨਾਲ ਕਰ ਰਹੇ ਹਾਂ, ਉਨੀ ਹੀ ਜਲਦੀ ਉਹ ਚੀਜ਼ ਪੋਸੀਬਲ ਹੋਏਗੀ। ਇਜ਼ ਦੇयर ਅ ਟਾਈਮ ਫਰੇਮ ਆਲਸੋ ਇਨ ਦੈਟ? ਟਾਈਮ ਫਰੇਮ ਡਿਪੈਂਡ ਕਰਦਾ ਤੁਹਾਡੀ ਇੰਟੈਂਸਿਟੀ ਕੀ ਹੈ ਉਸ ਚੀਜ਼ ਦੇ ਉੱਤੇ। ਸਭ ਤੋਂ ਮੇਜਰ ਆਸਪੈਕਟ ਤੁਹਾਡਾ ਗੋਲ ਵੀ ਕੀ ਹੈ, ਉਹ ਵੀ ਡਿਪੈਂਡ ਕਰਦਾ ਹੈ ਤੇ ਤੁਸੀਂ ਕੀ ਕਰ ਰਹੇ ਹੋ ਉਸ ਚੀਜ਼ ਵਾਸਤੇ। ਕਿਉਂਕਿ ਇੱਕ ਸਭ ਤੋਂ ਵੱਡਾ ਮੇਥ ਦੱਸਦਾ ਕਿ ਮੈਨੀਫੈਸਟ ਕਰੋ ਚੀਜ਼ ਮਿਲ ਜਾਂਦੀ ਹੈ। ਸੁਣਿਆ ਹੋਗਾ ਮੈਨੀਫੈਸਟੇਸ਼ਨ ਹੁੰਦਾ ਕੀ ਹੈ? ਟਰਨਿੰਗ ਥਾਟ ਇਨਟੂ ਰਿਐਲਿਟੀ। ਆਹੀ ਚੀਜ਼ ਹੈ, ਆਪਣੇ ਥਾਟਸ ਨੂੰ ਰਿਐਲਿਟੀ ਦੇ ਵਿੱਚ ਕਨਵਰਟ ਕਰਨਾ, ਇਹਨੂੰ ਮੈਨੀਫੈਸਟੇਸ਼ਨ ਕਹਿੰਦੇ। ਇੱਕ ਛੋਟੇ ਵਰਡ ਦੇ ਵਿੱਚ ਅਗਰ ਮੈਂ ਬੋਲਣਾ ਤਾਂ, ਇਹ ਤਾਂ ਮੈਂ ਤਾਂ ਬਹੁਤ ਵੱਡੀ ਡੈਫੀਨੇਸ਼ਨ ਹੈ, ਇੱਕ ਛੋਟੀ ਲਾਈਨ ਦੇ ਵਿੱਚ ਬੋਲਣਾ ਤਾਂ ਹੀ ਹੁੰਦਾ।
ਤੁਹਾਨੂੰ ਪਤਾ ਅਗਰ ਤੁਹਾਡੇ ਮਾਈਂਡ ਦੇ ਵਿੱਚ ਨੈਗੇਟਿਵ ਐਸਪੈਕਟ ਹੈ, ਮਾਈਂਡ ਦੇ ਵਿੱਚ ਕਿੰਨਾ ਵੀ ਹੈ, ਤੁਸੀਂ ਉਸ ਚੀਜ਼ ਨੂੰ ਜਿੰਨਾ ਮਰਜ਼ੀ ਮੈਨੀਫੈਸਟ ਕਰ ਲਓ, ਚੀਜ਼ ਪੂਰੀ ਨਹੀਂ ਹੋ ਪਾਏਗੀ, ਨਹੀਂ ਹੋ ਪਾਏਗੀ। ਕਦੀ ਸਾਨੂੰ ਐਵੇਂ ਲੱਗਦਾ ਕਿ ਆ ਚੀਜ਼ ਤਾਂ ਮੈਂ ਹੁਣੇ ਸੋਚੀ ਸੀ, ਆ ਚੀਜ਼ ਹੁਣੇ ਕਿਵੇਂ ਹੋਈ, ਇੱਕਦਮ ਤਾਂ ਹੋ ਗਈ, ਤੁਸੀਂ ਮੈਨੀਫੈਸਟ ਵੀ ਨਹੀਂ ਕੀਤਾ, ਤੁਸੀਂ ਬਸ ਸੋਚੀ ਸੀਗੀ। ਉਹ ਕਨੈਕਟ ਦੇ ਹੁੰਦਾ ਯੂਨੀਵਰਸ ਨਾਲ ਕਿੰਨਾ ਵਧੀਆ ਕਨੈਕਟ ਹੋ ਰਿਹਾ ਉਸ ਟਾਈਮ ਤੇ। ਜਿੱਦਾਂ ਉਹ ਕਹਿੰਦੇ ਹੁੰਦੇ ਕਿ ਸਾਡੇ ਬਜ਼ੁਰਗ ਕਹਿੰਦੇ ਸੀਗੇ ਨਾ ਕਿ ਕੁਝ ਗਲਤ ਨਾ ਬੋਲੋ, ਮੂੰਹ ਤੇ ਕਦੀ ਵੀ ਕਿਸੇ ਵੇਲੇ ਵੀ ਸਰਸਵਤੀ ਬੈਠ ਜਾਂਦੀ ਹੈ। ਇਹ ਮਤਲਬ ਇਹ ਪੁਰਾਣੀ ਗੱਲਾਂ ਹੁੰਦੀਆਂ, ਸਾਡੇ ਬਜ਼ੁਰਗਾਂ ਨੇ ਕਿਹਾ ਹੋਇਆ ਆ, ਤੇ ਉਹ ਕਈ ਵਾਰ ਸੱਚ ਵੀ ਹੋ ਜਾਂਦੀ ਸੀ। ਕਹਿੰਦੇ ਦਿਨ 'ਚ ਇੱਕ ਅਜਿਹਾ ਵੇਲਾ ਹੁੰਦਾ ਹੈ ਜਿਸ ਵੇਲੇ ਮੂੰਹ ਤੇ ਸਰਸਵਤੀ ਬੈਂਦੀ ਬੈਂਦੇ ਆ। ਕਨੈਕਟ ਦੀ ਗੱਲ ਹੁੰਦੀ ਹੈ, ਉਹ ਚੀਜ਼ ਸਾਨੂੰ ਕਨੈਕਟ ਸਾਡੇ ਯੂਨੀਵਰਸ ਨਾਲ ਹੁੰਦੀ ਹੈ। ਐਗਜ਼ੈਕਟਲੀ ਇਟਸ ਜਸਟ ਲਾਈਕ ਡੋਂਟ ਯੂ ਫੀਲ ਓਵਰ ਦ ਟਾਈਮ ਸਪੈਨ ਜੋ ਸਾਡੇ ਵੱਡੇ ਵਡੇਰੇ ਕਹਿ ਕੇ ਜਾਂਦੇ ਸੀ, ਇਹ ਕਹਿੰਦੇ ਹੁੰਦੇ ਸੀਗੇ, ਅਸੀਂ ਉਹਨਾਂ ਚੀਜ਼ਾਂ ਨੂੰ ਬਸ ਇੱਕ ਨਵਾਂ ਆਊਟਲੁੱਕ ਦੇ ਦਿੱਤਾ ਆ। ਅਸੀਂ ਪਹਿਲੇ ਕਹਿੰਦੇ ਸੀ ਰਿਲੀਜੀਅਸਲੀ ਜਾਂ ਮਾਤਾ ਰਾਣੀ ਦੇ ਨਾਲ ਜਾਂ ਭਗਵਾਨ ਦੇ ਨਾਲ, ਅਸੀਂ ਬਾਬਾ ਜੀ ਨਾਲ ਕਨੈਕਟ ਕਰਦੇ ਆ, ਬਟ ਹੁਣ ਉਹਨਾਂ ਨਾਮ ਚੇਂਜ ਕਰ ਦਿੱਤਾ, ਮੈਨੀਫੈਸਟੇਸ਼ਨ, ਯੂਨੀਵਰਸ, ਐਂਜਲ ਨੰਬਰਸ। ਡੂ ਯੂ ਬਿਲੀਵ ਇਨ that or you feel that the way is the same, just the look has been changed? Exactly the second thing ਚੇਂਜ ਬਸ ਸੇਮ ਚੀਜ਼ ਉਸੇ ਤੋਂ ਡਰਾਈਵ ਤਾਂ ਸਾਰੀ ਉਸੇ ਚੀਜ਼ ਤੋਂ ਹੀ ਹੋਈ ਹੈ ਨਾ, ਸਾਡੇ ਉਸੇ ਚੀਜ਼ ਤੋਂ ਡਰਾਈਵ ਹੁੰਦੀ ਆਈ ਹੈ ਸਾਨੂੰ। ਐਂਜਲ ਨੰਬਰ ਨੂੰ ਇੱਕ ਨਵਾਂ ਇੱਕ ਅਟਰੈਕਟਿਵ ਚੀਜ਼ ਦਿਖਾ ਦਿਆ। ਹੁਣ ਐਂਜਲ ਨੰਬਰਸ ਪਤਾ ਕੀ ਹੈ, ਐਂਜਲ ਨੰਬਰ ਨੂੰ 111 777 ਇਹ ਕੀ ਹੈ, ਮੈਂ ਵੀ ਯੂਜ਼ ਕਰਦਾ ਕਈ ਵਾਰ, ਕਿਉਂਕਿ ਅਸੀਂ ਨਾ ਗਾਈਡ ਕਰਦੇ, ਜੋ ਮੇਰਾ ਕੋਈ ਕਲਾਇੰਟ ਆਇਆ ਤਾਂ ਉਹਨੂੰ ਮੈਂ ਗਾਈਡ ਕਰਦਾ ਕਿ ਤਾਂ ਸਾਨੂੰ ਦਿਖ ਰਹੀ ਕਿ ਇਹ ਪਤਾ ਕੀ ਹੈ, ਜ਼ਿਆਦਾ ਕੁਝ ਨਹੀਂ, ਆਪਾਂ ਉਹਨੂੰ ਮੇਜਰਲੀ ਆਪਾਂ ਉਹਨੂੰ ਪੋਜ਼ਿਟਿਵ ਕਰਨਾ ਹੈ, ਉਹਦਾ ਜੋ ਮਾਈਂਡ ਸੈਟ ਉਹਨੂੰ ਅਲਾਈਨ ਕਰਨਾ ਟੁਵਰਡਸ ਹਿਸ ਗੋਲ। ਮੇਜਰ ਅਗਰ ਉਹ ਚੀਜ਼ ਉਹ ਦਿਖ ਰਹੀ, ਉਹ ਚੀਜ਼ ਨਾਲ ਉਹ ਦੇਖ ਕੇ ਉਹ ਜ਼ਿਆਦਾ ਪੋਜ਼ਿਟਿਵ ਹੋ ਰਿਹਾ ਹੈ, ਤਾਂ ਹੋਰ ਕੀ ਸਾਨੂੰ ਮਾੜੀ ਗੱਲ ਕੀ ਹੈ। ਉਹਦੇ ਸੇ ਕਿ ਅੱਛਾ ਤੁਹਾਨੂੰ ਕੁਝ ਤੁਸੀਂ ਸੋਚ ਰਹੇ ਹੋ, ਕੁਝ ਆਪਣੇ ਦਿਮਾਗ ਦੇ ਵਿੱਚ ਕੋਈ ਜ਼ਿਹਨ ਦੇ ਵਿੱਚ ਕਿ ਤੁਹਾਨੂੰ ਇਹ ਚੀਜ਼ ਚਾਹੀਦੀ, ਤੁਸੀਂ 2 ਦੇਖ ਲਿਆ, ਮਤਲਬ ਤੁਹਾਡਾ ਹਾਂ ਬਈ ਕੰਮ ਬਣ ਜਾਣਾ ਆ। 4 ਦੇਖ ਲਿਆ, ਤੁਸੀਂ ਉਸ ਚੀਜ਼ ਨਾਲ ਅਗਰ ਪੋਜ਼ਿਟਿਵ ਹੋ ਰਿਹਾ ਤਾਂ ਵਧੀਆ ਚੀਜ਼ ਹੈ ਨਾ। ਅਗਰ ਬਸ ਉਹ ਆਪਣੇ ਗੋਲ ਦੀ ਤਰਫ ਅਲਾਈਨ ਹੁੰਦਾ ਜਾ ਰਿਹਾ ਤਾਂ ਬਹੁਤ ਵਧੀਆ ਚੀਜ਼ ਹੈ। ਤਾਂ ਇਸ ਤਰ੍ਹਾਂ ਨੂੰ ਨਹੀਂ ਯੂਜ਼ ਕਰੋ, ਆਈ ਨਹੀਂ ਕਿ ਐਂਜਲ ਨੰਬਰ ਲਿਖਣਾ ਹੁੰਦਾ ਚੀਜ਼ ਸਾਡੀ ਪੂਰੀ ਹੋ ਗਈ ਹੈ, ਠੀਕ ਜਾ ਰਹੇ ਹੋ, ਮਤਲਬ ਐਂਜਲ ਨੰਬਰ ਦੇਖੋ ਉਸ ਤੇ ਔਨ ਦ ਰਾਈਟ ਵੇ, ਬਸ ਉਹਨੂੰ ਆਹੀ ਦਿਖਾਣਾ ਹੈ। ਤੁਹਾਨੂੰ ਪਤਾ ਸਾਰਿਆਂ ਨੂੰ ਤੁਹਾਨੂੰ ਬਸ ਆਹੀ ਰਹਿਣਾ ਕਿ ਤੁਸੀਂ ਰਾਈਟ ਵੇ ਤੇ ਜਾ ਰਹੇ ਹੋ, ਬਸ ਚਾਹੇ ਤੁਸੀਂ ਅੱਜ ਗਲਤ ਵੀ ਹੋ ਨਾ, ਤੁਸੀਂ ਰਾਈਟ ਵੇ ਤੇ ਜਾ ਰਹੇ ਹੋ ਅਗਰ ਤੁਹਾਨੂੰ ਚੀਜ਼ ਚਾਹੀਦੀ ਹੈ ਤਾਂ। ਔਰ ਇਸੀ ਦਾ ਇੱਕ ਐਸਪੈਕਟ ਇਹ ਵੀ ਹੈ ਕਿ ਜਦ ਸਾਡੇ ਕਹਿੰਦੇ ਹੁੰਦੇ ਸੀ ਕਿ ਗੁਰਦੁਆਰੇ ਜਾਓ, ਪ੍ਰੇ देयर, that also gives you an energy। ਸੇਮ ਡਿਪੈਂਡ ਕਰਦਾ, ਬਸ ਤੁਹਾਨੂੰ ਪੋਜ਼ਿਟਿਵ ਰਹਿਣਾ ਹੈ, ਤੁਸੀਂ ਜਿਵੇਂ ਮਰਜ਼ੀ ਰਹੋ। ਹੁਣ ਤੁਹਾਨੂੰ ਮੈਂ ਦੱਸਦਾ, ਸੋ ਕਿਤੇ ਤੁਸੀਂ ਤੁਹਾਡੇ ਮਾਈਂਡ ਦੇ ਵਿੱਚ ਨੈਗੇਟਿਵ ਐਨਰਜੀ ਸਾਰਿਆਂ ਨੂੰ ਹੁੰਦੀ ਹੈ, ਅੱਜਕੱਲ ਸਭ ਦੇ, ਤੁਹਾਡੇ ਮਾਈਂਡ ਦੇ ਵਿੱਚ ਨੈਗੇਟਿਵ ਥਾਟਸ ਆਉਂਦੇ, ਤੁਸੀਂ ਕਿਵੇਂ ਡੀਲ ਕਰਦੇ ਹੋ? ਮੈਂ ਯੂਜੂਅਲੀ ਹੁਣ ਅੱਜਕੱਲ ਮਤਲਬ ਰੱਬ ਦਾ ਨਾਮ ਜਾਪ ਕਰ ਲੈਂਦੀ ਆ। ਉਹ ਚਲੇ ਜਾਂਦੇ ਆ? ਹਾਂ, ਮੈਂ ਕੋਸ਼ਿਸ਼ ਮਤਲਬ ਚਲੇ ਨਹੀਂ ਜਾਂਦੇ, ਦੁਬਾਰਾ ਥੋੜੀ ਦੇਰ ਲਈ ਚਲੇ ਜਾਓਗੇ, ਫਿਰ ਥੋੜੀ ਦੇਰ ਬਾਅਦ ਫੇਰ ਹੋਰ ਆ ਜਾਂਦੇ ਆ। ਇੱਕ ਹੋਰ ਚੀਜ਼ ਹੁੰਦੀ ਹੈ ਕਿ when I ਮਤਲਬ do the job or something, I feel the energy to fight with it ਕਿ ਹਾਂ ਇਹ ਚੀਜ਼ ਨੈਗੇਟਿਵ ਹੈ, ਮੈਂ ਇਸ ਚੀਜ਼ ਤੋਂ ਸਿਚੁਏਸ਼ਨ ਨੂੰ ਚੇਂਜ ਨਹੀਂ ਕਰ ਸਕਦੀ। ਸਪੋਜ਼ਡਲੀ ਆਈ ਵਾਸ ਟਰੈਵਲਿੰਗ ਸਮਵੇਅਰ ਔਰ ਮੈਨੂੰ ਕੱਲ 10 ਵਜੇ ਕਿਤੇ ਪਹੁੰਚਣਾ ਸੀ, ਬਟ ਮੈਂ ਲੇਟ ਹੋ ਚੁੱਕੀ ਸੀ, ਮੈਂ ਕਿਸੇ ਵੀ ਐਂਗਲ ਤੋਂ ਪਹੁੰਚ ਹੀ ਨਹੀਂ ਪਾ ਰਹੀ ਸੀ। ਫਿਰ ਮੈਂ ਬਸ ਥੋੜੀ ਦੇਰ ਜੌਬ ਕੀਤਾ ਐਂਡ ਆਈ ਸਲੈਪਟ ਆਫ ਇਨ ਦ ਬੱਸ ਐਂਡ ਆਈ ਥਾਟ ਲੈਟ ਇਟ ਗੋ, ਵਟਐਵਰ ਇਟ ਹੈਪਨਸ ਇਟ ਵਿਲ ਹੈਪਨ ਇਨ ਮਾਈ ਬਿਹਾਫ। ਔਰ ਮੈਨੂੰ 9:30 ਪਤਾ ਲੱਗਦਾ ਕਿ ਟਾਈਮ ਹੈਜ਼ ਬੀਨ ਸ਼ਿਫਟਡ, ਜਿਹਨਾਂ ਨੂੰ ਮਿਲਣਾ ਸੀ ਉਹ 11 ਵਜੇ। everything did it work, so I thought कि might be God is giving me the energy। मैं रब ਦਾ ਨਾਮ ਕਹਿ ਵੀ ਸਕਦੀ ਕਿ ਰੱਬ ਨੇ ਉਹ ਚੀਜ਼ ਮੇਰੇ ਲਈ ਸਫਲ ਬਣਾਈ, ਜਾਂ ਮੈਂ ਕਹਿ ਸਕਦੀ ਕਿ ਮੈਨੂੰ એનર્ਜੀ ਮਿਲ ਗਈ ਉਸ ਨਾਲ ਲੜਨ ਦੀ ਜਾਂ ਉਸ ਸਿਚੁਏਸ਼ਨ ਨੂੰ ਐਕਸੈਪਟ ਕਰਨ ਦੀ। ਇੱਕ ਵਨ ਆਫ ਦਾ ਟੈਕਨੀਕ ਹੈ ਜੋ ਤੁਸੀਂ ਯੂਜ਼ ਕੀਤੀ ਹੈ, ਆਪਾਂ ਯੂਜ਼ ਕਰਦੇ ਹਾਂ, ਅਸੀਂ ਉਸ ਚੀਜ਼ ਨੂੰ ਆਬਸੈਸਡ ਨਹੀਂ ਹੋਣਾ। ਜਦੋਂ ਉਸ ਚੀਜ਼ ਨੂੰ ਆਬਸੈਸਡ ਹੋਣਾ ਛੱਡ ਦੋਗੇ ਨਾ, ਓਵਰ ਆਬਸੈਸਡ ਹੋਣਾ ਛੱਡ ਦੋਗੇ, ਉਹ ਚੀਜ਼ ਆਪਣੇ ਆਪ ਆਪਣੇ ਫੇਵਰ ਤੇ ਆ ਜਾਂਦੀ ਹੈ, ਉਹ ਚੀਜ਼ ਆਪਣੇ ਆਪ ਹੀ ਸਾਡੇ ਫੇਵਰ ਤੇ ਆ ਜਾਂਦੀ ਹੈ। ਅੱਛਾ, ਕਿਸੇ ਚੀਜ਼ ਨੂੰ ਜ਼ਿਆਦਾ ਮੰਗੋ ਨਾ ਜਾਂ ਕੁਝ ਹੋਣਾ, ਬਿਲਕੁਲ ਨਹੀਂ। ਇੱਕ ਤਰੀਕਾ ਹੁੰਦਾ ਇੱਕ ਚੀਜ਼ ਨੂੰ ਮੰਗਣਾ ਤੇ ਇੱਕ ਚੀਜ਼ ਨੂੰ ਓਵਰ ਆਬਸੈਸਿਵ ਹੋਣਾ, ਇੱਕ ਚੀਜ਼ ਵਾਸਤੇ ਬਹੁਤ ਡਿਫਰੈਂਸ ਹੈ ਦੋਨਾਂ ਚੀਜ਼ਾਂ ਦਾ। ਸੋ ਹਾਊ ਡੂ ਯੂ ਰੀਡ ਮਾਈਂਡਸ? ਮਾਈ ਬਿਗੇਸਟ ਐਂਡ ਸਾਰਿਆਂ ਦਾ ਇੱਕ ਇਹੀ ਕੁਐਸਚਨ ਹੈ ਕਿ ਹਾਊ ਡੂ ਯੂ ਰੀਡ ਦ ਮਾਈਂਡਸ, ਔਰ ਇਹਦੇ ਪਿੱਛੇ ਤੁਹਾਡੀ ਪ੍ਰੋਫੈਸ਼ਨਲ ਲਰਨਿੰਗ ਸੀਗੀ ਔਰ ਇਟ ਵਾਸ ਯੋਰ ਇੰਟਿਊਸ਼ਨ ਔਰ ਇਟ ਵਾਸ ਅ ਇਅਰਸ ਆਫ ਐਕਸਪੀਰੀਅੰਸ? ਕੈਨ ਸੇ ਮੇਰੀ 30% ਇੰਟਿਊਸ਼ਨ ਵਧੀਆ ਸੀਗੀ। ਉਸ ਤੋਂ ਬਾਅਦ ਮੈਂ ਬੁੱਕਸ ਪੜ੍ਹਨੀ ਸ਼ੁਰੂ ਕੀਤੀਆਂ। ਬੁੱਕਸ ਤੋਂ ਬਹੁਤ ਸਾਰੀ ਬੁੱਕਸ ਹੈ, ਬਹੁਤ ਸਾਰੀਆਂ ਬੁੱਕਸ ਹੈ, ਬਟ ਉਸ ਐਵੇਂ ਪਰ ਤੁਹਾਨੂੰ ਆ ਵੀ ਪਤਾ ਹੋਊਗਾ ਕੋਈ ਐਵੇਂ ਦੁਨੀਆ ਦੇ ਵਿੱਚ ਐਵੇਂ ਦੀ ਕੋਈ ਬੁੱਕ ਨਹੀਂ ਲੱਗੀ ਬਣੀ ਜੋ ਕੋਈ ਬੋਲ ਸਕੇ ਕਿ ਤੁਹਾਡੇ ਮਾਈਂਡ ਦੇ ਵਿੱਚ ਉਹ ਕਿਹੜਾ ਵਰਡ ਚੱਲ ਰਿਹਾ ਹੈ, ਕਿਹੜਾ ਨੰਬਰ ਚੱਲ ਰਿਹਾ ਹੈ, ਕਿਹੜਾ ਨਾਮ ਚੱਲ ਰਿਹਾ ਉਹ ਦੱਸ ਦੇਵੇ। ਆਈ ਥਿੰਕ ਕੋਈ ਵੱਡੇ ਤੋਂ ਵੱਡਾ ਸਾਈਕੋਲੋਜਿਸਟ ਵੀ ਹੋਊਗਾ, ਉਹ ਵੀ ਕੋਈ ਵਰਡ ਸਪੈਸੀਫਿਕ ਵਰਡ ਨਹੀਂ ਦੱਸ ਸਕਦਾ। ਦੇ ਕੈਨ ਓਨਲੀ ਟੈਲ ਯੂ ਦ ਸਟੇਟ ਆਫ ਮਾਈਂਡ ਯੂ ਆਰ ਰਾਈਟ ਨਾਓ, ਉਹੀ ਦੱਸ ਸਕਦੇ, ਬਟ ਉਹ ਕੋਈ ਸਪੈਸੀਫਿਕ ਚੀਜ਼ ਨਹੀਂ ਦੱਸ ਸਕਦੇ। ਤਾਂ ਮੈਂ ਮੈਂਟਲਿਸਟਾਂ ਦੇ ਪਿੱਛੇ ਮੈਂਟਲਿਸਟ ਹੈ ਉਹਨਾਂ ਦੇ ਪਿੱਛੇ ਪੈ ਕੇ ਸਿੱਖੀਆਂ। ਦੇयर ਆਰ ਸੋ ਮੈਨੀ, ਬਹੁਤ ਵੱਡੇ ਵੱਡੇ ਨਾਮ ਹੈ, ਉਹਨਾਂ ਨੂੰ ਅਪਰੋਚ ਕੀਤਾ, ਬਹੁਤ ਮਿੰਨਤਾਂ ਮਾਰ ਕੇ, ਮਤਲਬ ਤੁਸੀਂ ਮੰਨ ਲਓ ਮੈਂ ਉਹਨਾਂ ਕੋਲ ਮਿਲਣ ਗਿਆ, ਮੈਂ ਸਪੈਸ਼ਲੀ ਮੁੰਬਈ ਸਪੈਸ਼ਲੀ ਬੈਂਗਲੌਰ ਗਿਆ ਉਹਨਾਂ ਨੂੰ ਮਿਲਣ ਵਾਸਤੇ, ਸਿਰਫ ਉਹਨਾਂ ਨੂੰ ਇੱਕ ਵਾਰ ਮਿਲਣਾ ਹੋ ਜਾਏ। ਕਈ ਵਾਰ ਐਵੇਂ ਵੀ ਹੋਇਆ ਕੋਈ ਮਿਲਿਆ ਵੀ ਨਹੀਂ ਹੈ, ਮੈਂ ਬਾਰ-ਬਾਰ ਉਹਨਾਂ ਨੂੰ ਟਰਾਈ ਕੀਤਾ ਕਿਉਂਕਿ ਮੈਂ ਚੀਜ਼ ਕਰਨੀ ਸੀ, ਮੇਰੇ ਮਾਈਂਡ ਵਿੱਚ ਇੰਨੀ ਕਿਉਰਿਓਸਿਟੀ ਆਈ ਸੀ ਮੈਂ ਚੀਜ਼ ਸਿੱਖਣੀ ਹੈ ਹੀ ਹੈ। ਤੁਹਾਡੇ ਲਈ ਇਫ ਆਈ ਆਸਕ ਵਾਟ ਇਜ਼ ਦ ਡਿਸਕ੍ਰਿਪਸ਼ਨ ਆਫ ਗੋਡ ਫॉर ਯੂ, ਮਤਲਬ ਤੁਸੀਂ ਰੱਬ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਔਰ ਮੈਨੀਫੈਸਟੇਸ਼ਨ, ਵਾਟ ਡੂ ਯੂ ਬਿਲੀਵ ਇਨ ਦ ਟੂ ਥਿੰਗਸ? ਠੀਕ ਹੈ, ਅਗਰ ਮੈਂ ਗੋਡ ਦੀ ਗੱਲ ਕਰਾਂ, ਗੋਡ ਸੀ ਮੈਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਮੈਂ ਦੱਸਾਂ, ਮੈਂ ਇੱਕ ਨਾਸਤਿਕ ਤੋਂ ਮੈਂ ਆਸਤਿਕ, ਇੱਕ ਬਹੁਤ ਸੁਪਰ ਆਸਤਿਕ ਦੇ ਵਿੱਚ ਕਨਵਰਟ ਹੋਇਆ। ਮੈਂ ਇੱਕ ਗੱਲ ਦੱਸਾਂ, ਮੈਂ ਐਵੇਂ ਦਾ ਸੀ ਨੋਰਮਲ ਜਿਵੇਂ ਸਾਰੇ ਹੁੰਦੇ ਕਿ ਅਬ ਸਾਰਿਆਂ ਨੂੰ ਵਿਸ਼ ਕਰਨੀ, ਉਹ ਚੀਜ਼ ਵਿਸ਼ ਨਹੀਂ ਪੂਰੀ ਹੁੰਦੀ, ਫਿਰ ਉਹੀ ਚੀਜ਼ ਕਹਿੰਦੇ ਆ ਨਹੀਂ ਰੱਬ ਤਾਂ ਮੇਰੇ ਲਈ ਹੈ ਹੀ ਨਹੀਂ, ਹੈ ਨਹੀਂ ਨਾ, ਫਿਰ ਥੋੜਾ ਉਹ ਕੁਐਸਚਨ ਲੱਗ ਜਾਂਦੇ ਰੱਬ ਨੂੰ। ਮੈਂ ਉਸ ਚੀਜ਼ ਤੋਂ ਉੱਠ ਕੇ ਫਿਰ ਮੈਂ ਇਸ ਚੀਜ਼ ਦੇ ਵਿੱਚ ਆਇਆ।
ਇਹ ਲਿਟਰਲੀ ਹਜੇ ਵੀ ਮੈਂ ਪ੍ਰੇ ਕਰਦਾ ਕਿ ਮੈਂ ਹਰ ਰਾਤ ਨੂੰ ਸੌਣ ਤੋਂ ਪਹਿਲਾਂ ਚਾਹੇ ਜਿਵੇਂ ਦਾ ਵੀ ਮੇਰਾ ਦਿਨ ਗਿਆ ਹੋਵੇ ਆਈ ਲਿਟਰਲੀ ਪ੍ਰੇ ਫॉर ਐਂਡ ਲਿਟਰਲੀ ਥੈਂਕ ਫॉर द ਡੇ ਜੋ ਮੇਰਾ ਨਿਕਲਿਆ ਐਂਡ ਅਗਲੇ ਦਿਨ ਨੂੰ ਵੈਲਕਮ ਕਰਦਾ ਤੇ ਕਿਸੇ ਵੀ ਚੀਜ਼ ਜੋ ਹੋਏ ਨਾ ਉਹ ਮੈਂ ਗੋਡ ਨੂੰ ਨਾਲ ਆਪਣੇ ਇਨਕਲੂਡ ਕਰਦਾ ਮੈਨੂੰ ਪਤਾ ਗੋਡ ਮੇਰੇ ਨਾਲ ਹੈ ਐਂਡ ਮੈਨੂੰ ਸਹੀ ਰਾਹ ਦਿਖਾਊਗਾ ਚਾਹੇ ਅਗਰ ਮੈਨੂੰ ਕੁਝ ਗਲਤ ਵੀ ਹੋ ਜਾਏ ਨਾ ਮੈਨੂੰ ਪਤਾ ਹੈ ਕਿ ਸਹੀ ਹੀ ਹੋਣ ਵਾਲਾ ਅੱਗੇ ਜਾ ਕੇ ਐਂਡ ਵਾਸ ਦੈਟ ਐਕਸੀਡੈਂਟ ਜਿਹਨੇ ਤੁਹਾਡੀ ਪੂਰੀ ਲਾਈਫ ਚੇਂਜ ਕਰ ਦਿੱਤੀ ਮੇਰੀ ਪੂਰੀ ਲਾਈਫ ਚੇਂਜ ਕਰ ਦਿੱਤੀ ਵਾਸ ਦੈਟ ਅ ਟਰਨਿੰਗ ਪੁਆਇੰਟ ਜਾਂ ਵਾਸ ਦੈਟ ਬਹੁਤ ਵੱਡਾ ਟਰਨਿੰਗ ਪੁਆਇੰਟ ਸਿਗਨਲ ਸੀਗਾ ਰੱਬ ਵੱਲੋਂ ਹੁਣ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਯੂਨੀਵਰਸ ਜੋ ਵੀ ਚੀਜ਼ ਹੁੰਦੀ ਹੈ ਯੂਨੀਵਰਸ ਦੇ ਥਰੂ ਹੀ ਹੁੰਦੀ ਹੈ ਉਹਨਾਂ ਨੇ ਡਿਸਾਈਡ ਕੀਤੀ ਹੁੰਦੀ ਹੈ ਤਾਂ ਇਹ ਕੈਂਸੇ ਹੋ ਸਕਦਾ ਹੈ ਚੀਜ਼ ਕਿਉਂਕਿ ਉਹ ਚੀਜ਼ ਮੈਂ ਐਵੇਂ ਦਾ ਸੀ ਉਹ ਐਕਸੀਡੈਂਟ ਵੀ ਇੰਨਾ ਜ਼ਿਆਦਾ ਫੁਲਿਸ਼ ਐਕਸੀਡੈਂਟ ਸੀ ਉਹ ਮੇਰੇ ਕਰਕੇ ਹੋਇਆ ਸੀ ਮੈਂ ਕਿਸੇ ਨੂੰ ਦੱਸਣ ਜਾਵਾਂ ਮੈਂ ਆ ਕਿਵੇਂ ਗਿਰ ਗਿਆ ਅੱਛਾ ਉਹਨੂੰ ਇੰਨਾ ਛੋਟਾ ਜਿਹਾ ਐਕਸੀਡੈਂਟ ਹੈ ਇੰਨੀ ਵੱਡੀ ਇੰਜਰੀ ਮੇਰੇ ਹੋ ਗਈ ਸੀ ਮੇਰਾ ਬੈੱਡ ਰੈਸਟ ਹੋ ਗਿਆ ਕਿ ਮੈਨੂੰ ਉਧਰੋਂ ਨਿਕਲਣ ਦਾ ਟਾਈਮ ਮਿਲ ਗਿਆ ਔਰ ਉਸ ਕਦੀ ਇੱਕ ਥਾਟ ਆਇਆ ਯਾਰ ਐਕਸੀਡੈਂਟ ਹੋ ਗਿਆ ਜੌਬ ਜਾ ਰਹੀ ਹੈ ਮੈਨੂੰ 25 ਦਿਨ ਬੈੱਡ ਤੇ ਬਹਿਣਾ ਪੈਣਾ ਹੈ ਜਾਂ ਤੁਸੀਂ ਉੱਥੇ ਬੈਠ ਕੇ ਇਹ ਸੋਚਿਆ ਯਾਰ ਅੱਛਾ 25 ਦਿਨ ਹੈਗੇ ਆਈ ਹੈਵ ਟੂ ਡੂ ਸਮਥਿੰਗ ਐਲਸ ਇਫ ਆਈ ਹੈਵ ਗॉट ਟਾਈਮ ਜਾਂ ਉਸ ਟਾਈਮ ਤੇ ਕੋਸ ਰਹੇ ਸੀ ਰੱਬ ਨੂੰ ਕਿ ਯਾਰ ਭਗਵਾਨ ਜੀ ਆ ਕੀ ਕਰਤਾ ਮੇਰੇ ਨਾਲ ਉਸ ਟਾਈਮ ਰੱਬ ਨੂੰ ਨਹੀਂ ਮੈਂ ਉਸ ਟਾਈਮ ਲਿਟਰਲੀ ਥੈਂਕ ਫॉर ਕਿ ਮੈਨੂੰ ਟਾਈਮ ਮਿਲਿਆ ਆ ਚੀਜ਼ ਕਰਨ ਲਈ ਪਹਿਲੇ 2 ਦਿਨ ਤਾਂ ਮੈਂ ਡਰਿਆ ਹੋਇਆ ਸੀ ਕਿ ਜੋ ਮੈਂ ਆਪਣਾ ਫੇਸ ਦੇਖ ਰਿਹਾ ਸੀ ਨਾ ਬਹੁਤ ਜ਼ਿਆਦਾ ਉਸ ਟਾਈਮ ਆਪਰੇਟਡ ਸੀ ਮੇਰੇ ਕੋਲ ਅਜੇ ਵੀ ਪਿਕਚਰ ਹੋਈ ਮੇਰੇ ਫੋਨ ਦੇ ਵਿੱਚ ਮੇਰੇ ਦਾਦੀ ਸੀ ਮੇਰੇ ਨਾਲ ਪੂਰਾ ਦਿਨ ਮੈਂ ਹਸਪੀਟਲ ਰਹੇ ਉਸ ਦਿਨ ਇੱਕ ਰਾਤ ਆਪਾਂ ਉੱਥੇ ਸੀ ਤੇ ਮੇਰਾ ਦਾਦੀ ਮੇਰੇ ਨਾਲ ਹਮੇਸ਼ਾ ਰਹਿੰਦਾ ਉਹ ਸੀ ਮੇਰੇ ਨਾਲ ਸੁੱਤੇ ਸੀਗੇ ਸੇਮ ਉਸਤੀ ਤਾਂ ਉਹ ਮੇਰੇ ਨਾਲ ਸੀ ਪੂਰਾ ਉਹਨਾਂ ਨੇ ਰੱਖਿਆ ਸੀ ਤੇ ਉਸ ਤੋਂ ਬਾਅਦ ਫਿਰ ਘਰੇ ਆਇਆ ਫਿਰ ਮੈਂ ਕੀਤਾ ਆਪਣਾ ਇੰਸਟਾਗ੍ਰਾਮ ਦੇ ਉੱਤੇ ਪੋਸਟ ਕਰਨਾ ਸ਼ੁਰੂ ਕੀਤਾ ਰੈਗੂਲਰ ਪੋਸਟ ਕਰਨਾ ਸ਼ੁਰੂ ਕੀਤਾ ਮੇਰੀ ਆਈ ਥਿੰਕ 18th 19th 20th ਪੋਸਟ ਤੇ ਮੈਨੂੰ ਰਿਜ਼ਲਟ ਮਿਲ ਗਿਆ ਸੀਗਾ ਸੋ ਤੁਸੀਂ ਕਿਹਾ ਮੈਨੂੰ ਮੈਂਸ਼ਨ ਕੀਤਾ ਕਿ ਦਾਦੀ ਮਾਂ ਤੁਹਾਡੇ ਨਾਲ ਸੀਗੇ ਦੇ ਨੋ ਵਾਟ ਯੂ ਆਰ ਡੂਇੰਗ ਰਾਈਟ ਨਾਓ ਦੇ ਹਾਂ ਸ਼ੀ ਨੋ ਸ਼ੀ ਅੰਡਰਸਟੈਂਡਸ ਦੈਟ ਸਟਾਰਟਿੰਗ ਦੇ ਤੁਹਾਨੂੰ ਪਤਾ ਹਜੇ ਹੁਣ ਥੋੜਾ ਕਰਨ ਲੱਗੇ ਹੁਣ ਕਿਉਂਕਿ ਚੀਜ਼ਾਂ ਰਿਜ਼ਲਟ ਦਿਖਾ ਰਹੀਆਂ ਸਟਾਰਟਿੰਗ ਦੇ ਵਿੱਚ ਜਦੋਂ ਮੈਂ ਮੈਨੀਫੈਸਟੇਸ਼ਨ ਦੀ ਲਾਈਨ ਦੇ ਵਿੱਚ ਆਇਆ ਸੀ ਨਾ ਪਤਾ ਨਹੀਂ ਕੀ ਜਾਦੂ ਟੋਨਾ ਕਰਦਾ ਉਹਨੂੰ ਕਿਸੇ ਨੇ ਕੁੜੀ ਨਹੀਂ ਦੇਣੀ ਹੈ ਆਈ ਐਗਰੀ ਬਿਕੋਜ਼ ਸਾਡੇ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਅਜਿਹਾ ਹੀ ਲੱਗਦਾ ਯਾਰ ਤੁਸੀਂ ਕੀ ਕੰਮ ਫੜੇ ਹੋਏ ਨੇ ਮਤਲਬ ਟਿਪੀਕਲ ਲੈਂਗੁਏਜ ਹੁੰਦੀ ਕਰਦੇ ਮੇਰੇ ਦਾਦਾ ਜੀ ਵੀ ਸਾਰੇ ਬੋਲ ਦਿੰਦੇ ਯਾਰ ਆ ਕੀ ਕੰਮ ਹੈਗੇ ਇਹ ਤਾਂ ਜਾਦੂ ਟੋਨੇ ਵਾਲੇ ਕੰਮ ਹੈ ਲਿਟਰਲੀ ਮੇਰਾ 8-9 ਮਹੀਨੇ ਪਹਿਲਾਂ ਆਈ ਵਾਸ ਡੂਇੰਗ 10,000 ਪਰ ਮਹੀਨਾ ਜੌਬ ਕਰ ਰਿਹਾ ਸੀਗਾ ਮੈਂ ਵਾਓ 10,000 ਪਰ ਮਹੀਨੇ ਦੀ ਮੈਂ ਜੌਬ ਕਰ ਰਿਹਾ ਸੀ ਸ਼ੀ ਸਟਿਲ ਸੇਜ਼ ਕਿ ਉਹ ਜੌਬ ਕਰ ਲਾ 10,000 ਕਿਉਂਕਿ ਉਹ ਪੱਕੀ ਤਾਂ ਹੈ ਨਾ ਪੱਕੀ ਨੌਕਰੀ ਤਾਂ ਹੈ ਕਿ ਉਹ ਕੰਸਿਸਟੈਂਟ ਮਿਲਦੀ ਰਹੇਗੀ ਹੁਣ ਮੈਨੂੰ ਆ ਨਹੀਂ ਸਮਝਾ ਰਹੀ ਅਗਰ ਮੈਂ ਉਹ ਪੂਰੇ ਸਾਲ ਦਾ ਅਗਰ ਮੈਂ ਮੰਥ ਦੇ ਵਿੱਚ ਅਰਨ ਕਰ ਲਾਂ ਤਾਂ ਕਿੰਨਾ ਵਧੀਆ ਚੀਜ਼ ਹੈ ਬਟ ਹੁਣ ਉਹ ਸਮਝਣ ਲੱਗ ਪਏ ਹਾਂ ਹੁਣ ਚੀਜ਼ਾਂ ਉਹਨਾਂ ਨੂੰ ਲੈ ਕੇ ਦਿੱਤੀਆਂ ਉਹਨਾਂ ਨੇ ਮੈਨੂੰ ਪੜਾਇਆ ਆਪਣੀ ਚੀਜ਼ਾਂ ਵੇਚ-ਵੂਚ ਕੇ ਕੁਝ ਚੀਜ਼ਾਂ ਮੈਂ ਦੁਬਾਰਾ ਵੀ ਉਹਨਾਂ ਨੇ ਵਾਪਸ ਲੈ ਕੇ ਦਿੱਤੀਆਂ ਵਾਓ ਹੁਣ ਮੈਂ ਘਰ ਵੀ ਆਪਣਾ ਦੁਬਾਰਾ ਰੀਕ੍ਰੀਏਟ ਕਰਵਾ ਰਿਹਾ ਇੱਕ ਵਧੀਆ ਉਹਨਾਂ ਲਈ So in that manifestation was there a tick for you कि हाँ घर बनाना है या घर मेरा एक विजन बोर्ड है मेरा एक विजन बोर्ड है विजन बोर्ड तो सुना है विजन बोर्ड का भी ਤੁਸੀਂ ਵਿਜ਼ਨ ਬੋਰਡ ਬਣਾਉਂਦੇ ਚੀਜ਼ ਮਿਲਦਾ ਹੈ ਮੇਰਾ ਇੱਕ ਵਿਜ਼ਨ ਬੋਰਡ ਹੈ ਮੇਰੇ ਘਰੇ ਹੈ ਮੈਂ ਤੁਹਾਨੂੰ ਦਿਖਾਉਂਗਾ ਮੇਰਾ ਬਹੁਤ So we'll have a picture of that this looks really nice ਕਿ ਤੁਸੀਂ ਇਹ ਸਭ ਚੀਜ਼ਾਂ ਨੂੰ ਆਪਣੇ ਦਿਮਾਗ ਦੇ ਵਿੱਚ ਸੋਚਿਆ ਇੱਕ ਹੋਰ ਚੀਜ਼ ਹੈ ਜਦ ਅਸੀਂ ਇੰਟਰਵਿਊਜ਼ ਲਈ ਜਾਂਦੇ ਹਾਂ ਯੂਜੂਅਲੀ ਇਨ ਕਾਰਪੋਰੇਟ ਸੈਕਟਰ then the people who are interviewing us they ask ki where do you see yourself in 5 years what do they ਮਤਲਬ ਉਸ ਵੇਲੇ ਵੀ they are seeing ਕਿ ਉਸ ਬੰਦੇ ਦੀ ਕੀ ਵਿਜ਼ਨ ਹੈਗੀ ਆ ਉਹ ਆਪਣੇ ਆਪ ਨੂੰ ਕੀ ਇਮੇਜਿਨ ਕਰ ਰਿਹਾ ਹੈ ਜਾਂ ਕਿੱਥੇ ਸੋਚ ਰਿਹਾ ਹੈ ਤੇ ਉਹ ਇੱਕ ਜਰਨੀ ਹੁੰਦੀ ਹੈ 5 ਸਾਲ ਦੀ ਤੁਸੀਂ ਜੋ ਵੀ ਸੋਚ ਰਹੇ ਹੋ ਆਪਣੇ ਸੈਲਸ ਨੂੰ ਉਸ ਤਰੀਕੇ ਦੇ ਨਾਲ ਆਪਣੀ ਬਾਡੀ ਸੈਲਸ ਨੂੰ ਉਸ ਤਰੀਕੇ ਨਾਲ ਢਾਲਣ ਲਈ ਇਜ਼ ਇਟ ਦ ਓਨਲੀ ਮੈਨੀਫੈਸਟੇਸ਼ਨ ਟੈਕਨੀਕ ਔਰ ਦ ਪ੍ਰੈਕਟੀਕਲ ਥਿੰਕਿੰਗ ਕਿ ਹਾਂ ਵੀ ਮੈਂ ਇਸ ਉਮਰ ਤੱਕ ਘਰ ਲੈ ਲੈਣਾ ਆ ਇਸ ਉਮਰ ਤੱਕ ਆ ਲੈ ਲੈਣਾ ਆ ਜਾਂ ਮੈਂ ਉਸ ਤਰੀਕੇ ਦਾ ਰਸਤਾ ਕਿੱਦਾਂ ਕੱਢਣਾ ਆ ਸੀ ਇਹ ਦੋ ਤਰੀਕੇ ਨਾਲ ਆਪਾਂ ਆਨਸਰ ਕਰ ਸਕਦੇ ਹਾਂ ਪਹਿਲਾ ਤਰੀਕਾ ਕਿ ਆਪਾਂ ਆਪਣਾ ਨੂੰ ਲਿਮਿਟ ਕਰ ਦਿੰਦੇ ਹਾਂ ਕਿ ਸਾਨੂੰ ਇੰਨੇ 10 ਸਾਲ ਦੇ ਵਿੱਚ ਇੱਕ ਕਰ ਲੈਣਾ ਇਫ ਯੂ ਵਾਂਟ ਆਪਾਂ ਤੁਸੀਂ 2 ਸਾਲ ਦੇ ਵਿੱਚ ਵੀ ਲੈ ਸਕਦੇ ਇਫ ਯੂ ਨੋ ਦ ਰਾਈਟ ਵੇ ਐਂਡ ਰਾਈਟ ਕਿਸ ਚੀਜ਼ ਨੂੰ ਤੁਸੀਂ ਚੀਜ਼ ਕਰਨੀ ਹੈ ਚੀਜ਼ ਦੋ ਤੇ ਮਤਲਬ ਸਾਨੂੰ ਗੋਲ ਸੋਚਣਾ ਚਾਹੀਦਾ ਜਾਂ ਸਾਨੂੰ ਇਹ ਸੋਚਣਾ ਚਾਹੀਦਾ ਹਾਊ ਡੂ ਯੂ ਫਿਗਰ ਆਊਟ ਦ ਵੇਜ਼ ਟੂ ਗੈਟ देयर ਹੁਣ ਸਭ ਤੋਂ ਪਹਿਲੇ ਕੀ ਜ਼ਿਆਦਾ ਸਾਨੂੰ ਸਾਡਾ ਗੋਲ ਕੀ ਹੈ ਗੋਲ ਦਾ ਮਤਲਬ ਪਤਾ ਕੀ ਹੁੰਦਾ ਫੋਰ ਐਗਜ਼ਾਮਪਲ ਤੁਸੀਂ ਮੈਨੂੰ ਕਹਿ ਰਹੇ ਕਿ ਆਈ ਵਾਂਟ ਟੂ ਬੀ ਸਕਸੈਸਫੁਲ ਇਹ ਤੁਹਾਡੇ ਲਈ ਗੋਲ ਹੈ ਕੀ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਇਹ ਗੋਲ ਹੈ ਕੀ ਹੈ ਤੁਸੀਂ ਕੀ ਕਹਿੰਦੇ ਹੋ ਇਸ ਨੂੰ ਆਈ ਵਾਂਟ ਟੂ ਬੀ ਸਕਸੈਸਫੁਲ ਜਾਂ ਆਈ ਵਾਂਟ ਟੂ ਬੀ ਰਿਚ Okay, let's keep it कि हाँ चलो अच्छा I want to be a rich person but एक मतलब a kind of lifestyle or the ਤੁਸੀਂ ਇਸ ਚੀਜ਼ ਨੂੰ life I want to have ਤੁਸੀਂ ਇਸ ਚੀਜ਼ ਨੂੰ ਮੈਨੀਫੈਸਟ ਕਰੋਗੇ ਨਾ I want to be rich I want a best lifestyle ਅਗਰ ਤੁਸੀਂ ਇਸ ਨੂੰ ਮੈਨੀਫੈਸਟ ਕਰੋਗੇ ਚੀਜ਼ ਨਹੀਂ ਪੂਰੀ ਹੋਏਗੀ you know the reason why ਤੁਸੀਂ ਸਪੈਸਿਫਿਕ ਹੀ ਨਹੀਂ ਹੋ ਚੀਜ਼ ਲਈ ਹਾਂ ਤੁਸੀਂ ਸਾਨੂੰ ਰਿਚ ਦਾ ਮਤਲਬ ਆ ਨਹੀਂ ਕਿ ਰਿਚ ਹੋਣਾ ਹੈ you just want to know ਕਿ ਮੈਂ ਇਸ ਸਾਲ ਤੱਕ ਇੰਨਾ ਅਰਨ ਕਰਨਾ ਇਸ ਪੋਜੀਸ਼ਨ ਤੱਕ ਆਪਣੇ ਆਪ ਨੂੰ ਦੇਖਣਾ ਹੈ ਸਪੈਸਿਫਿਕ ਅਬਾਊਟ ਬਿਲਕੁਲ ਜਦ ਤੱਕ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਰਨਾ ਕੀ ਚੀਜ਼ ਹੈ ਕਿਸ ਤੱਕ ਲੈਣਾ ਹੈ ਹੁਣ I want to be successful ਮੇਰੇ ਲਈ ਸਕਸੈਸਫੁਲ ਡੈਫੀਨੇਸ਼ਨ ਹੋ ਰਿਹਾ ਤੁਹਾਡੇ ਲਈ ਹੋ ਰਿਹਾ ਇਹਨਾਂ ਲਈ ਹੋ ਰਿਹਾ ਇਹਨਾਂ ਲਈ ਹੋ ਰਿਹਾ ਜਿੰਨੇ ਵੀ ਸਾਰੇ ਪਰਸਨ ਹੈ ਹਰ ਕਿਸੇ ਲਈ ਸਕਸੈਸਫੁਲ ਦੀ ਡੈਫੀਨੇਸ਼ਨ ਹੋਰ ਹੁੰਦੀ ਹੈ ਆਬਵੀਅਸਲੀ ਹੋਰ ਹੁੰਦੀ ਹੈ ਉਹਨਾਂ ਨੂੰ ਕਿਸੇ ਹੋਰ ਚੀਜ਼ ਦੇ ਵਿੱਚ ਖੁਸ਼ੀ ਮਿਲਦੀ ਹੈ ਕਿ ਕਿਸੇ ਨੂੰ ਕਰੋੜਪਤੀ ਬਣਨਾ ਹੈ ਕਿਸੇ ਨੂੰ ਫਰੀडम ਚਾਹੀਦੀ ਹੈ ਕਿਸੇ ਨੂੰ ਟਰੈਵਲਿੰਗ ਕਰਨੀ ਉਹਦੇ ਲਈ ਉਹ ਸਕਸੈਸ ਹੈ ਤਾਂ ਯੂ ਵਾਂਟ ਟੂ ਬੀ ਪਹਿਲਾਂ ਸਭ ਤੋਂ ਪਹਿਲਾਂ ਸ਼ੋਰ ਹੋਣਾ ਪਊਗਾ ਸਕਸੈਸ ਵਰਡ ਸਿਰਫ ਸਕਸੈਸ ਵਰਡ ਨਹੀਂ ਹੁੰਦਾ ਸਕਸੈਸ ਵਰਡ ਬਹੁਤ ਵੱਡਾ ਵਰਡ ਹੈ ਤੁਹਾਨੂੰ ਪਹਿਲਾਂ ਛੋਟੀ ਛੋਟੀ ਚੀਜ਼ਾਂ ਪਹਿਲਾਂ ਕੱਢਣੀ ਪੈਣੀ ਕਿ ਤੁਸੀਂ ਕਿਸ ਚੀਜ਼ ਤੁਹਾਨੂੰ ਚਾਹੀਦੀ ਕੀ ਹੈ ਯੋਰ ਵਿਜ਼ਨ ਯੋਰ ਗੋਲ ਹੈਜ਼ ਟੂ ਬੀ ਵੈਰੀ ਮਚ ਸਪੈਸਿਫਿਕ ਜਿਸ ਨੂੰ ਤੁਸੀਂ ਯੂਨੀਵਰਸ ਦੇ ਵਿੱਚ ਡ੍ਰੌਪ ਇਨ ਕਰ ਸਕਦੇ ਟੂ ਗੈਟ ਇਟ ਬੈਕ ਤੁਸੀਂ ਉਸ ਚੀਜ਼ ਲਈ ਬਹੁਤ ਜ਼ਿਆਦਾ ਸਪੈਸਿਫਿਕ ਹੋਣਾ ਜੋ ਤੁਹਾਨੂੰ ਰਿਲੇਟ ਕਰਨਾ ਚਾਹੀਦਾ ਹੈ
ਐਗਜ਼ੈਕਟਲੀ ਛੋਟੀ ਛੋਟੀ ਚੀਜ਼ ਤੁਹਾਨੂੰ ਪਤਾ ਹੋਣੀ। ਅਗਰ ਤੁਸੀਂ ਚਾਹੁੰਦੇ ਨਾ ਮੈਂ ਕਰ ਲੈਣਾ, ਉਹ ਵੀ ਬਹੁਤ ਜਨਰਲ ਸਟੇਟਮੈਂਟ ਹੈ, ਤੁਹਾਨੂੰ ਪਤਾ ਉਹ ਵੀ ਸਪੈਸੀਫਿਕ ਨਹੀਂ ਹੈ ਕਿ ਮੈਂ ਕਰ ਲੈਣਾ ਮਤਲਬ ਅੱਛਾ ਆਈ ਜਸਟ ਵਾਂਟ ਟੂ ਬਾਏ ਅ ਹੋਮ। ਅਗਰ ਮੈਂ ਤੁਹਾਨੂੰ ਬੋਲਾਂ ਤੁਸੀਂ ਕਰ ਲੈਣਾ, ਕਰ ਲੈਣਾ ਜਾਂ ਕਿੱਥੇ ਲੈਣਾ ਹੈ, ਕਿੱਥੇ ਲੈਣਾ ਆਉਣ ਵਾਲੇ ਅਗਰ 3 ਸਾਲ ਦੇ ਵਿੱਚ ਲੈਣਾ, ਉਹਨਾਂ ਦਾ ਕਿੰਨੀ ਉਹ ਹੋਏਗੀ, ਤੁਹਾਨੂੰ ਪ੍ਰੋਪਰ ਪੂਰਾ ਪਲਾਨ ਹੋਣਾ ਚਾਹੀਦਾ ਤੁਹਾਡੇ ਕੋਲ ਕਿ ਮੈਨੂੰ 5 ਕਰੋੜ ਦਾ ਅਗਲੇ 3 ਸਾਲ ਦੇ ਵਿੱਚ ਕਰ ਲੈਣਾ। ਅੱਜ 5 ਕਰੋੜ ਦੀ ਵੈਲਿਊ ਆ ਹੈ, ਅਗਲੇ 3 ਸਾਲ ਦੇ ਵਿੱਚ ਉਹਦੀ ਇੰਨੀ ਹੋ ਜਾਊਗੀ ਤੇ ਮੈਨੂੰ ਕਿਵੇਂ ਲੈਣਾ, ਮੈਂ ਇੰਨਾ ਅਰਨ ਕਰਨਾ, ਇੰਨਾ ਲੋਨ ਲੈਣਾ, ਉਹ ਕਰਕੇ ਉਹ ਸਾਰੀ ਚੀਜ਼ਾਂ ਨੂੰ ਸਪੈਸੀਫਿਕ ਹੋਣੀ ਚਾਹੀਦੀ ਹੈ। So this goes two ways, like if you are manifesting you have to be firstly clear with your goal and then you have to identify the ways out it. Exactly. ਔਰ ਉਹਦੇ ਲਈ ਇੱਕ obsession, ਮਤਲਬ ਮੈਨੂੰ 3 ਚੀਜ਼ਾਂ ਮੈਨੀਫੈਸਟੇਸ਼ਨ ਦੀ ਇਥੋਂ ਕਲੀਅਰ ਹੋ ਗਈਆਂ ਤੁਹਾਡੇ ਥਰੂ, that you have to be very specific and you don't have to be obsessed, and thirdly ਕਿ ਤੁਸੀਂ ਉਸ ਚੀਜ਼ ਦੇ ਬਾਰੇ ਮਤਲਬ ਬਿਲੀਫ ਲੈ ਲਓ ਕਿ ਉਹ ਚੀਜ਼ ਹੋ ਚੁੱਕੀ ਹੈ, you have already got it. You have to see yourself sitting on that chair, ਤੁਹਾਡੇ ਆਸ-ਪਾਸ ਉਹ ਘਰ ਦੀ ਉਹ ਦੀਵਾਰਾਂ ਖੜੀਆਂ ਹੋਈਆਂ, ਤੁਸੀਂ ਉਹ ਘਰ ਦੇ ਵਿੱਚ ਬੈਠੇ ਹੋਏ ਹੋ। You have to visualize that thing. That real you have to be. ਇੰਨਾ ਰੀਅਲ ਤੁਹਾਨੂੰ ਫੀਲ ਕਰਨਾ ਪੈਣਾ ਹੈ। ਤੁਸੀਂ ਬਹੁਤ ਈਜ਼ੀਲੀ ਕਰ ਸਕਦੇ ਹੋ, ਸਿਰਫ ਮਾਈਂਡ ਨੂੰ ਮਾਈਂਡ ਨੂੰ ਉਹ ਚੀਜ਼ ਬਣਾਉਣ ਦੀ ਲੋੜ ਹੈ, ਉਹ ਮਾਈਂਡ ਸੈਟ ਕਰਨ ਦੀ ਲੋੜ ਹੈ। ਸੋ ਇੱਥੇ ਅਸੀਂ ਇੱਕ ਗੱਲ ਕਰਦੇ ਹਾਂ, ਹੁਣ ਮੈਂ ਥੋੜਾ ਜਿਹਾ ਇਸ ਨੂੰ ਇੱਕ ਟਰਨ ਦੇਣਾ ਚਾਹੂੰਗੀ। ਮੈਨੀਫੈਸਟੇਸ਼ਨ ਐਂਡ ਦੈਨ ਦੇयर इज ਐਸਟ੍ਰੋਲੋਜੀਕਲ ਐਸਪੈਕਟਸ। ਸੋ ਯੂ ਆਰ, ਤੁਸੀਂ ਕਹਿੰਦੇ ਤੁਸੀਂ ਨਾਸਤਿਕ ਸੀਗੇ ਤੇ ਹੁਣ ਆਸਤਿਕ ਹੋ ਚੁੱਕੇ ਹੋ। ਗ੍ਰਹਿ ਨਕਸ਼ਤਰ, ਐਸਟ੍ਰੋਲੋਜੀਕਲ ਇਵੈਂਟਸ ਬਹੁਤ ਸਾਰੇ ਆਉਂਦੇ ਆ, ਠੀਕ ਹੈ ਨਾ, ਬਹੁਤ ਸਾਰੀ ਚੀਜ਼ਾਂ ਉਤਾਰ ਚੜਾਅ ਹੁੰਦੇ ਨੇ। ਉਹਨੇ ਪਿੱਛੇ ਇੱਕ ਸ਼ਨੀ ਕੀ ਮਹਾਦਸ਼ਾ ਸੀਗੀ, ਦੇयर ਵਾਸ ਮੂਨ ਇਕਲਿਪਸ ਸੀਗਾ, ਸੋਲਰ ਇਕਲਿਪਸ ਸੀਗਾ। ਇਹ ਸਾਰੀ ਚੀਜ਼ਾਂ ਤੋਂ ਬਾਅਦ ਉਹ ਇਫੈਕਟ ਕਰਦਾ ਹੈ ਸਾਡੀ ਜ਼ਿੰਦਗੀ ਤੇ ਐਸਟ੍ਰੋਲੋਜੀਕਲੀ ਰਾਸ਼ੀਆਂ ਤੇ ਸਾਰਾ। ਬਟ ਜੇ ਅਸੀਂ ਕਿਸੇ ਚੀਜ਼ ਨੂੰ ਮੈਨੀਫੈਸਟ ਕਰ ਰਹੇ ਹਾਂ ਜੋ ਸਾਡੇ ਕਰਮਾਂ 'ਚ ਨਹੀਂ ਲਿਖੀ ਹੈ, ਸਾਡੇ ਰਾਸ਼ੀ 'ਚ ਨਹੀਂ ਲਿਖੀ ਹੈ, ਸਾਡੇ ਗ੍ਰਹਿ ਨਕਸ਼ਤਰਾਂ 'ਚ ਲਿਖੀ, ਅਸੀਂ ਉਸ ਨੂੰ ਮੈਨੀਫੈਸਟ ਕਰ ਲਿਆ, ਆਰ ਵੀ ਲਾਈਕਲੀ ਟੂ ਫੇਸ ਦ ਰੈਪਰਕਸ਼ਨਸ ਆਫ ਇਟ ਇਨ ਦ ਲੇਟਰ ਪਾਰਟ? ਆਈ ਡੋਂਟ ਬਿਲੀਵ ਇਨ ਐਸਟ੍ਰੋਲੋਜੀ। ਸਭ ਤੋਂ ਵੱਡੀ ਚੀਜ਼ ਮੈਂ ਆਨਸਰ ਦੇ ਦਿੰਦਾ, ਮੈਂ ਇੱਕ ਨਾ ਸਟੱਡੀ ਕੀਤੀ ਸੀ, ਆਈ ਟੈਲ ਯੂ ਦ ਰੀਜ਼ਨ। ਮੈਂ ਐਸਟ੍ਰੋਲੋਜੀ ਦੇ ਵਿੱਚ ਨਾ ਸ਼ੁਰੂ ਤੋਂ ਵੀ ਸੀਗਾ ਕਿ ਮੈਂ ਆਪਣੇ ਆਪ ਚੈੱਕ ਵੀ ਕਰਵਾਇਆ ਆਪਣੀ ਸਾਰੀ ਚੀਜ਼ਾਂ। ਐਸਟ੍ਰੋਲੋਜਰ ਜਾਂਦੇ ਇੰਟਿਊਸ਼ਨ ਦੇ ਉੱਤੇ, ਸਭ ਤੋਂ ਪਹਿਲੀ ਗੱਲ ਉਹ ਜਾਓਗੇ ਇੰਟਿਊਸ਼ਨ ਦੇ ਉੱਤੇ ਐਸਟ੍ਰੋਲੋਜਰਸ, ਜੋ ਕਿ ਕਿਆ ਇੰਟਿਊਸ਼ਨ ਆਉਂਦੀ, ਦੈਟ ਕੈਨ ਬੀ ਰਾਈਟ, ਦੈਟ ਕੈਨ ਬੀ ਰੋਂਗ, ਬਟ ਜੋ ਮੈਚ ਕਰਦਾ ਮੈਂ ਕਰਦਾ ਟੈਲੀਪੈਥੀ। ਤੁਸੀਂ ਮਾਈਂਡ ਦੇ ਵਿੱਚ ਤੁਹਾਡੇ ਨਾਮ ਮੈਂ ਤੁਹਾਨੂੰ ਐਗਜ਼ੈਕਟ ਦੱਸ ਦੂੰਗਾ, ਤੁਸੀਂ ਚੈੱਕ ਕਰ ਸਕਦੇ ਹੋ ਕਿ ਉਹ ਚੀਜ਼ ਸਹੀ ਹੈ ਜਾਂ ਨਹੀਂ ਹੈ। ਦੂਸਰੀ ਚੀਜ਼, ਮੈਂ ਜਦੋਂ ਆਈ ਵਾਜ਼ ਆਫ ਲਾਈਕ 16-17 ਦਾ ਸੀਗਾ, ਸਾਡੀ ਗਲੀ ਦੇ ਵਿੱਚ ਇੱਕ ਕਿਡ ਸੀਗਾ, ਮੈਂ ਉਹਦੀ ਨਾ ਡੈਥ ਹੋ ਗਈ ਸੀ, ਛੱਤ ਤੋਂ ਗਿਰ ਗਿਆ ਸੀਗਾ, ਤਾਂ ਮੈਂ ਉਹਨਾਂ ਦੀ ਫੈਮਿਲੀ ਤੋਂ ਗੱਲ ਕਰਕੇ ਉਹਨਾਂ ਦਾ ਉਹ ਜਿਹੜਾ ਹੁੰਦਾ ਨਾ ਪ੍ਰੋਪਰ ਉਹ ਲੈ ਕੇ ਮੈਂ ਹਰ ਐਸਟ੍ਰੋਲੋਜਰ ਗਿਆ। ਕੋਈ ਕਹਿ ਰਿਹਾ ਕਿ ਜਾਂ ਤਾਂ ਆ ਬਣੇਗਾ ਵੱਡਾ ਹੋ ਕੇ, ਇਹਦੇ ਕੋਲ ਪੈਸੇ ਦੀ ਕਮੀ ਨਹੀਂ ਹੋਏਗੀ, ਇਹਨੂੰ ਆਹ ਵਾਲੀ ਜੋ ਤਾਂ ਐਕਟਰ ਬਣੇਗਾ, ਯਾਰ ਸਾਰੀ ਬਹੁਤ ਚੀਜ਼ਾਂ ਦੱਸੀਆਂ ਉਹਨਾਂ ਨੇ, ਦੀ ਬਹੁਤ ਲੰਬੀ ਉਮਰ ਹੈ। ਕਿਸੇ ਨੇ ਇੱਕ ਨਹੀਂ ਕਿਹਾ ਕਿ ਬੱਚੇ ਦੀ ਉਮਰ ਬਹੁਤ ਛੋਟੀ ਹੈ, ਕਿਸੇ ਨੇ ਨਹੀਂ ਕਿਹਾ। ਓਕੇ, ਉਸ ਟਾਈਮ ਤੋਂ ਫਿਰ ਮੈਂ ਜਾਣਾ ਛੱਡ ਦਿੱਤਾ। ਮੈਂ ਚੀਜ਼ ਮੇਰੇ ਕੋਲ ਹੈ ਹੀ ਨਹੀਂ ਆ ਚੀਜ਼ ਮਾਈਂਡ ਦੇ ਵਿੱਚ ਐਸਟ੍ਰੋਲੋਜਰ। So you don't believe in that, it's a clear cut ਹੈ, you don't feel ਕਿ ਇਹਦਾ ਕੁਛ ਉਹ। ਮੈਂ ਸਿਰਫ ਇਸ ਚੀਜ਼ ਉੱਤੇ ਬਿਲੀਵ ਕਰਦਾ, ਅਗਰ ਤੁਸੀਂ ਉਸ ਚੀਜ਼ ਨੂੰ ਚਾਹੋਗੇ ਨਾ ਉਹ ਚੀਜ਼ ਸਾਡੇ ਪਾਸ ਮਿਲ ਸਕਦੀ ਹੈ, ਔਰ ਦਿਸ ਥਿੰਗ ਵਿਲ ਨਾਟ ਵਰਕ ਫॉर ਯੂ। ਅਸੀਂ ਉਹ ਚੀਜ਼ ਲੈ ਲਈ ਆਪਣੀ ਲਾਈਫ ਦੇ ਵਿੱਚ, ਬਟ ਉਹ ਲੇਟਰ ਸਾਨੂੰ ਉਹਦੇ ਰੈਪਰਕਸ਼ਨਸ ਦਿਖ ਰਹੇ ਹੋ। ਇਜ਼ ਦੈਟ ਵਿਲ ਦੈਟ ਇਫੈਕਟ ਕਿ ਹਾਂ ਅਸੀਂ ਮੈਨੀਫੈਸਟ ਤਾਂ ਕਰ ਲਈ, ਬਟ ਉਹਦੇ ਫਲ ਸਾਨੂੰ ਲੇਟਰ ਔਨ ਗਲਤ ਜਾਂ ਸਹੀ ਪਤਾ ਲੱਗਣ। ਮੈਂ ਤੁਹਾਨੂੰ ਉਹੀ ਦੱਸ ਰਿਹਾ, ਅੱਜ ਕੱਲ੍ਹ ਕੀ ਹੁੰਦਾ, ਅੱਜ ਕੱਲ੍ਹ ਜਿਵੇਂ ਫॉर द ਮੈਰਿजेस ਦੇ ਵਿੱਚ ਵੀ ਬਹੁਤ ਦਿੱਕਤ ਆਉਂਦੀ ਹੈ, ਲੋਕ ਆਪਣੇ ਉਹ ਚਾਰਟ ਦਿਖਾਉਣ ਲੱਗ ਜਾਂਦੇ ਆ, ਉਹ ਨਹੀਂ ਮਿਲਦੇ, ਬਟ ਫਿਰ ਵੀ ਵਿਆਹ ਤਾਂ ਹੋ ਹੀ ਜਾਂਦੇ ਨੇ ਕਈ ਵਾਰ। ਅਗਰ ਤੁਹਾਡੇ ਅੰਦਰ ਹੈ ਤੁਸੀਂ ਕਰ ਲੈਂਦੇ ਹੋ ਵਿਆਹ, ਫਿਰ ਵੀ ਉਹ ਚੱਲਦੇ ਨਹੀਂ ਹੈ ਵਿਆਹ। ਬਿਜ਼ਨਸ ਵੀ ਐਵੇਂ ਹੁੰਦੇ ਆ, ਅਗਰ ਤੁਸੀਂ 10 ਦੇ ਵਿੱਚੋਂ ਇੱਕ ਚੀਜ਼ ਲੈ ਕੇ ਚੱਲ ਰਹੇ ਹੋ, ਬਟ ਆਪਾਂ ਫਿਰ ਉਹ ਸਾਰੀ ਚੀਜ਼ਾਂ ਉਸੇ ਤੇ ਆ ਜਾਂਦੇ ਕਿ ਆ ਤਾਂ ਐਸਟ੍ਰੋਲੋਜਰ ਨੇ ਕਿਹਾ ਸੀ ਤਾਂ ਹੋਈ ਹੈ, ਉਸ ਚੀਜ਼ ਦੇ ਉੱਤੇ ਆ ਜਾਂਦਾ। ਉਹ ਵਨ ਆਫ ਦ ਥਿੰਗ ਦੈਟ ਕੈਨ ਬੀ ਯਾ ਬਿਲੀਵ ਸੈਟ ਹੈ ਸਾਰਾ, ਜਿਸ ਚੀਜ਼ ਸਾਰਾ ਬਿਲੀਵ ਦੇ ਉੱਤੇ ਹੀ ਹੈ। ਜੋ ਚੀਜ਼ ਤੁਸੀਂ ਉਸੇ ਬਿਲੀਵ ਕਰਦੇ ਹੋ ਉਹ ਚੀਜ਼ ਸਾਡੇ ਲਈ ਵਰਕ ਕਰੇਗੀ, ਬਿਲੀਵ ਨਹੀਂ ਕਰਦੇ ਨਹੀਂ ਕਰੇਗੀ। ਉਹ ਵਨ ਆਫ ਦ ਥਿੰਗ ਹੈ ਉਸ ਸਕਦੇ। ਮੈਂ ਹੋਰ 99% ਆਫ ਚੀਜ਼ਾਂ ਦੇ ਉੱਤੇ ਫੋਕਸ ਕਰਦਾ ਕਿ ਕਿਉਂ ਨਹੀਂ ਉਹ ਚੀਜ਼। ਤੁਸੀਂ 1% ਕਹਿ ਰਹੇ ਹੋ ਕਿ ਉਹਦੇ ਮਤਲਬ ਇੱਕ ਵਨ ਆਫ ਦ ਵੇ ਹੈ ਕਿ ਐਸਟ੍ਰੋਲੋਜੀ ਕਰਕੇ ਉਹ ਚੀਜ਼ ਵਰਕ ਨਹੀਂ ਕਰ ਰਹੀ ਹੈ। ਮੈਂ ਇੱਕ ਚੀਜ਼ ਤੇ ਨਹੀਂ ਕਰੂੰਗਾ, ਮੈਂ ਬਾਕੀ 99% ਆਫ ਚੀਜ਼ਾਂ ਤੇ ਵਰਕ ਕਰੂੰਗਾ ਇਸ ਟਾਈਮ ਤੇ ਕਿ ਕਿਉਂ ਨਹੀਂ ਕੀਤੀ, ਇਹ ਕਿਉਂ ਨਹੀਂ ਕਰ ਰਹੀ, ਬਾਕੀ ਚੀਜ਼ਾਂ ਦੇ ਉੱਤੇ ਵਰਕ ਕਰੂੰਗਾ। ਆਲਰਾਈਟ, ਯਾ। So moving on, there's another aspect to it कि जड़ा काफी ज़्यादा आजकल Instagram पे चल रहा है, and that's tarot reading. There's like coming up, if you're watching this reel, this message is for you from the divine. This is pick one, comment pick divine two, and divine will comment and you'll get the energy. What do you think about it? कि pile 1 select करो, pile 2 select करो. There's a yes no question. How can you do without knowing somebody? या ਫਿਰ ਉਹ ਕਹਿ ਦਿੰਦੇ ਐਂਡ ਦੇ ਵਿੱਚ ਡਿਸਕਲੇਮਰ ਦੇ ਕੇ, ਜਿੱਦਾਂ ਅਸੀਂ ਟੀਵੀ ਤੇ ਕੋਈ ਸ਼ੋਅ ਦਿਖਾ ਰਹੇ ਹਾਂ, ਫਿਰ ਡਿਸਕਲੇਮਰ ਕਿ ਅਸੀਂ ਕੋਈ ਜ਼ਿੰਮੇਵਾਰ ਨਹੀਂ ਆ, ਕਿ ਇਹ ਰੀਲ ਜਨਰਲ ਹੈਗੀ ਆ, ਤੁਸੀਂ ਪਰਸਨਲੀ ਸਾਨੂੰ ਕਾਲ ਕਰੋ। ਇਜ਼ ਇਟ ਮਨੀ ਮੇਕਿੰਗ ਔਰ ਇਜ਼ ਇਟ ਰੀਅਲੀ ਸਮਥਿੰਗ ਜੋ ਡਿਵਾਈਨ એનર્ਜੀ ਹੈ? 95% ਆਫ ਮਨੀ ਮੇਕਿੰਗ ਹੈ। ਇਹ ਕੁਝ ਡਿਵਾਈਨ એનર્ਜੀ ਹੁੰਦੀ ਹੈ, ਬਟ ਜਿਵੇਂ ਤੁਸੀਂ ਉਹਨਾਂ ਨੂੰ ਸ਼ੋਕੇਸ ਕਰਕੇ ਦਿਖਾ ਰਹੇ ਹੋ ਨਾ, ਉਹ ਮਨੀ ਮੇਕਿੰਗ ਹੀ ਹੈ। ਤੁਸੀਂ ਇੱਕ ਰੈਂਡਮਲੀ ਰੀਲ ਪਾ ਰਹੇ ਹੋ, 3 ਕਾਰਡਸ ਨੂੰ ਉਲਟੇ ਕਰਕੇ ਰੱਖਤੇ, ਕੋਈ 1 1 2 3 ਸਿਲੈਕਟ ਕਰੋ, ਤੁਸੀਂ ਸਿਲੈਕਟ ਕੀਤਾ, ਉਹਨੇ ਤਿੰਨੋਂ ਦਿਖਾ ਦਿੱਤੇ ਉਹਨਾਂ ਨੇ ਰੀਲ ਦੇ ਵਿੱਚ, ਹੁਣੇ ਹੀ ਤੁਹਾਡੇ ਵਾਸਤੇ ਹੈ। ਹੋ ਸਕਦਾ ਹੈ ਆਮ ਦੱਸੋ ਕੁਝ ਵੀ। ਇਹਨਾਂ ਨੂੰ ਇਹਨਾਂ ਦਾ ਅਟਰੈਕਟਿਵ ਕਰਕੇ ਦਿਖਾਇਆ ਕਿ ਉਹਨਾਂ ਤੋਂ ਕਲਾਇੰਟਸ ਮਿਲਦੇ ਆ। ਬੇਸਿਕਲੀ ਕਲਾਇੰਟਸ ਮੇਕਿੰਗ ਮਨੀ ਚੀਜ਼, ਕਲਾਇੰਟਸ ਮੇਕਿੰਗ ਰੀਲ ਹੁੰਦੀ ਹੈ ਕਿ ਉਹਨਾਂ ਕੋਲ ਕਲਾਇੰਟ ਆਉਂਦੇ ਇਸ ਚੀਜ਼ ਦੇ।
ਕਦੇ ਤੁਹਾਨੂੰ ਤਾਂ ਨਹੀਂ ਲੱਗਾ ਕਿ ਹਾਂ ਦ ਵਰਕ ਯੂ ਆਰ ਡੂਇੰਗ ਤੇ ਇਟ ਇਜ਼ ਜੇ ਤੁਸੀਂ ਆਪਣਾ ਘਰ ਤਾਂ ਕਰ ਰਹੇ ਹੋ, ਇੱਕ ਆਪਣੀ ਫੈਮਿਲੀ ਰਿਸਪੌਂਸਿਬਿਲਿਟੀ ਤਾਂ ਕਰ ਰਹੇ ਹੋ, ਬਟ ਐਟ ਦ ਸੇਮ ਟਾਈਮ ਕਦੀ ਕਦੀ ਤੁਹਾਨੂੰ ਸੋਸ਼ਲ ਓਬਲੀਗੇਸ਼ਨ ਦੇ ਨਾਮ ਤੇ ਜਾਂ ਸੋਸ਼ਲ ਰਿਸਪੌਂਸਿਬਿਲਿਟੀ ਦੇ ਨਾਮ ਤੇ ਇਦਾਂ ਤਾਂ ਨਹੀਂ ਲੱਗਾ ਕਿ ਮੇਰੇ ਕੰਮ ਨਾਲ ਕਿਸੇ ਨੂੰ ਕੋਈ ਨੈਗੇਟਿਵ ਇੰਪੈਕਟ ਲੱਗਿਆ ਹੋਵੇ? ਨਹੀਂ, ਕਿਉਂਕਿ ਜਿਵੇਂ ਤਾਂ ਮੈਨੂੰ ਰਿਵਿਊਜ਼ ਆਣੇ ਸ਼ੁਰੂ ਹੋਏ ਤਾਂ ਮੈਨੂੰ ਸਟਾਰਟਿੰਗ ਦੇ ਵਿੱਚ ਡਰ ਸੀਗਾ ਇਸ ਚੀਜ਼ ਦਾ। ਹਾਂ, ਮੈਂ ਉਹੀ ਮੈਨੂੰ ਸਟਾਰਟਿੰਗ ਦੇ ਵਿੱਚ ਬਹੁਤ ਡਰ ਸੀ ਪਹਿਲੇ 1.5 ਮਹੀਨੇ ਕਈ ਲੋਕ ਨਾ ਸੋਚਦੇ ਆ ਕਿ ਯਾਰ ਇਹ ਬੰਦਾ ਨਾ ਮਾਈਂਡ ਰੀਡ ਕਰਦਾ, ਆਈ ਡੋਨਟ ਵਾਂਟ ਟੂ ਗੈਟ ਇਟ, ਕਿ ਇਹ ਕੁਝ ਮੇਰੇ ਮਾਈਂਡ ਨਾਲ ਪਲੇਨ ਆਊਟ ਨਾ ਕਰਦੇ, ਜਾਂ ਇੱਕ ਹਿਪਨੋਸਿਸ ਹੁੰਦਾ ਆ ਕਿ ਉਹ ਮੇਰੇ ਦਿਮਾਗ ਨੂੰ ਪ੍ਰੋਪਰਲੀ ਰੀਡ ਕਰਕੇ ਸਾਰੇ ਥਾਟਸ ਮੇਰੇ ਨਾਲ ਗ੍ਰੈਬ ਕਰ ਲਏ ਜਾਂ ਮੇਰੇ ਥ੍ਰੈਡ ਲਾਈਨ ਨੂੰ ਚੇਂਜ ਕਰ ਦੇ। ਡੂ ਯੂ ਫੀਲ ਕਿ ਕੋਈ ਨੈਗੇਟਿਵ ਇੰਪੈਕਟ ਤੁਸੀਂ ਐਜ਼ ਅ ਸੋਸ਼ਲ ਪਰਸਨ ਹਿਊਮੈਨਿਟੀ ਲਈ ਜਾਂ ਸੋਸ਼ਲੀ ਲੋਕਾਂ ਲਈ ਕੋਈ ਗਲਤ ਇਸ ਚੀਜ਼ ਦਾ ਇਫੈਕਟ ਦੇਖਿਆ ਆਪਣੇ ਸਾਹਮਣੇ? ਮੈਂ ਤਾਂ ਦੱਸਦਾ, ਮੈਂ ਸ਼ੁਰੂ ਦੇ ਵਿੱਚ ਮੈਨੂੰ ਡਰ ਜ਼ਰੂਰ ਸੀਗਾ, ਬਟ ਜਿਵੇਂ ਦੇ ਮੈਨੂੰ ਪੋਜ਼ਿਟਿਵ ਰਿਵਿਊਜ਼ ਆਣੇ ਸ਼ੁਰੂ ਹੋਏ ਨੇ, ਕਿਉਂਕਿ ਮੈਂ ਕੁਝ ਐਵੇਂ ਦੀ ਚੀਜ਼ ਨਹੀਂ ਕਰ ਰਿਹਾ ਕਿ ਜੋ ਮੈਂ ਚੇਂਜ ਕਰ ਰਿਹਾ, ਮੈਂ ਉਹਨਾਂ ਨੂੰ ਜੋ ਚੀਜ਼ਾਂ ਮੈਂ ਉਹਨਾਂ ਨੂੰ ਕਰ ਰਿਹਾ ਨਾ, ਇੱਕ ਤਾਂ ਸਟਾਰਟਿੰਗ ਕਰਦਾ ਮੈਂ ਬੇਸਿਕ ਚੀਜ਼ ਤੋਂ ਕਿ ਹਾਊ ਟੂ ਮੈਨੀਫੈਸਟ ਥਿੰਗਸ। ਮੈਂ ਉਹਨਾਂ ਦੀ ਜੋ ਪਹਿਲਾਂ ਉਹ ਚੀਜ਼ ਕਰਦੇ ਆਏ ਉਹਨੂੰ ਜੋ ਠੀਕ ਕਰਕੇ ਉਹ ਜੋ ਰਾਈਟ ਵੇ ਉਹ ਦੱਸਦੇ ਆ ਰਿਹਾ, ਉਹ ਮੈਨੂੰ ਪਤਾ ਹੈ ਕਿ ਰਾਈਟ ਵੇ ਬਹੁਤ ਸਹੀ ਚੀਜ਼ ਹੈ। ਜਿਵੇਂ ਤੁਸੀਂ ਕੋਈ ਵੀ ਚੀਜ਼ ਮੈਨੀਫੈਸਟ ਕਰਨਾ ਚਾਹੁੰਦੇ ਹੋ ਤੁਸੀਂ ਈਜ਼ੀਲੀ ਕਰ ਪਾਓਗੇ ਉਸ ਚੀਜ਼ ਨੂੰ। ਤੁਸੀਂ ਆਪਣੀ ਕਲਾਸਿਸ ਦੇ ਵਿੱਚ ਲੋਕਾਂ ਨੂੰ, ਹਾਂ ਮੈਂ ਕਲਾਸਿਸ ਦੇ ਵਿੱਚ ਜਾਂਦਾ ਤਾਂ ਇੱਕ ਹੋਰ ਚੀਜ਼ ਦੱਸਦਾ, ਅੱਜ ਦੇ ਟਾਈਮ ਤੇ ਬਹੁਤ ਜ਼ਿਆਦਾ ਨੈਗੇਟਿਵਿਟੀ ਹੈ ਮਾਈਂਡ ਦੇ ਵਿੱਚ, ਲੋਕਾਂ ਦੇ ਮਾਈਂਡ ਦੇ ਵਿੱਚ ਇੰਨਾ ਜ਼ਿਆਦਾ ਨੈਗੇਟਿਵ ਹੈ, ਆਪਾਂ ਉਹ ਰੋਕ ਹੀ ਨਹੀਂ ਪਾਉਂਦੇ। ਕਿਉਂਕਿ ਮੈਂ ਉਹਨਾਂ ਨੂੰ ਅਗਰ ਮੈਂ ਗੱਲ ਵੀ ਕਰਦਾ, ਸ਼ੁਰੂ ਦੇ ਵਿੱਚ ਮੈਂ ਗੱਲ ਕਰਦਾ ਹੈ ਕਿ ਨੈਗੇਟਿਵਿਟੀ ਕਿਵੇਂ ਦੀ ਆਉਂਦੀ ਹੈ, ਮੈਂ ਬਹੁਤ ਇਸ ਬਾਰੇ ਰਿਸਰਚ ਕੀਤੀ ਪਹਿਲਾਂ ਕਿ ਨੈਗੇਟਿਵ ਥਾਟਸ ਆਉਂਦੇ, ਮੈਨੂੰ ਵੀ ਆਉਂਦੇ ਸੀ, ਮੈਨੂੰ ਤੁਹਾਨੂੰ ਪਤਾ, ਮੈਨੂੰ ਆਈ ਥਿੰਕ ਸਾਲ 1.5 ਸਾਲ ਪਹਿਲਾਂ ਐਵੇਂ ਦੇ ਨੈਗੇਟਿਵ ਥਾਟਸ ਆਉਂਦੇ ਸੀ ਕਿ ਮੇਰੇ ਮਾਈਂਡ ਮੇਰੇ ਥਾਟਸ ਦੇ ਵਿੱਚ ਆ ਰਿਹਾ ਕਿ ਮੇਰੇ ਕਿਸੇ ਆਹ ਪਰਸਨ ਦੀ ਡੈਥ ਹੋ ਗਈ ਹੈ ਮੇਰੇ ਸਾਹਮਣੇ, ਮੈਨੂੰ ਉਹਦੀ ਪਿਕਚਰ ਵੀ ਦਿਖਾ ਰਹੀ ਹੈ, ਤਾਂ ਇੰਨੀ ਇਸ ਤੋਂ ਜ਼ਿਆਦਾ ਨੈਗੇਟਿਵ ਤਾਂ ਨਹੀਂ ਕੋਈ ਆ ਸਕਦੀ ਹੈ। ਹੁਣ ਤਾਂ ਡ੍ਰੀਮਸ ਦੇ ਵਿੱਚ ਵੀ, ਹਾਂ ਡ੍ਰੀਮਸ ਦੇ ਵਿੱਚ ਆਉਂਦੀ ਆਬਵੀਅਸਲੀ ਆਉਂਦੀ ਹੈ, ਮਤਲਬ ਕਹਿੰਦੇ ਜੇ ਸਵੇਰੇ ਦੇਖਿਆ ਆ ਤਾਂ ਸਵੇਰ ਦਾ ਸੁਪਨਾ, ਬਹੁਤ ਸਾਰੀ ਗੱਲ ਹੈ। ਮੈਂ ਤੁਹਾਨੂੰ ਦੱਸਦਾ ਉਸ ਚੀਜ਼ ਨੂੰ ਪਤਾ ਕਿਵੇਂ ਟਰੀਟ ਕਰਨਾ ਹੈ। ਤੁਹਾਨੂੰ ਇੱਕ ਚੀਜ਼ ਹਮੇਸ਼ਾ ਯਾਦ ਰੱਖਣੀ ਹੈ ਕਿ ਯੂਨੀਵਰਸ, ਜਿਵੇਂ ਅਗਰ ਤੁਸੀਂ ਯੂਨੀਵਰਸ ਉੱਤੇ ਬਿਲੀਵ ਕਰਦੇ ਹੋ, ਤੁਸੀਂ ਰੱਬ ਦੇ ਉੱਤੇ ਵੀ ਕਰ ਸਕਦੇ ਹੋ, ਤੁਸੀਂ ਇਹ ਚੀਜ਼ ਯੂਨੀਵਰਸ ਨੂੰ ਰੱਬ ਦਾ ਨਾਮ ਵੀ ਲੈ ਸਕਦੇ ਹੋ, ਠੀਕ ਹੈ। ਇੱਕ એનર્ਜੀ ਹੈ ਉਹ ਸਾਰੀ ਜਗ੍ਹਾ ਕਾਮਨ ਹੈ, ਮੈਂ એનર્ਜੀ ਦੇ ਉੱਤੇ ਬਿਲੀਵ ਕਰਦਾ ਉਸ ਚੀਜ਼ ਉੱਤੇ, ਤਾਂ ਤੁਹਾਨੂੰ ਬਸ ਇਸ ਚੀਜ਼ ਤੇ ਬਿਲੀਵ ਕਰਨਾ ਹੈ ਕਿ ਜੋ ਯੂਨੀਵਰਸ ਹੈ ਉਹ ਸਾਰੀ ਚੀਜ਼ ਨੂੰ ਪੂਰਾ ਕਰੋ, ਕਦੀ ਵੀ ਅੱਧੀ ਚੀਜ਼ ਪੂਰੀ ਨਹੀਂ ਕਰਦਾ। ਜੋ ਤੁਸੀਂ ਪੂਰੀ ਬੋਲੋਗੇ ਪੂਰੀ ਚੀਜ਼ ਪੂਰੀ ਕਰੇਗਾ, ਅੱਧੀ ਚੀਜ਼ ਕਦੀ ਪੂਰੀ ਨਹੀਂ ਕਰੇਗਾ। ਇਹ ਬਸ ਮਾਈਂਡ ਦੇ ਵਿੱਚ ਯਾਦ ਰੱਖਣਾ ਸ਼ੁਰੂ ਕਰਨਾ ਹੈ, 200% ਸ਼ੋਰ ਹੈ ਇਹ ਚੀਜ਼ਾਂ, ਠੀਕ ਹੈ। ਹੁਣ ਜਦੋਂ ਮੈਂ ਇਹ ਚੀਜ਼ ਬੋਲੀ ਕਿ ਉਸ ਪਰਸਨ ਦੀ ਮੇਰੇ ਮਾਈਂਡ ਦੇ ਵਿੱਚ ਡੈਥ ਹੋ ਗਈ, ਮਤਲਬ ਮੇਰਾ ਮਾਈਂਡ ਜੋ ਮੈਨੂੰ ਦਿਖਾ ਰਿਹਾ ਹੈ, ਮੈਂ ਨਾਲ ਬਾਰ-ਬਾਰ ਸੋਚਦਾ ਰਿਹਾ, ਮੈਂ ਉਹਨੂੰ ਅੱਗੇ ਬਟ ਲਾਣਾ ਸ਼ੁਰੂ ਕਰ ਦਿੱਤਾ, ਬਟ 70 ਜਾਂ 100 ਸਾਲ ਪਹਿਲਾਂ ਮੇਰੀ 100 ਕਰੋੜ ਦੀ 80 ਕਰੋੜ ਦੀ ਲੋਟਰੀ ਲੱਗੇਗੀ, ਬਟ 70 ਜਾਂ 100 ਸਾਲ ਪਹਿਲਾਂ ਮੇਰੀ 100 ਕਰੋੜ ਦੀ ਜਾਂ 80 ਕਰੋੜ ਦੀ ਲੋਟਰੀ ਲੱਗੇਗੀ। ਹੁਣ ਮੇਰਾ ਮਾਈਂਡ ਬਟ ਦੇ ਅੱਗੇ ਵੀ ਲਾਈਨ ਦੇ ਆ ਗਿਆ, ਹੁਣ ਬਟ 70 ਜਾਂ 100 ਸਾਲ ਮੇਰੇ ਕੋਲ ਹਜੇ, ਅਗਰ ਮੇਰੀ ਪਹਿਲਾਂ ਲੋਟਰੀ ਲੱਗਣੀ ਹੈ ਉਸ ਤੋਂ ਬਾਅਦ ਮੇਰੇ ਕੋਲ 70 ਜਾਂ 100 ਸਾਲ ਦਾ ਟਾਈਮ ਹੈ ਉਹ ਨੈਗੇਟਿਵ ਚੀਜ਼ ਪੂਰੀ ਹੋਣ ਲਈ, ਮੈਨੂੰ ਫਰਕ ਪਏਗਾ? ਮੈਨੂੰ ਫਰਕ ਪਏਗਾ? ਅਗਰ ਰੱਬ ਮੈਨੂੰ ਆ ਕੇ ਬੋਲ ਰਿਹਾ ਅੱਜ ਕਿ ਤੇਰੇ 70-100 ਸਾਲ ਬਾਅਦ ਇਹਨਾਂ ਬਹੁਤ ਮਾੜਾ ਹੋਣ ਵਾਲਾ ਹੈ, ਮੈਨੂੰ ਫਰਕ ਪਏਗਾ? ਮੈਨੂੰ ਫਰਕ ਪਏਗਾ? ਨਹੀਂ ਪਏਗਾ ਨਾ। ਮੈਂ ਹੁਣ ਮੇਰਾ ਅਜੇ ਫੋਕਸ ਪਤਾ ਕਿਤੇ ਸ਼ਿਫਟ ਹੋ ਗਿਆ, ਮੇਰਾ ਦੂਸਰੀ ਵੱਲ ਸ਼ਿਫਟ ਹੋ ਗਿਆ, ਬਟ ਤੋਂ ਬਾਅਦ ਵਾਲੀ ਚੀਜ਼ ਉੱਤੇ ਮੇਰੇ ਮਾਈਂਡ ਵਿੱਚ ਪਲੈਨਿੰਗ ਸ਼ੁਰੂ ਹੋ ਗਈ, ਮੈਂ ਆਹ ਵਾਲੀ ਗੱਡੀ ਲੈਣੀ ਹੈ, 100 ਕਰੋੜ ਦੇ ਵਿੱਚ ਆ ਵੀ ਜਾਏਗੀ ਕਿ ਨਹੀਂ ਆਏਗੀ, ਮੈਂ ਘਰ ਵੀ ਲੈਣਾ, 2 ਕਾਰ ਲੈਣੇ, ਆਹ ਚੀਜ਼ ਲੈਣੀ ਹੈ, ਮੇਰਾ ਮਾਈਂਡ ਖੁਸ਼ ਹੋਣਾ ਸ਼ੁਰੂ ਹੋ ਗਿਆ ਹੈ। ਮੈਂ ਇੱਕ ਹੋਰ ਇਹ ਤਾਂ ਵਨ ਆਫ ਦਾ ਥਿੰਗ, ਮੈਂ ਦੂਸਰੀ ਚੀਜ਼ ਮੈਂ ਕੀ ਕਰਦਾ ਕਿ ਨੈਗੇਟਿਵ ਨੂੰ ਖਤਮ ਕਰਨ ਲਈ ਹੈਵ ਅ ਪੋਜ਼ਿਟਿਵ ਐਸਪੈਕਟ ਔਨ ਇਟ, ਤਾਂ ਕਿ ਉਹ ਪੋਜ਼ਿਟਿਵ ਚੀਜ਼ ਉਹਦੇ ਤੇ, ਉਹ ਮਤਲਬ ਜੇ ਕੋਈ ਥਾਟ ਵੀ ਆਇਆ ਤਾਂ ਪੋਜ਼ਿਟਿਵ ਉਹਦੇ ਉੱਪਰ ਆਪਣੇ ਮਾਈਂਡ ਨੂੰ ਪਾਗਲ ਬਣਾਉਣਾ ਬਸ, ਮਾਈਂਡ ਨੂੰ ਪਾਗਲ ਬਣਾਉਣਾ ਆਪਣੇ, ਇੱਧਰੋਂ ਹੀ ਸਭ ਕੁਝ ਆਉਂਦਾ, ਸਾਰਾ ਸਬਕੌਂਸ਼ੀਅਸ ਮਾਈਂਡ ਨੂੰ ਪਾਗਲ ਬਣਾ ਕੇ ਰੱਖਣਾ, ਡੈਟਸ ਇਟ। ਤੁਸੀਂ ਆਪਣੇ ਮਾਈਂਡ ਨੂੰ, ਜਿਵੇਂ ਤੁਹਾਡਾ ਮਾਈਂਡ ਪਾਗਲ ਬਣਾਉਂਦਾ ਨਾ ਤੁਹਾਨੂੰ ਨੈਗੇਟਿਵ ਚੀਜ਼ਾਂ ਦਿਖਾ ਕੇ, ਤੁਸੀਂ ਆਪਣੇ ਮਾਈਂਡ ਨੂੰ ਪਾਗਲ ਬਣਾਓ, ਕਿਸਨੇ ਰੋਕਿਆ? ਦੂਸਰੀ ਚੀਜ਼ ਕੀ ਹੈ, ਮੈਂ ਇੱਕ ਹੋਰ ਚੀਜ਼ ਯੂਜ਼ ਕਰਦਾ, ਉਹ ਸਿਰਫ ਮੈਂ ਪਰਸਨਲੀ ਆ ਚੀਜ਼ ਯੂਜ਼ ਕਰਦਾ, ਮੈਨੂੰ ਬਾਕੀ ਨਹੀਂ ਪਤਾ ਹੁੰਦੀ ਹੈ ਨਹੀਂ, ਮੈਂ ਉਹ ਚੀਜ਼ ਕੀ ਕਰਦਾ, ਮੈਂ ਦੱਸੀ ਨਹੀਂ ਵੈਸੇ ਕਿਸੇ ਨੂੰ। ਮੈਂ ਅਗਰ ਮੰਨ ਲਓ ਮੈਂ ਬਹੁਤ ਜ਼ਿਆਦਾ ਬੋਰ ਹੋਇਆ ਪਿਆ ਆਪਣੇ ਲਾਈਫ ਤੋਂ, ਜਾਂ ਮੈਨੂੰ ਸਟਕ ਹੋਈ ਪਈ ਹੈ ਮੇਰੀ ਲਾਈਫ, ਮੈਨੂੰ ਹੈਪਨਿੰਗ ਨਹੀਂ ਹੈ, ਮੈਂ ਆਉਣ ਵਾਲੇ 1 ਜਾਂ 1.5 ਮਹੀਨੇ ਬਾਅਦ ਨਾ ਕੋਈ ਟ੍ਰਿਪ ਪਲਾਨ ਕਰ ਲੈਣਾ। ਹੁਣ ਬਹੁਤ ਜਿੱਥੇ ਮੈਂ ਹਮੇਸ਼ਾ ਤੋਂ ਜਾਣਾ ਚਾਹੁੰਦਾ ਸੀ ਬਟ ਜਾ ਨਹੀਂ ਪਾ ਰਿਹਾ ਸੀ, ਮੈਂ ਟਾਈਮ ਪਲਾਨ ਕਰਕੇ ਮੈਂ ਟਿਕਟਾਂ ਲੈ ਕੇ ਰੱਖ ਲਈ, ਨॉन ਰਿਟਰਨੇਬਲ ਵਾਲੀ, ਨॉन ਰਿਫੰਡੇਬਲ ਵਾਲੀ, ਤਾਂ ਉਹ ਮੇਰਾ ਸਿਰਫ ਉਹ ਟਾਈਮ ਵਧੀਆ ਨਹੀਂ ਜਾਏਗਾ, ਮੇਰਾ ਅੱਜ ਤੋਂ ਲੈ ਕੇ ਉਹ ਵਾਲਾ ਟਾਈਮ ਸਾਰਾ ਵਧੀਆ ਜਾਏਗਾ। ਮੇਰੇ ਨਾਲ ਕੁਝ ਮਾੜਾ ਵੀ ਹੋ ਜਾਣਾ ਇਨ ਬਿਟਵੀਨ, ਮੈਨੂੰ ਮਾੜੀ ਚੀਜ਼ ਦਾ ਇਫੈਕਟ ਹੀ ਨਹੀਂ ਪਊਗਾ ਕਿ ਮੈਂ ਹੁਣ ਉਹ ਬ੍ਰੇਕ ਲੈਣ ਵਾਲਾ ਮੇਰਾ ਮਾਈਂਡ ਦੇ ਵਿੱਚ, ਮੈਂ ਰਾਤ ਨੂੰ ਫਿਰ ਆਈਟਨਰੀ ਪਲਾਨ ਕਰ ਰਿਹਾ ਹੂੰਗਾ, ਮੈਂ ਆਹ ਵਾਲੀ ਚੀਜ਼ ਉੱਥੇ ਟਰਾਈ ਕਰਨੀ ਹੈ, ਮੈਂ ਇੱਥੇ ਜਾਣਾ, ਮੈਂ ਇੱਥੇ ਘੁੰਮਣਾ, ਮੈਂ ਆਹ ਚੀਜ਼ ਖਾਣੀ ਹੈ। ਉਹ ਸਾਰਾ ਦਿਨ ਲਾਈਫ 3 ਚੀਜ਼ਾਂ ਦੇ ਵਿੱਚ ਨਿਕਲ ਜਾਣੀ ਚਾਹੀਦੀ, ਜਾਂ ਤਾਂ ਉਸ ਤੋਂ ਪਿੱਛੇ ਵਾਲੀ ਹੋ ਚੀਜ਼ ਦੇ ਐਕਸਾਈਟਮੈਂਟ ਦੇ ਵਿੱਚ, ਜਾਂ ਚੀਜ਼ ਹੋਣ ਦੇ ਵਿੱਚ, ਜਾਂ ਅੱਗੇ ਆਉਣ ਵਾਲੇ ਉਹਦੀ ਮੈਮਰੀਜ਼ ਦੇ ਵਿੱਚ, ਆ 3 ਚੀਜ਼ਾਂ ਵਾਸਤੇ ਲਾਈਫ ਨਿਕਲ ਜਾਣੀ ਚਾਹੀਦੀ ਹੈ, ਡੈਟਸ ਇਟ। ਇਹ ਚੀਜ਼ ਜਦੋਂ ਵੀ ਮੈਂ ਬੋਲਦਾ ਮੈਨੂੰ ਗੂਸ ਬੰਪਸ ਆ ਜਾਂਦੇ ਪਤਾ ਨਹੀਂ ਕਿਉਂ। ਆਈ ਐਮ ਐਕਚੁਅਲੀ ਫੀਲਿੰਗ ਇਟ, ਬਿਕਾਜ਼ ਮੈਂ ਵੀ ਸੋਚਦੀ ਹਾਂ ਕਿ ਯਾਰ ਪਾਸ ਦੇ ਵਿੱਚ ਇਹ ਹੋ ਗਿਆ, ਇਹ ਹੋ ਗਿਆ, ਫਿਰ ਸੋਚਦੇ ਕਿ ਨਹੀਂ ਯਾਰ ਉਸ ਬੰਦੇ ਨਾਲ ਇਹ ਤੋਂ ਵੀ ਮਾੜਾ ਹੋਇਆ ਆ, ਲੈਟਸ ਬੀ ਇਨ ਅ ਹੈਪੀ ਪਲੇਸ, ਸਟੇ ਪੇਸ਼ੈਂਟ ਐਂਡ ਵੇਟ ਫॉर द ਯੂਨੀਵਰਸ ਵਾਟਐਵਰ ਇਟ ਇਜ਼ ਗਿਵਿੰਗ। ਬਟ ਐਟ ਦ ਸੇਮ ਟਾਈਮ ਜਦੋਂ ਅਸੀਂ ਕੋਈ ਅੱਛੀ ਚੀਜ਼ ਨੂੰ ਐਕਸਪੈਕਟ ਕਰਨ ਲੱਗ ਪੈਂਦੇ, ਦੈਟ ਚੇਂਜਸ ਅ ਲੋਟ ਆਫ ਵਾਈਬ੍ਰੇਸ਼ਨਸ ਫॉर ਅਸ, ਸੋ એનર્ਜੀ ਚੇਂਜ ਹੋ ਜਾਂਦੀ ਆ। ਬਸ ਉਹੀ ਚੀਜ਼ ਹੈ, એનર્ਜੀ ਚੇਂਜ ਕਰਕੇ ਰੱਖਣੀ ਹੈ, ਤੇ ਉਸ ਨਾਲ ਕੰਪੇਅਰ ਕਰਨਾ, ਕੰਪੇਅਰ ਵੀ ਨਹੀਂ ਕਰਨਾ। ਤੁਸੀਂ ਇਹਨੇ ਬੋਲੀ ਕਿ ਉਸ ਪਰਸਨ ਨਾਲ ਹੋਰ ਵੀ ਮਾੜਾ ਹੋਇਆ ਤਾਂ ਮੈਂ ਖੁਸ਼ ਹਾਂ, ਉਹ ਕੰਪੇਅਰ ਨਾ ਕਰੋ। ਆਪਣੀ ਸਿਚੁਏਸ਼ਨਸ ਇੰਨੇ ਐਡਵਰਸ ਹੁੰਦੇ ਆ, ਵੀ ਸੀ ਸਮਬਡੀ ਐਲਸ ਗੋਇੰਗ ਥਰੂ
ਮਤਲਬ ਹੁਣੀ ਰੀਸੈਂਟਲੀ ਕੋਈ ਇੱਕ ਬੈਡ ਨਿਊਜ਼ ਮੇਰੇ ਸਾਹਮਣੇ ਆਈ ਤਾਂ ਮੈਂ ਆਪਣੀ ਸਿਚੁਏਸ਼ਨ ਨੂੰ ਸੋਚਦੀ ਮੈਂ ਕਿਹਾ ਯਾਰ ਉਹਨਾਂ ਨਾਲ ਕਿੰਨਾ ਜ਼ਿਆਦਾ ਹੋ ਗਿਆ ਸੋ ਸਟੇ ਪੇਸ਼ੈਂਟ ਜਿੱਥੇ ਵੀ ਆ ਮੈਂ ਇਟ ਇਜ਼ ਹੈਪੀ ਗੁੱਡ ਪਲੇਸ ਵੀ ਜਸਟ ਹੈਵ ਟੂ ਸਟੇ ਐਟ ਦ ਸੇਮ ਪੇਸ ਐਗਜ਼ੈਕਟਲੀ ਤੇ ਕਿਸੇ ਨਾਲ ਕੰਪੇਅਰ ਕਰਨਾ ਜਿੱਦਾਂ ਵੀ ਰੱਬ ਦੇ ਰਿਹਾ ਜੋ ਵੀ ਦੇ ਰਿਹਾ ਸਭ ਵਧੀਆ ਕਰ ਰਿਹਾ ਹੈ ਬਟ ਹੁਣ ਇਹ ਤੋਂ ਜ਼ਿਆਦਾ ਜੇ ਮੈਂ ਸੋਚਾਂ ਤਾਂ ਤੁਹਾਡੇ ਤੋਂ ਸੁਣਨ ਤੋਂ ਬਾਅਦ ਆਈ ਫੀਲ ਕਿ ਕੋਈ ਅੱਛੀ ਚੀਜ਼ ਤੁਸੀਂ ਪਹਿਲੇ ਹੀ ਪਲਾਨ ਕਰਕੇ ਰੱਖੋ ਸੋ ਦੈਟ ਆਉਣ ਵਾਲਾ ਸਾਰਾ ਟਾਈਮ ਤੁਹਾਡਾ ਬਹੁਤ ਜ਼ਿਆਦਾ ਵਧੀਆ ਜਾਏਗਾ ਇਟਸ ਸੱਚ ਅ ਬਿਊਟੀਫੁਲ ਥਾਟ ਦੈਟ ਇਜ਼ ਰੀਅਲੀ ਅ ਮੈਂ ਚੀਜ਼ੋਂ ਤੇ ਵਰਕ ਕਰਦਾ ਮੇਰੇ ਆਉਣ ਵਾਲੇ ਕੁਝ ਟ੍ਰਿਪਸ ਪਲਾਨ ਵੀ ਹੈ So we were planning from a long time this podcast because of which I was really excited और ਉਸ ਤੋਂ ਜ਼ਿਆਦਾ excited ਸੀ ਸਾਡੀ ਪੂਰੀ ਟੀਮ ਜਦੋਂ ਉਹਨਾਂ ਨੂੰ ਪਤਾ ਲੱਗਿਆ you are coming and I was giving a little brief introduction to them ਔਰ ਉਸ ਦਾ ਅਸੀਂ ਨਜ਼ਾਰਾ ਦੇਖਿਆ ਕਿ ਸਾਰੇ ਕਿੰਨੇ ਖੁਸ਼ ਹੋਏ ਕਿਉਂਕਿ PTC ਨਿਊਜ਼ ਦੇ ਆਫਿਸ ਦੇ ਵਿੱਚ ਯੂਜੂਅਲੀ ਹੁੰਦਾ ਕਿ ਬਹੁਤ ਬ੍ਰੇਕਿੰਗ ਨਿਊਜ਼ ਹੋਗੀ ਕੋਈ ਸੈਡ ਨਿਊਜ਼ ਹੋਗੀ ਮੂਡ ਕਾਫੀ ਇੰਟੈਂਸ ਰਹਿੰਦਾ ਆਲ ਦ ਟਾਈਮ ਔਰ ਅੱਜ ਸਾਰੇ ਇੰਨੇ ਖੁਸ਼ ਹੋ ਗਏ ਥੈਂਕ ਯੂ ਫॉर bringing so much of smiles on their face so ਹੁਣ ਇੱਕ ਹੋਰ ਐਸਪੈਕਟ ਹੈ astrological manifestation we have talked about it healing there comes a healing thing also chakras have to be balanced they have to be healed ਤਾਂ ਹੀ ਅਸੀਂ ਕਿਸੇ ਚੀਜ਼ ਨੂੰ ਮੈਨੀਫੈਸਟ ਕਰ ਸਕਦੇ ਆਪਣੀ ਲਾਈਫ ਬਣਾ ਸਕਦੇ ਰਿਐਲਿਟੀ ਟਰਨ ਇਨ ਕਰ ਸਕਦੇ ਹਾਂ what do you have to say about it ਕਿ healing ਕਿਸ ਤਰੀਕੇ ਦੇ ਨਾਲ ਅਸੀਂ ਈਜ਼ੀਲੀ ਕਰ ਸਕਦੇ ਹਾਂ and do we need to go to the specific people ਜਿਹੜੇ trained ਨੇ ਇਸ ਦੇ really ਸੀ ਹੀਲਿੰਗ ਦਾ ਅਗਰ ਤੁਹਾਨੂੰ ਪਤਾ ਹੈ ਤੁਸੀਂ ਆਪ ਵੀ ਕਰ ਸਕਦੇ ਹੋ ਹੀਲਿੰਗ ਵਨ ਆਫ ਦਾ ਆਈ ਥਿੰਗ ਹੈ ਕਿ ਆਪਾਂ ਜੋ ਸਾਡੇ ਅੰਦਰ ਨੈਗੇਟਿਵਿਟੀ ਭਰੀ ਹੋਈ ਹੈ ਜੋ ਸਾਡੇ ਅੰਦਰ ਸਾਰੇ ਉਹ ਪ੍ਰੈਸ਼ਰਾਈਜ਼ ਆਪਾਂ ਹੋਏ ਪਏ ਹਾਂ ਬਹੁਤ ਸਾਰੀ ਚੀਜ਼ਾਂ ਸਾਡੇ ਚੱਲ ਰਹੀਆਂ ਆਪਾਂ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਉਹਨੂੰ ਦੂਸਰਾ ਵਰਡ ਆਪਾਂ ਹੀਲਿੰਗ ਕਹਿ ਦਿੰਦੇ ਹਾਂ ਅੱਛਾ ਹੀਲਿੰਗ ਦਾ ਮਤਲਬ ਹੈ ਅਗਰ ਸਾਰੀ ਉਹ ਚੀਜ਼ਾਂ ਸਾਡੇ ਅੰਦਰੋਂ ਨਿਕਲ ਜੂਗੀਆਂ ਤੁਸੀਂ ਆਪਣੇ ਆਪ ਹੀ ਹੀਲ ਹੋਗੇ ਨਾ ਉਹੀ ਚੀਜ਼ ਹੈ ਮੈਂ ਵਨ ਆਫ ਦਾ ਉਹਦਾ ਐਸਪੈਕਟ ਕਰਵਾਉਂਦਾ ਵੀ ਆਪਣੇ ਸੈਸ਼ਨ ਦੇ ਵਿੱਚ ਕਿ ਕਿਵੇਂ ਤੁਸੀਂ ਹੀਲ ਕਰ ਸਕਦੇ ਹੋ ਆਪਣੇ ਆਪ ਨੂੰ ਬਹੁਤ ਸਾਰਾ ਇਹਦਾ ਐਡਵਾਂਸ ਸਟੇजेस ਵੀ ਹੈ ਹੀਲਿੰਗ ਦੀਆਂ ਉਹ ਡਿਪੈਂਡ ਕਰਦਾ ਤੁਸੀਂ ਕਿਸ ਸਟੇਜ ਤੇ ਉਹਦੇ ਨਿਕਲ ਰਹੇ ਹੋ ਡਿਪਰੈਸ਼ਨ ਦੇ ਵਿੱਚ ਜ਼ਿਆਦਾਤਰ ਯੂਜ਼ ਹੁੰਦੀ ਹੈ ਅਗਰ ਕੋਈ ਪਰਸਨ ਡਿਪਰੈਸ਼ਨ ਦੇ ਵਿੱਚ ਹੈ ਤਾਂ ਹੀਲਿੰਗ ਦੇ ਹੋਰ ਅੱਗੇ ਸਟੈਪਸ ਆਉਂਦੇ ਹਾਂ ਅੱਛਾ ਤਾਂ ਡਿਪਰੈਸ਼ਨ ਵੀ ਮੈਨੂੰ ਲੱਗਦਾ ਕਿ ਮੈਂ ਇਸ ਟਾਈਮ ਤੇ ਨਾ ਡਿਪਰੈਸ਼ਨ ਔਰ ਮੈਨੀਫੈਸਟੇਸ਼ਨ ਜਿੰਨਾ ਅਸੀਂ ਸੁਣਦੇ ਉਨਾ ਹੀ ਡਿਪਰੈਸ਼ਨ ਵੀ ਸੁਣਦੇ ਆ ਮਤਲਬ ਇਟ ਵਾਸ ਨਾਟ ਅ ਵਰਡ ਫਰੋਮ ਅ ਲੌਂਗ ਟਾਈਮ ਕਿ ਅਸੀਂ ਨਹੀਂ ਸੁਣੇ ਸਾਡੇ ਘਰਾਂ ਦੇ ਵਿੱਚ ਇਦਾਂ ਦੀ ਚੀਜ਼ਾਂ ਨਹੀਂ ਕੋਈ ਡਿਪਰੈਸ਼ਨ ਕਹਿੰਦੇ ਤਾਂ ਪਾਗਲ ਹੈ ਚੁੱਪ ਕਰਕੇ ਬੈਠਾ ਕੁਝ ਨਹੀਂ ਹੋਇਆ ਤੇ ਹੁਣ ਉਹ ਚੀਜ਼ ਨੂੰ ਇੱਕ ਲਿਟਰਲੀ ਮੈਂਟਲ ਇਲਨੈਸ ਦੇ ਤੌਰ ਤੇ ਲਿੱਤਾ ਜਾਂਦਾ ਹੈ ਡੂ ਯੂ ਥਿੰਕ ਦੈਟ ਇਟ ਵਾਸ ਨਾਟ देयर ਬਿਫੋਰ ਜਾਂ ਉਹਨੂੰ ਹੁਣ ਐਕਨੋਲੇਜ ਕੀਤਾ ਜਾ ਰਿਹਾ ਹੈ ਅੱਜ ਜ਼ਿਆਦਾ ਹੋ ਗਈ ਹੈ ਕਿਉਂਕਿ ਹਰ ਛੋਟੀ ਗੱਲ ਤੇ ਲੋਕ ਡਿਪਰੈਸ਼ਨ ਤੇ ਆ ਜਾਂਦੇ ਆ ਕਿਸੇ ਕੁੜੀ ਨੂੰ ਉਹਦੇ ਬॉयਫ੍ਰੈਂਡ ਨੇ ਬ੍ਰੇਕਅਪ ਕਰ ਲਿਆ ਡਿਪਰੈਸ਼ਨ ਹੋ ਗਿਆ ਐਕਚੁਅਲੀ ਕਿਸੇ ਦੇ ਮਾਰਕਸ ਘਟੇ ਹੋ ਗਏ ਡਿਪਰੈਸ਼ਨ ਦੇ ਵਿੱਚ ਆ ਗਈ ਹੈ ਹੁਣ ਕਈ ਵਾਰ ਡਿਪਰੈਸ਼ਨ ਹੁੰਦਾ ਵੀ ਨਹੀਂ ਬਟ ਆਪਾਂ ਵਰਡ ਡਿਪਰੈਸ਼ਨ ਦੇ ਕੇ ਸੱਚੀ ਡਿਪਰੈਸ਼ਨ ਲੈ ਲੈਂਦੇ ਆ ਔਰ ਉਹੀ ਨਾ ਉਹ ਸਾਰੀ ਚੀਜ਼ਾਂ ਜਦ ਸਾਡੇ ਅਸੀਂ ਦੇਖ ਰਹੇ ਹਾਂ ਉਹ ਸਾਡੇ ਚੀਜ਼ ਇਨਬਿਲਟ ਹੋ ਰਹੀ ਹੈ ਸਾਡੀ ਸਟ੍ਰੀਮਲਾਈਨ ਹੋ ਰਹੀ ਹੈ ਐਗਜ਼ੈਕਟਲੀ ਜਿੰਨਾ ਤੁਸੀਂ ਬੋਲੋਗੇ ਨਾ ਡਿਪਰੈਸ਼ਨ ਜਾ ਗਈ ਉਹ ਸਹੀ ਹੋ ਜਾਊਗਾ ਇੱਕ ਵਨ ਆਫ ਦਾ ਬੁੱਕਸ ਮੈਂ ਪੜਿਆ ਸੀ ਦ ਪਾਵਰ ਆਫ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਉਹਦੇ ਵਿੱਚ ਇੱਕ ਲਾਈਨ ਸੀ ਇੱਕ ਚੀਜ਼ ਸੀ ਛੋਟੀ ਸਟੋਰੀ ਸੀ ਤੁਸੀਂ ਜਿੰਨਾ ਆਪਣੇ ਮਾਈਂਡ ਨੂੰ ਬਾਰ-ਬਾਰ ਫੀਡ ਕਰਦੇ ਰਹੋਗੇ ਨਾ ਉਹ ਚੀਜ਼ ਹੋ ਜਾਂਦੀ ਹੈ ਰੀਅਲ ਦੇ ਵਿੱਚ ਤੁਸੀਂ ਅਗਰ ਫੀਲ ਕਰ ਰਹੇ ਹੋ ਨਾ ਮੇਰਾ ਐਕਸੀਡੈਂਟ ਹੋਣ ਵਾਲਾ ਆਉਣ ਵਾਲੇ 2 ਦੇ 3 ਦੇ ਵਿੱਚ ਤੁਹਾਡਾ ਨਾ ਐਕਸੀਡੈਂਟ ਹੋਣ ਵਾਲਾ ਔਰ 100% ਹੋਣ ਵਾਲਾ ਆ ਚੀਜ਼ 99 ਵੀ ਨਹੀਂ 100% ਹੋਣ ਵਾਲਾ ਜ਼ਰੂਰੀ ਹੈ ਫਿਰ ਆ ਚੀਜ਼ਾਂ ਕਰਨੀਆਂ ਪੋਜ਼ਿਟਿਵ ਚੀਜ਼ਾਂ ਕਰੋ ਸਾਡੇ ਮਾਈਂਡ ਦੀ ਥਿੰਕਿੰਗ ਸਾਡੇ ਕੰਟਰੋਲ ਦੇ ਵਿੱਚ ਨਹੀਂ ਹੈ ਯੂ ਕੈਨ ਸੇ ਬਟ ਸਾਡੇ ਜੋ ਮੂੰਹ ਚੋਂ ਆਵਾਜ਼ ਨਿਕਲ ਰਹੀ ਹੈ ਉਹ ਤਾਂ ਸਾਡੇ ਕੰਟਰੋਲ ਦੇ ਵਿੱਚ ਹੈ ਨਾ ਤੁਸੀਂ ਉਹਨੂੰ ਤਾਂ ਕੰਟਰੋਲ ਕਰ ਸਕਦੇ ਹੋ ਅਗਰ ਤੁਸੀਂ ਉਹ 1% ਆਫ ਚੀਜ਼ ਨੂੰ ਕੰਟਰੋਲ ਕਰ ਲਿਆ ਨਾ ਤੁਹਾਡੀ 99% ਆਫ ਅੰਦਰ ਚੀਜ਼ਾਂ ਆਪਣੇ ਆਪ ਕੰਟਰੋਲ ਹੋ ਜਾਣਗੀਆਂ and what is about subconscious and conscious mind because you are reading minds ਤੇ ਤੁਹਾਨੂੰ ਲੱਗਦਾ ਕਿ which mind we should be working on because subconscious obviously conscious ਤੁਸੀਂ ਕਰ ਹੀ ਰਹੇ ਹੋ conscious ਸਾਡੇ conscious ਤਾਂ ਉਹੀ ਹੈ ਨਾ ਤੁਸੀਂ ਕਰ ਰਹੇ ਹੋ difference ਕੀ ਹੈ ਪਹਿਲੇ I would like to because ਤੁਸੀਂ ਇਸ ਚੀਜ਼ 'ਚ ਐਕਸਪਰਟ ਹੋ conscious ਦੇ ਵਿੱਚ ਕੀ ਹੈ ਤੁਸੀਂ ਜੋ ਚੀਜ਼ਾਂ ਆਪਣੇ ਮਾਈਂਡ ਨੂੰ ਕਰਵਾ ਰਹੇ ਹੋ conscious ਹੈ ਨਾਰਮਲੀ ਜੋ ਚੀਜ਼ ਤੁਹਾਡੇ ਮੈਂ ਅਗਰ ਦੱਸਾਂ ਜਦੋਂ ਤੁਸੀਂ ਤੁਹਾਡੇ ਮਾਈਂਡ ਦੇ ਵਿੱਚ ਤੁਹਾਡੇ ਹੱਥ ਦੇ ਵਿੱਚ ਤੁਹਾਡੇ ਮਾਈਂਡ ਦੇ ਤੁਸੀਂ ਕਰਵਾਉਣਾ ਚਾਹੁੰਦੇ ਜੋ ਐਕਟੀਵਿਟੀ ਕਰਵਾ ਦੋ ਤੁਹਾਡੇ ਹੱਥ ਦੇ ਵਿੱਚ ਹੈ ਉਹ conscious mind ਤੁਹਾਡੇ ਹੱਥ ਦੇ ਵਿੱਚ ਨਹੀਂ ਹੈ ਜੋ ਬੈਕ ਆਫ ਦਾ ਮਾਈਂਡ ਤੁਹਾਡੇ ਮਾਈਂਡ ਦੇ ਵਿੱਚ ਪ੍ਰੋਸੈਸ ਹੁੰਦੀ ਰਹਿੰਦੀ ਹੈ ਚੀਜ਼ਾਂ ਜੋ ਤੁਹਾਡੀ ਥਿੰਕਿੰਗ ਹੈ ਉਹ ਦੀ ਸਬਕੌਂਸ਼ੀਅਸ ਮਾਈਂਡ ਜਿੱਦਾਂ ਅਸੀਂ ਕਾਰ ਡਰਾਈਵ ਕਰਨੀ ਹੈ ਵੀ ਡੋਨਟ ਹੈਵ ਟੂ ਟੀਚ ਆਰ ਮਾਈਂਡ ਕਿ ਹਾਂ ਹੁਣ ਕਰਨਾ ਉਹ ਕਾਰ ਅਸੀਂ ਜਿੱਦਾਂ ਆਈ ਸਿਟ ਇਨ ਦ ਕਾਰ ਮੈਨੂੰ ਪਤਾ ਕਿ ਇਗਨੀਸ਼ਨ ਕਿੱਥੋਂ ਦੇਣਾ ਹੈ ਐਕਸਲਰੇਟਰ ਕਿੱਥੋਂ ਦੇਣਾ ਹੈ ਐਂਡ ਆਈ ਮੂਵ ਦ ਕਾਰ ਲੇਕਿਨ ਜਦੋਂ ਕੁਝ ਮੈਂ ਪਲਾਨ ਕਰਨੀ ਕੋਈ ਇੰਟਰਵਿਊ ਜਾਂ ਕੁਝ ਹੈ then I have to work on my conscious mind ਜੋ ਚੀਜ਼ ਪਲਾਨ ਕੀਤੀ ਜਾ ਰਹੀ ਹੈ that is conscious and which is already back already ਆਪਣੇ ਆਪ ਤੋਂ ਇੰਪਲਸ ਦੇ ਰਹੀ ਹੈ ਜੋ ਆਪਣੇ ਆਪ ਹੋ ਰਹੀ ਹੈ ਉਹ ਚੀਜ਼ਾਂ ਉਹ subconscious mind ਸੋ ਉੱਤੇ ਕਿੱਦਾਂ ਵਰਕ ਕੀਤਾ ਜਾ ਸਕਦਾ ਕਿ ਅਸੀਂ ਉਹਨੂੰ ਪਹਿਲੇ ਹੀ ਆਪਣੇ ਸਬਕੌਂਸ਼ੀਅਸ 'ਚ ਫੀਡ ਕਰਤਾ ਜਾਏ and that becomes our subconscious mind ਪਤਾ ਕੀ ਹੈ ਹੁਣ ਅੱਜ ਮੈਂ ਫॉर ਐਗਜ਼ਾਮਪਲ ਮੈਂ ਮੈਨੀਫੈਸਟੇਸ਼ਨ ਦਾ ਹੀ ਲੈ ਕੇ ਚੱਲਦਾ ਮੈਂ ਉਹ ਟਾਈਮ ਆਪਾਂ ਮੈਨੀਫੈਸਟ ਕਰ ਰਹੇ ਹਾਂ ਮੈਂ ਮਾਈਂਡ ਅੱਖਾਂ ਬੰਦ ਕਰਕੇ ਰਿਲੈਕਸ ਕਰਕੇ ਮੇਰੇ ਨਾਲ ਯਾਰ ਮੈਂ ਕਰੋੜਪਤੀ ਬਣ ਰਿਹਾ ਮੈਂ ਆ ਚੀਜ਼ ਕਰ ਰਿਹਾ ਇਸ ਟਾਈਮ ਤੇ ਹਨਾ ਅੰਦਰੋਂ ਮਾਈਂਡ ਵਿੱਚ ਥਾਟ ਆ ਜਾਂਦਾ ਯਾਰ ਮੈਂ ਹੈ ਤਾਂ ਹੈ ਨਹੀਂ ਆ ਉਹ ਥਾਟ ਕਿੱਥੋਂ ਆਇਆ ਸਬਕੌਂਸ਼ੀਅਸ ਮਾਈਂਡ ਤੋਂ ਉਹ ਥਾਟ ਕਿੱਥੋਂ ਆਇਆ ਮੈਂ ਨਹੀਂ ਉਹ ਸਬਕੌਂਸ਼ੀਅਸ ਮਾਈਂਡ ਤੋਂ ਆਇਆ ਬਾਕੀ ਸਾਰੀ ਚੀਜ਼ਾਂ ਕੌਨਸ਼ੀਅਸ ਮਾਈਂਡ ਤੋਂ ਆਈ ਕਿਉਂਕਿ ਮੈਂ ਉਹ ਚੀਜ਼ ਬੋਲ ਰਿਹਾ ਕਿ ਮੈਂ ਹੈ ਮੈਂ ਕਰਵਾ ਰਿਹਾ ਆਪਣੇ ਆਪ ਤੋਂ ਬਟ ਜੋ ਇੱਕ ਥਾਟ ਆ ਗਿਆ ਨਾ ਵਿੱਚੋਂ ਉਹ ਸਬਕੌਂਸ਼ੀਅਸ ਮਾਈਂਡ ਨੇ ਜਿੱਤਾ ਉਹ ਸਾਰਾ ਚੀਜ਼ ਖਰਾਬ ਕਰਤੀ ਉਸੇ ਤਾਂ ਹੀ ਸਾਡੀ ਅਚੀਵ ਨਹੀਂ ਪੂਰੀ ਹੋ ਰਹੀ ਤਾਂ ਹੀ ਤਾਂ ਮੈਂ ਕਰੋੜਪਤੀ ਨਹੀਂ ਬਣ ਪਾ ਰਿਹਾ ਅੱਜ ਦੇ ਰੇਟ ਤੇ ਆ ਚੀਜ਼ ਹੈ ਉਹ ਵਿੱਚੋਂ ਆਵਾਜ਼ ਜਿਹੜੀ ਆਉਂਦੀ ਹੈ ਨਾ ਸਾਨੂੰ ਵਿੱਚ ਕਹਿਣ ਵਾਲੀ ਯਾਰ ਆ ਤਾਂ ਨਹੀਂ ਹੋ ਸਕਦੀ ਇਹ ਤਾਂ ਰਿਐਲਿਟੀ ਨਹੀਂ ਹੈ ਆਪਾਂ ਤਾਂ ਕਰ ਰਹੇ ਹਾਂ ਬਟ ਬੈਕ ਆਫ ਦਾ ਮਾਈਂਡ ਆ ਚੀਜ਼ ਨਹੀਂ ਹੋ ਰਹੀ ਹੈ ਆ ਚੀਜ਼ ਸਬਕੌਂਸ਼ੀਅਸ ਮਾਈਂਡ ਹੈ
ਆਹੀ ਤਾਂ ਵਨ ਆਫ ਨੈਗੇਟਿਵਿਟੀ ਹੈ ਸਾਡੇ ਅੰਦਰ ਜੋ ਅਸੀਂ ਜੋ ਮੈਂ ਸੈਸ਼ਨ ਦੇ ਵਿੱਚ ਆ ਵੀ ਇਸ ਚੀਜ਼ ਦੇ ਉੱਤੇ ਵਰਕ ਕਰਦਾ ਕਿ ਆਪਾਂ ਇਸ ਚੀਜ਼ ਕਿਵੇਂ ਹਟਾ ਸਕਦੇ ਹਾਂ। तो सानू वर्क सबकॉन्शियस माइंड ते मोर प्रोफाउंडली करना चाहिए आई फील। ਐਗਜ਼ੈਕਟਲੀ ਸਬਕੌਂਸ਼ੀਅਸ ਮਾਈਂਡ ਠੀਕ ਹੋ ਗਿਆ ਅਗਰ ਤੁਹਾਨੂੰ ਅੰਦਰ ਆਪਣੇ ਮਾਈਂਡ ਦੇ ਅੰਦਰੋਂ ਪਤਾ ਹੈ ਕਿ ਇਹ ਚੀਜ਼ ਹੋਣ ਵਾਲੀ ਹੈ ਤੁਸੀਂ ਉਸੇ ਚੀਜ਼ ਵੱਲ ਅਲਾਈਨ ਹੋ ਕੇ ਉਸ ਚੀਜ਼ ਵੱਲ ਉਸੇ ਹੋਣ ਵੱਲ ਕੰਮ ਕਰ ਰਹੇ ਹੋ ਚੀਜ਼ ਪੱਕਾ ਹੋਏਗੀ ਤੁਹਾਡੇ ਵਾਸਤੇ। ਬਿਊਟੀਫੁਲ ਬਿਊਟੀਫੁਲ ਸੋ ਥੈਂਕ ਯੂ ਸੋ ਮਚ। ਤੁਹਾਡੇ ਨਾਮ ਤਾਂ ਤੁਸੀਂ ਦੱਸਤਾ ਜਸਪ੍ਰੀਤ ਸਿੰਘ ਇਜ਼ ਯਾ ਨੇਮ ਪੰਜਾਬੀ ਹੋ ਸਾਰੇ ਵਰਗੇ ਕਰਦੇ ਕੀ ਬੁਲਾਉਂਦੇ ਜਸਪ੍ਰੀਤ ਬੁਲਾਉਂਦੇ ਜਾਂ ਸਨੀ ਮੈਜਿਕ? ਸਨੀ ਬੁਲਾਉਂਦੇ ਮੈਜਿਕ ਤਾਂ ਨਹੀਂ ਸਨੀ ਬੁਲਾਉਂਦੇ ਆ ਮਤਲਬ ਮੇਰੀ ਦਾਦੀ ਤਾਂ ਹਜੇ ਵੀ ਕਹਿੰਦੇ ਕੋਈ ਜੌਬ ਕਰ ਕੋਈ ਆਏ ਤੇ ਕਦੋਂ ਤੱਕ ਚੱਲਣਾ ਹੈ ਹਾਂ ਕਦੋਂ ਤੱਕ ਚੱਲਣਾ ਹੈ ਕਦੋਂ ਤੱਕ ਚੱਲਣਾ ਹੈ ਤੇਰਾ ਕੰਮ ਕਿਸੇ ਨੇ ਕੁੜੀ ਨਹੀਂ ਦੇਣੀ ਹੈ ਇਹ ਨਹੀਂ ਦੇਣਾ ਹੈ। ਸੋ ਇਹ ਪੰਜਾਬੀਆਂ ਦੇ ਘਰ ਦੇ ਵਿੱਚ ਨਾ ਯੂਜੂਅਲੀ ਇਹ ਸਭ ਤੋਂ ਵੱਡਾ ਹੁੰਦਾ ਕਿ ਯਾਰ ਤੂੰ ਕੰਮ ਨੌਕਰੀ ਚੰਗੀ ਲੈ ਲਾ ਹਾਂ ਚਾਹੇ 10,000 ਪਰ ਮਹੀਨੇ ਦੀ ਲੈ ਲਾ ਪਰ ਫਿਕਸ ਚਾਹੀਦੀ ਹੈ ਕਿ ਕਹਿਣ ਜੋਗੀ ਹੋਈਏ ਕਿ ਨਹੀਂ ਨੌਕਰੀ ਕਰਦਾ ਹੈ ਨੌਕਰੀ ਕਰਦਾ ਨਹੀਂ ਤਾਂ ਘਰੇ ਬੈਠਾ ਰਹਿੰਦਾ ਸਾਰਾ ਦਿਨ ਮੈਂ ਬੈਠ ਤੇ ਬੈ ਕੇ ਸੈਸ਼ਨ ਲੈ ਰਿਹਾ ਹੁੰਦਾ ਸਾਰਾ ਦਿਨ ਐਵੇਂ ਓ ਦੈਟ ਇਜ਼ ਆਫ ਨੋ ਵਰਥ ਟੂ ਆਰ ਐਲਡਰਸ ਉਹਨਾਂ ਨੂੰ ਲੱਗਦਾ ਨਹੀਂ ਨਹੀਂ ਤੂੰ ਨੌਕਰੀ ਤੇ 9 ਤੋਂ 5 ਜਾ ਕੇ ਆਪਣੇ ਡੈਸਕ ਜੌਬ ਕਰ। ਸੋ ਵਧੀਆ ਲੱਗਾ ਸੀ ਜਦੋਂ ਨੌਕਰੀ ਛੱਡੀ ਸੀ ਰੀਅਲ ਏਸਟੇਟ ਦੀ। ਬਹੁਤ ਮੈਂ ਡ੍ਰੀਮ ਲਾਈਫ ਜਿੰਦਾ ਆਪਣੀ ਇਸ ਟਾਈਮ ਤੇ ਮੈਨੂੰ ਪਤਾ ਮੈਂ ਜਦੋਂ ਚੱਲ ਵੀ ਰਿਹਾ ਹਾਂ ਨਾ ਮੈਂ ਉੱਪਰ ਦੇਖ ਕੇ ਮੈਨੂੰ ਗੂਜ਼ਬੰਪਸ ਆ ਜਾਂਦੇ ਕਿ ਯਾਰ ਮੈਂ ਲਿਟਰਲੀ ਮੈਂ ਚੀਜ਼ ਜੀ ਰਿਹਾ ਇਸ ਟਾਈਮ ਤੇ ਪਰ ਮੈਂ ਇਸ ਤੋਂ ਬਹੁਤ ਅੱਗੇ ਚੀਜ਼ਾਂ ਕਰਨ ਵਾਲਾ ਮੇਰੇ ਕੋਲ ਆਲਰੇਡੀ ਕਾਫੀ ਚੀਜ਼ਾਂ ਪਲਾਨ ਹੈ। ਸੋ ਵਨ ਆਫ ਦ ਪਲਾਨ ਯੂ ਵਾਂਟ ਟੂ ਡਿਸਕਸ ਐਟ ਪੀਟੀਸੀ ਵੀ ਵੁੱਡ ਲਵ ਟੂ ਹੈਵ ਇਟ ਐਂਡ ਹੀਅਰ ਇਟ ਫਰਮ ਯੂ। ਆਈ ਐਮ ਗੋਇੰਗ ਟੂ ਬੀ ਦ ਬੈਸਟ ਮੈਜੀਸ਼ੀਅਨ ਔਰ ਦ ਬੈਸਟ ਮਤਲਬ ਮੈਂ ਬਣਨ ਵਾਲਾ ਆਉਣ ਵਾਲੇ ਕੁਝ ਟਾਈਮ ਦੇ ਵਿੱਚ। ਕੁਡੋਸ ਟੂ ਆਈ ਐਮ ਟੈਲਿੰਗ ਯੂ ਰੀਅਲੀ ਮੈਂ ਚੀਜ਼ ਹਜੇ ਅੱਜ ਮੇਰਾ ਚਾਹੇ ਬਾਅਦ ਦੇ ਵਿੱਚ ਜਾ ਕੇ ਜਦੋਂ ਵੀ ਹੋਏ ਨਾ ਮੈਂ ਚੀਜ਼ ਦਿਖਾਊਂਗਾ ਕਿ ਮੈਂ ਚੀਜ਼ ਅੱਜ ਬੋਲੀ ਸੀ ਤਾਂ ਮੈਂ ਕਰ ਵੀ ਲਈ ਹੈ ਮੈਨੂੰ 100% confidence ਹੈ God I feel after whatever time frame you keep it ਅਸੀਂ ਉਸ ਟਾਈਮ ਤੇ ਇਸ ਨੂੰ before and after ਲਗਾ ਕੇ ਜ਼ਰੂਰ ਦਿਖਾਵਾਂਗੇ that this guy who is a manifestor ਉਹ ਕਰਕੇ ਗਏ ਸੀ and he has done ਜਿੱਦਾਂ ਨਾ couch ਤੇ we are manifesting something and that is happening so thank you so much it was lovely having you ਔਰ ਤੁਸੀਂ ਜੋ ਸਾਨੂੰ ਸਿਖਾਇਆ ਸਾਇੰਟੀਫਿਕਲੀ ਆਲਸੋ ਕਿਵੇਂ ਸਾਡਾ ਮਾਈਂਡ ਵਰਕ ਕਰਦਾ ਐਂਡ ਆਲਸੋ ਇਨ ਦ ਮੈਜੀਕਲ ਵੇ ਇਟ ਵਾਸ ਟਰੂਲੀ ਮੈਜੀਕਲ ਆਈ ਵੁੱਡ ਸੇ ਐਂਡ ਇਲੂਜ਼ਨਰੀ। ਥੈਂਕ ਯੂ ਸੋ ਮਚ ਫॉर ਬੀਇੰਗ ਵਿਦ ਅਸ ਐਂਡ ਸਮ ਲਾਸਟ ਵਰਡ ਫॉर ਕਿੱਦਾਂ ਦਾ ਲੱਗਾ ਸਾਡੇ ਆਫਿਸ ਆ ਕੇ? ਬਹੁਤ ਵਧੀਆ ਐਕਸਾਈਟਮੈਂਟ ਮੈਨੂੰ ਲੱਗਿਆ ਮੈਂ ਸੋਚਿਆ ਸੀ ਇਹਨਾਂ ਦੀ ਨੀਂਦਾਂ ਉਡਾਊਂਗਾ ਅੱਜ ਸਾਰਿਆਂ ਦੀ ਕਿ ਇਹ ਕਿਵੇਂ ਕਰ ਗਿਆ ਹੁਣ ਮੇਰੀ ਇਹ ਮੈਨੂੰ ਰਾਤ ਦੇ ਵਿੱਚ ਯਾਦ ਰਹੇਗੀ ਕਿ ਮੈਂ ਇੰਨਾ ਸਾਰਿਆਂ ਦੇ ਰਿਐਕਸ਼ਨ ਮੈਨੂੰ ਯਾਦ ਰੱਖ ਕੇ ਜਾਊਂਗੇ ਸਿਰਫ ਅੱਜ ਲਈ ਨਹੀਂ ਹਮੇਸ਼ਾ ਲਈ ਯਾਦ ਰਹੂੰਗੇ। ਥੈਂਕ ਯੂ ਸੋ ਮਚ ਫॉर ਹੈਵਿੰਗ ਬੀਇੰਗ ਵਿਦ ਅਸ ਐਂਡ ਗਿਵਿੰਗ ਅਸ ਸੱਚ ਮੈਮੋਰੇਬਲ ਟਾਈਮ। ਥੈਂਕ ਯੂ ਸੋ ਮਚ। ਸੋ ਇਹ ਸੀ ਸਨੀ ਜੀ ਜਸਪ੍ਰੀਤ ਸਿੰਘ ਜਿਨ੍ਹਾਂ ਦੇ ਨਾਲ ਬਹੁਤ ਮਜ਼ਾ ਆਇਆ ਐਂਡ ਇਫ ਯੂ ਹੈਵ ਬੀਨ ਥਿੰਕਿੰਗ ਕਿ ਮੈਨੀਫੈਸਟੇਸ਼ਨ ਕਿਵੇਂ ਹੋ ਸਕਦੀ ਹੈ ਕਿੱਦਾਂ ਹੁੰਦੀ ਹੈ ਸੋ ਦਿਸ ਪੋਡਕਾਸਟ ਵਾਸ ਸਪੈਸ਼ਲੀ ਫॉर ਯੂ ਗਾਇਜ਼ ਐਂਡ ਆਲਸੋ ਅ ਰਿਐਲਿਟੀ ਚੈੱਕ ਕਿ ਸਾਨੂੰ ਨਾ ਬਿਨਾਂ ਸੋਚੇ ਸਮਝੇ ਉਹਨਾਂ ਰੀਲਸ ਤੇ ਬਿਲੀਵ ਨਹੀਂ ਕਰਨਾ ਚਾਹੀਦਾ ਦੇयर ਇਜ਼ ਲੋਟ ਆਫ real reality behind it and a contradiction so stay aware and also stay safe. Thank you. Anything you feel was left? Nodding? Okay. रोल कर दो रोल बढ़िया मेरे वाल देखिए सही है हाँ good. This is so funny. हाँ ठीक है